ਗੁਰੂ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਜਦ ਚੱਲਦੇ ਨੇ, ਕੀਰਤਪੁਰ ਸਾਹਿਬ ਦੀ ਧਰਤੀ ਤੱਕ ਅਮਨ ਅਮਾਨ ਦੇ ਨਾਲ ਕਾਫਲਾ ਚੱਲਿਆ ਆਉਂਦਾ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜੋ ਸੰਗਤਾਂ ਨੇ ਅਲੱਗ-ਅਲੱਗ ਵਿਉਂਤਬੰਦੀ ਦੇ ਨਾਲ ਜਥਿਆਂ ਦੇ ਸਮੇਤ ਚੱਲਦੇ ਪਏ ਨੇ। ਪਰ ਜਿਵੇਂ ਹੀ ਉਸ ਤੋਂ ਅੱਗੇ ਨਿਰਮੋਹਗੜ੍ਹ ਦੇ ਖੇਤਰ ਤੇ ਪਹੁੰਚਦੇ ਨੇ ਤੇ ਪਿੱਛੋਂ ਸ਼ੋਰ ਸ਼ੁਰੂ ਹੋ ਜਾਂਦਾ ਹੈ। ਜਿਹੜੀ ਪਹਾੜੀਆਂ ਰਾਜਿਆਂ ਦੀਆਂ ਫੌਜਾਂ ਸੀ ਜਾਂ ਔਰੰਗਜ਼ੇਬ ਦੀ ਭੇਜੀ ਹੋਈ ਫੌਜ, ਸੋ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਪਿੱਛੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕੁੱਪ ਹਨੇਰੀ ਰਾਤ ਦੇ ਵਿੱਚ। ਸੋ ਪਾਤਸ਼ਾਹ ਫਿਰ ਉੱਥੋਂ ਤੇਜ਼ੀ ਦੇ ਨਾਲ ਜਦ ਅੱਗੇ ਆਉਂਦੇ ਨੇ ਤੇ ਇਹ ਜਿਸ ਸਥਾਨ ਤੇ ਅਸੀਂ ਖੜੇ ਹਾਂ ਅੱਜ ਵੀ ਆਪ ਜੀ ਨੂੰ ਲੱਗ ਰਿਹਾ ਹੈਗਾ ਉੱਚਾ ਹੈ। ਸੋ ਇੱਕ ਉੱਚੀ ਟਿੱਬੀ ਸੀ ਜਿੱਥੇ ਮਹਾਰਾਜ ਜੀ ਪਹੁੰਚੇ ਨੇ, ਕਿਉਂਕਿ ਯੁੱਧ ਦੇ ਜੰਗ ਦੇ ਜਿਹੜੇ ਨੁਕਤੇ ਨਿਗਾਹ ਤੋਂ ਜਦੋਂ ਆਪਾਂ ਦੇਖਦੇ ਹਾਂ ਤੇ ਉੱਚੀਆਂ ਟਿੱਬੀਆਂ ਜਾਂ ਪਹਾੜੀਆਂ ਅੱਜ ਵੀ ਜਿਹੜੀਆਂ ਨੇ ਸੇਫ ਸਮਝੀਆਂ ਜਾਂਦੀਆਂ ਨੇ। ਇੱਥੇ ਆ ਕੇ ਪਾਤਸ਼ਾਹ ਜੀ ਭਾਈ ਉਦੇ ਸਿੰਘ ਜੀ ਵੱਲ ਨਿਗਾਹ ਕਰਦੇ ਨੇ, ਕਿਉਂਕਿ ਸੇਵਕ ਨੂੰ ਤਾਂ ਮੁਰਸ਼ਦ ਦਾ ਇੱਕ ਝਲਕਾਰਾ, ਇੱਕ ਇਸ਼ਾਰਾ ਹੀ ਕਾਫੀ ਹੁੰਦਾ ਹੈ। ਪਰ ਪਾਤਸ਼ਾਹ ਨੇ ਇੱਥੇ ਵੀ ਇੱਕ ਯੁੱਧ ਨੀਤੀ ਵਰਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦਾ ਜਦ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਕਿ ਪਾਤਸ਼ਾਹ ਜੀ ਕਈ ਤਰ੍ਹਾਂ ਦੀਆਂ ਨੀਤੀਆਂ ਵਰਤਦੇ। ਇੱਥੇ ਵੀ ਇੱਕ ਨੀਤੀ ਪਾਤਸ਼ਾਹ ਜੀ ਵਰਤਦੇ ਆ। ਸੋ ਇੱਥੇ ਆ ਕੇ ਭਾਈ ਉਦੇ ਸਿੰਘ ਜੀ ਦੇ ਨਾਲ ਜਦੋਂ ਪਾਤਸ਼ਾਹ ਜੀ ਉਹਨਾਂ ਨੂੰ ਇਸ਼ਾਰਾ ਕਰਦੇ ਨੇ ਤੇ ਨਾਲ ਆਪਣਾ ਜਾਮਾ ਤੇ ਜੋੜਾ ਬਖਸ਼ਿਸ਼ ਕਰ ਦਿੰਦੇ ਨੇ, ਜਿਸ ਦਾ ਭਾਵ ਭਾਈ ਉਦੇ ਸਿੰਘ ਜੀ ਸਮਝ ਜਾਂਦੇ ਨੇ ਕਿ ਇਹ ਜਿਹੜੀ ਖੇਡ ਹੈ ਪਾਤਸ਼ਾਹ ਕਿਵੇਂ, ਕਿਉਂਕਿ ਦੁਸ਼ਮਣ ਪਿੱਛੇ ਸਾਰੀਆਂ ਚਾਲਾਂ ਚੱਲਦਾ ਆਇਆ। ਕਮੀਨਗੀ ਦੀ ਹੱਦ ਜੇ ਅੱਜ ਇੱਥੇ ਥੋੜ੍ਹਾ ਜਿਹਾ ਇਤਿਹਾਸ ਦਾ ਪੱਖ ਆਪ ਜੀ ਦੇ ਨਾਲ ਸਾਂਝਾ ਕਰਦੇ ਜਾਈਏ ਸੰਗਤ ਜੀ, ਤੇ ਉਹਨਾਂ ਘੇਰਾ ਪਾਈ ਬੈਠਿਆਂ ਨੇ ਕਮੀਨਗੀ ਦੀਆਂ ਹੱਦਾਂ ਮੁਕਾਈਆਂ, ਆਟੇ ਦੀ ਗਊ ਭੇਜੀ, ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਗਈਆਂ, ਤਰਲੇ ਕੀਤੇ ਗਏ। ਇੱਕ ਵਾਰੀ ਨਹੀਂ ਕਈ ਵਾਰੀ ਤਰਲੇ ਕੀਤੇ ਗਏ ਕਿ ਸਾਡੀ ਇੱਜ਼ਤ ਰੱਖ ਲਓ, ਤੁਸੀਂ ਇੱਕ ਵਾਰੀ ਕਿਲਾ ਛੱਡ ਕੇ ਚਲੇ ਜਾਓ, ਅਸੀਂ ਆਪਣੇ ਘਰੋਂ ਘਰੀ ਚਲੇ ਜਾਵਾਂਗੇ, ਸਾਡੀ ਇੱਜ਼ਤ ਰਹਿ ਜਾਏਗੀ ਤੇ ਤੁਸੀਂ ਫੇਰ ਆ ਜਾਣਾ। ਪਾਤਸ਼ਾਹ ਜੀ ਜਾਣਦੇ ਸਨ ਇਹਨਾਂ ਸਾਰੀਆਂ ਨੀਤੀਆਂ ਨੂੰ, ਪਰ ਫਿਰ ਵੀ ਕਿਉਂਕਿ ਸੰਗਤਾਂ ਵੀ ਭੁੱਖਣ ਭਾਣੀਆਂ, ਬੜਾ ਔਖਾ ਹੁੰਦਾ, ਭੁੱਖ ਦਾ ਦੁੱਖ ਬਹੁਤ ਔਖਾ ਹੁੰਦਾ ਸੰਗਤ ਜੀ। ਸੰਗਤਾਂ ਨੇ ਕਿਹਾ ਤੇ ਪਾਤਸ਼ਾਹ ਨੇ ਫਿਰ ਇਹ ਕਿਲਾ ਛੱਡਣ ਤੋਂ ਪਹਿਲਾਂ ਵੀ ਇੱਕ ਵਾਰੀ ਅਜਿਹੀ ਇੱਕ ਸਥਿਤੀ ਬਣਦੀ ਹੈ ਤੇ ਫਿਰ ਪਾਤਸ਼ਾਹ ਨੇ ਕੀ ਕੀਤਾ ਕਿ ਸੰਗਤਾਂ ਨੂੰ ਸਮਝਾਉਣ ਦੇ ਵਾਸਤੇ ਕਹਿ ਲਓ ਕੁਝ ਸਿੰਘਾਂ ਦੀ ਡਿਊਟੀ ਲਾਈ ਤੇ ਕੁਝ ਗੱਡੇ ਜਿਹੜੇ ਨੇ, ਗੱਡੇ ਤੇ ਬੈਲ ਉਧਰੋਂ ਪਹਾੜੀਆਂ ਦੇ ਮੰਗਵਾਏ ਤੇ ਜਿੰਨਾ ਵੀ ਫਾਲਤੂ ਸਮਾਨ ਸੀ ਨਾ, ਕੋਈ ਪਾਟੇ ਪੁਰਾਣੇ ਕੱਪੜੇ ਲਗਾ ਲਓ, ਕੋਈ ਵੀ ਕਾਠੀਆਂ ਟੁੱਟੀਆਂ ਭੱਜੀਆਂ, ਜੋ ਕੁਝ ਜਿਹਨੂੰ ਆਪਾਂ ਕਹਿ ਦਿੰਦੇ ਸਕ੍ਰੈਪ ਸੀ, ਜੋ ਕੁਝ ਵੀ ਉਹ ਸਾਰਾ ਗੱਡਿਆਂ ਤੇ ਲੱਦਿਆ ਤੇ ਉੱਤੇ ਰੇਸ਼ਮੀ ਕੱਪੜੇ ਪਾ ਦਿੱਤੇ। ਤੇ ਉਹ ਵੀ ਜਦੋਂ ਰਾਤ ਨੂੰ ਗੱਡੇ ਤੋਰੇ ਤੇ ਥੋੜੀ ਦੂਰ ਹੀ ਅਜੇ ਗੱਡੇ ਗਏ ਸੀ ਤੇ ਉਹ ਲੁਟੇਰਿਆਂ ਵਾਂਗੂ ਪੈ ਗਏ, ਕਿਉਂਕਿ ਸਿੰਘਾਂ ਨੂੰ ਪਹਿਲਾਂ ਹੀ ਪਾਤਸ਼ਾਹ ਨੇ ਦੱਸਿਆ ਹੋਇਆ ਸੀ ਕਿ ਇਹ ਇੱਦਾਂ ਦਾ ਕੁਝ ਹੋਣਾ ਜੇ, ਸੁਚੇਤ ਰਿਓ। ਤੇ ਜਿੱਦਾਂ ਹੀ ਉਹ ਹੱਲਾ ਵਗੈਰਾ ਹੋਇਆ ਸਿੰਘਾਂ ਨੇ, ਕਿਉਂਕਿ ਉਹਨਾਂ ਨੂੰ ਨਸ਼ਰ ਕਰਨਾ ਸੀ ਉਹਨਾਂ ਦੀ ਨੀਤ ਨੂੰ, ਤੇ ਸਿੰਘ ਉੱਥੋਂ ਖਿਸਕ ਕੇ ਤੇ ਫਿਰ ਕਿਲੇ ਦੇ ਅੰਦਰ ਆਣ ਵੜੇ। ਤੇ ਉਹ ਜਦੋਂ ਫਿਰ ਜਿਹੜੇ ਪਹਾੜੀਏ ਪਏ ਸੀਗੇ ਉਹ ਫਿਰ ਬੜੇ ਸ਼ਰਮਸਾਰ ਹੋਏ ਪਈ, ਅਸੀਂ ਤਾਂ ਆਪਣੇ ਪੂਜਨੀਕ ਜਿਹੜੀਆਂ ਵੀ ਸਾਡੀਆਂ ਚੀਜ਼ਾਂ ਨੇ, ਹੁਣ ਗਾਂ ਦੀ ਪੂਜਾ ਕਰਦੇ ਸਨ, ਉਧਰ ਕੁਰਾਨ ਸ਼ਰੀਫ ਤਾਂ ਆਪਾਂ ਸਮਝ ਹੀ ਸਕਦੇ ਕਿ ਕਿੰਨਾ ਮਹਾਨ ਪਵਿੱਤਰ ਗ੍ਰੰਥ ਹੈ ਇਸਲਾਮ ਦਾ,
ਸੋ ਉਹ ਸ਼ਰਮਸਾਰ ਹੋਏ ਕਿ ਅਸੀਂ ਤਾਂ ਕਸਮਾਂ ਖਾਧੀਆਂ ਸੀ ਵੀ ਤੁਸੀਂ ਚਲੇ ਜਾਓ, ਅਸੀਂ ਕੁਝ ਨਹੀਂ, ਤੁਹਾਨੂੰ ਕੋਈ ਦੁੱਖ ਨਹੀਂ ਦਿੰਦੇ, ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਏਗੀ। ਪਰ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਫਿਰ ਪਾਤਸ਼ਾਹ ਨੇ ਸੰਗਤਾਂ ਨੂੰ ਵੀ ਸਮਝਾਇਆ, ਦੇਖ ਲਓ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਕੁਝ ਨਹੀਂ ਕਰਦੇ, ਕੁਝ ਨਹੀਂ ਕਹਿੰਦੇ, ਆਹ ਦੇਖ ਲਓ ਇਹਨਾਂ ਦੀ ਕੀ ਸੋਚ ਹੈ। ਸੋ ਇਹ ਪਹਿਲੇ ਦੀ ਕਹਾਣੀ ਆ, ਪਰ ਫਿਰ ਸੰਗਤਾਂ ਦੇ ਜਿਸ ਢੰਗ ਦੇ ਨਾਲ ਵੀ ਵਿਚਾਰਾਂ ਹੋਈਆਂ ਕਿ ਹੁਣ ਚੱਲਣਾ ਚਾਹੀਦਾ, ਤੇ ਪਾਤਸ਼ਾਹ ਫਿਰ ਇੱਥੋਂ ਚੱਲ ਕੇ ਸੋ ਉਹ ਜਿਹੜੀ ਕਹਾਣੀ ਆਪਾਂ ਫਿਰ ਇੱਥੇ ਹੀ ਲੈ ਆਈਏ ਕਿ ਉੱਥੋਂ ਕੀਰਤਪੁਰ ਤੱਕ ਸ਼ਾਂਤੀ ਦੇ ਨਾਲ ਪਹੁੰਚਦੇ ਨੇ। ਇੱਥੇ ਆ ਕੇ ਫਿਰ ਯੁੱਧ ਨੀਤੀ ਦੇ ਨਾਲ ਭਾਈ ਉਦੇ ਸਿੰਘ ਜੀ ਨੂੰ ਆਪਣਾ ਜਾਮਾ, ਜੋੜਾ ਜਾਮਾ ਬਖਸ਼ਿਸ਼ ਕਰਕੇ ਤੇ 50 ਸਿੰਘ ਦਿੰਦੇ ਨੇ ਨਾਲ ਕਿ ਹੁਣ ਜਿਹੜੀ ਇਹ ਪਿੱਛੋਂ ਹਲਾ ਕਰਦੇ ਆ ਰਹੇ ਨੇ ਇਹਨਾਂ ਨੂੰ ਡੱਕਣਾ। ਭਾਈ ਉਦੇ ਸਿੰਘ ਜੀ ਦਾ ਆਪਾਂ ਜਾਣਦੇ ਪਹਿਲਾਂ ਹੀ ਬੜਾ ਗੌਰਵਮਈ ਇਤਿਹਾਸ, ਇੱਕ ਬੜੇ ਜਜ਼ਬੇ ਵਾਲੇ ਸਿੰਘ ਜਿਨ੍ਹਾਂ ਨੂੰ ਪਤਾ ਲੱਗਾ ਸੀ ਕਿ ਕੇਸਰੀ ਚੰਦ ਨੇ ਗੱਲ ਕਹੀ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ, ਆਪਣੇ ਕੋਲ ਹੁਣ ਲਫ਼ਜ਼ ਅਸੀਂ ਬੋਲ ਨਹੀਂ ਸਕਦੇ, ਜੋ ਉਹ ਕਰਨਾ ਚਾਹੁੰਦਾ ਸੀ ਗੁਰੂ ਸਾਹਿਬ ਜੀ ਦੇ, ਬੜਾ ਔਖਾ ਹੁੰਦਾ ਹੈ ਨਾ ਇਹ ਸਾਰਾ ਕੁਝ, ਇਤਿਹਾਸ ਸੁਣਾਉਣਾ ਵੀ ਕਿਹੜਾ ਸੌਖਾ ਹੈ ਸੰਗਤ ਜੀ। ਸੋ ਗੁਰੂ ਸਾਹਿਬ ਜੀ ਨੂੰ ਕਹਿ ਲਓ ਖਤਮ ਕਰਨਾ ਚਾਹੁੰਦਾ ਸੀ। ਭਾਈ ਉਦੇ ਸਿੰਘ ਨੂੰ ਪਤਾ ਲੱਗਾ, ਅਜੇ ਉਹਨੇ ਗੱਲ ਕਹੀ ਸੀ, ਕੀਤਾ ਕੁਝ ਨਹੀਂ ਸੀ ਸੰਗਤ ਜੀ। ਅੱਜ ਸਾਡੇ ਕਈ ਬੜੀਆਂ ਗੱਲਾਂ ਕਰਦੇ ਨੇ ਵੀ ਉਹ ਸਿੰਘੂ ਬਾਰਡਰ ਤੇ ਇਦਾਂ ਕਿਉਂ ਕਰ ਦਿੱਤਾ, ਉੱਥੇ ਇਦਾਂ ਕਿਉਂ ਕਰ ਦਿੱਤਾ। ਭਾਈ ਉਦੇ ਸਿੰਘ ਨੂੰ ਪਤਾ ਲੱਗਾ ਵੀ ਕੇਸਰੀ ਚੰਦ ਨੇ ਇਹ ਬੋਲ ਕਹੇ ਨੇ, ਇੰਨੀ ਗੱਲ ਕਹੀ ਹੈ, ਤੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਬੜੇ ਹੀ ਭਾਵਪੂਰ, ਜੇ ਆਪਾਂ ਉਸੇ ਵਿਸਤਾਰ 'ਚ ਜਾਵਾਂਗੇ ਮੈਨੂੰ ਲੱਗਦਾ ਜ਼ਿਆਦਾ ਸਮਾਂ ਲੱਗੇਗਾ, ਬੜੇ ਤਰਲਾ ਕਰਕੇ ਗੁਰੂ ਪਾਤਸ਼ਾਹ ਪਾਸੋਂ ਆਗਿਆ ਲਈ ਸੀ ਕਿ ਪਾਤਸ਼ਾਹ ਮੈਨੂੰ ਅੱਜ ਇੱਕ ਆਗਿਆ ਦਿਓ, ਮੈਂ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣਾ। ਉਸ ਦਿਨ ਦੀ ਸ਼ਾਮ ਪੈਣ ਤੋਂ ਪਹਿਲਾਂ ਭਾਈ ਉਦੇ ਸਿੰਘ ਹਾਥੀ ਤੇ ਬੈਠੇ ਕੇਸਰੀ ਚੰਦ ਦਾ ਸਿਰ ਵੱਢ ਕੇ ਤੇ ਗੁਰੂ ਕਲਗੀਧਰ ਦੇ ਚਰਨਾਂ 'ਚ ਲਿਆਇਆ ਸੀ। ਕਿਉਂ? ਕਿਉਂਕਿ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬੇਅਦਬੀ ਕਰਨਾ ਚਾਹੁੰਦਾ ਸੀ। ਉਹਨੇ ਗੱਲ ਕਹੀ ਸੀ ਵੀ ਮੈਂ ਆਹ ਕਰ ਦੇਣਾ, ਕੀਤਾ ਕੁਝ ਨਹੀਂ ਸੀ। ਉਸ ਤੋਂ ਪਹਿਲਾਂ ਭਾਈ ਉਦੇ ਸਿੰਘ, ਸੋ ਏਡੇ ਮਹਾਨ ਯੋਧੇ ਗੁਰੂ ਕੇ ਪਿਆਰੇ ਲਾਲ ਭਾਈ ਉਦੇ ਸਿੰਘ। ਸੋ ਇਹ ਜਿਹੜੀ ਉੱਚੀ ਟਿੱਬੀ ਆ, ਇਹ ਭਾਈ ਉਦੇ ਸਿੰਘ ਜੀ ਦੇ ਨਾਮ ਦੇ ਨਾਲ ਜੁੜੀ ਹੋਈ ਪਵਿੱਤਰ ਧਰਤੀ ਆ। ਇੱਥੋਂ ਫਿਰ ਕਿਉਂਕਿ ਪਿੱਛੋਂ ਜਿਹੜੀ ਆਉਂਦੀ ਹੈ ਫੌਜ, ਭਾਈ ਸਾਹਿਬ ਜੀ ਗੁਰੂ ਕੇ ਬਾਣੇ ਜਾਮੇ ਦੇ ਵਿੱਚ ਟਾਕਰਾ ਲੈਂਦੇ ਨੇ, ਭਾਰੀ ਯੁੱਧ ਹੁੰਦਾ, ਤੇ ਇੱਥੋਂ ਕੁਝ ਦੂਰੀ ਤੱਕ ਪਿੱਛੇ ਹੋਰ ਗੁਰਸਥਾਨ ਹੈ, ਉੱਥੇ ਦੇ ਵੀ ਪਿੱਛੇ ਆਪਾਂ ਆਪ ਜੀ ਨੂੰ ਦਰਸ਼ਨ ਕਰਾਏ ਸਨ। ਸੋ ਇਹ ਸਾਰਾ ਸਮਝ ਲਓ ਜੰਗ ਦਾ ਮੈਦਾਨ ਸੀ। ਭਾਈ ਉਦੇ ਸਿੰਘ ਜੀ ਨੇ ਗੁਰੂ ਜਾਮੇ ਦੇ ਵਿੱਚ ਸ਼ਹਾਦਤ ਦਿੱਤੀ, ਤੇ ਉਹ ਜਿਹੜੇ ਫਿਰ ਸਹੁੰਆਂ ਖਾਣ ਵਾਲੇ, ਕਈ ਕੁਝ ਕਰਨ ਵਾਲੇ, ਵੇਖੋ ਕੈਸੀ ਗੱਲ ਹੈ ਨਾ। ਉਹ ਗੁਰਬਾਣੀ 'ਚ ਇੱਕ ਪੰਕਤੀ ਆਉਂਦੀ ਹੈ ਕਿ ਲੋਗਨ ਰਾਮ ਖਲੋਨਾ ਜਾਨਾ। ਸੋ ਇਹ ਲੋਕ ਕਈ ਵਾਰੀ ਕਮੀਨਗੀ ਦੀ ਕੈਸੀ ਹੱਦ ਤੱਕ ਚਲੇ ਜਾਂਦੇ ਨੇ ਕਿ ਆਪਣੇ ਪੂਜਨਿਕ ਜਿਹੜੀਆਂ ਵਸਤੂਆਂ ਨੇ ਜਾਂ ਪੂਜਨਿਕ ਸਾਡੀਆਂ ਜਿਹੜੇ ਚਿੰਨ੍ਹ ਹੁੰਦੇ ਨੇ, ਉਹਨਾਂ ਦੇ ਵੀ ਝੂਠੀਆਂ ਕਸਮਾਂ ਖਾ ਕੇ ਤੇ ਫਿਰ ਦਗਾ ਕਮਾਉਂਦੇ ਨੇ। ਖੈਰ ਭਾਈ ਉਦੇ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਨੂੰ ਲੱਗਿਆ ਸ਼ਾਇਦ ਅਸੀਂ ਗੁਰੂ ਸਾਹਿਬ ਨੂੰ ਕਾਬੂ ਕਰ ਲਿਆ ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇੱਕ ਵਾਰੀ ਤਾਂ ਬੜੇ ਖੁਸ਼ ਹੋਏ, ਪਰ ਫਿਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਮਹਾਰਾਜ ਤਾਂ ਅੱਗੇ ਲੰਘ ਗਏ ਨੇ। ਸੋ ਇਸ ਢੰਗ ਦਾ ਇਤਿਹਾਸ ਇਸ ਧਰਤੀ ਦਾ, ਆਓ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਇਸ ਪਵਿੱਤਰ ਸਥਾਨ ਦੇ। ਸੋ ਇਹ ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟਿੱਬੀ। ਸੋ ਆਓ ਆਪ ਜੀ ਦਰਸ਼ਨ ਕਰੋ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਗੁਰੂ ਕੇ ਪਿਆਰੇ ਸਿੰਘ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਭਾਈ ਸਾਹਿਬ ਜੀ ਦਾ ਚਿਹਰਾ ਮੋਰਾ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਮੇਲ ਖਾਂਦਾ ਸੀ, ਤੇ ਪਾਤਸ਼ਾਹ ਨੇ ਆਪਣਾ ਜਾਮਾ ਬਖਸ਼ਿਆ। ਤੇ ਇਸ ਸ਼ਹੀਦੀ ਮਾਰਗ ਦੀ ਜੇਕਰ ਸੰਗਤ ਜੀ ਆਪਾਂ ਗੱਲ ਕਰੀਏ ਤੇ ਭਾਈ ਸਾਹਿਬ ਇਸ ਮਾਰਗ ਦੇ ਪਹਿਲੇ
ਸ਼ਹੀਦ ਹੋਏ ਨੇ ਉਹਨਾਂ ਦੇ ਨਾਲ ਜਿਹੜਾ ਜਥਾ 50 ਸਿੰਘਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਤਿਆਰ ਕਰਾਇਆ ਸੀ। ਸੋ ਸਾਰਿਆਂ ਨੇ ਸ਼ਹੀਦੀ ਜਾਮ ਪੀਤਾ। ਸੋ ਇਹ ਉਹਨਾਂ ਦੀ ਪਵਿੱਤਰ ਯਾਦਗਾਰ ਹੈ। ਆਪ ਜੀ ਦਰਸ਼ਨ ਕਰੋ ਜੀ। ਸੋ ਇਸ ਸਥਾਨ ਦਾ ਕੁਝ ਇਤਿਹਾਸ ਬਾਬਾ ਕੁਲਦੀਪ ਸਿੰਘ ਜੀ ਜਥੇਦਾਰ ਨੇ ਜਿਹੜੇ ਇਸ ਸਥਾਨ ਤੇ ਸਾਡੇ ਨਾਲ ਖੜੇ ਨੇ, ਇਹਨਾਂ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜੋ ਇਸ ਸਥਾਨ ਦਾ ਨਾਮ ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟਿੱਬੀ ਦੇ ਨਾਂ ਤੇ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਰਮੋਹਗੜ੍ਹ ਬੈਠੇ ਹੋਏ ਸੀ, ਮਹਾਰਾਜ ਵਿਰਾਜੇ ਸੀਗੇ। ਤਾਂ ਉੱਥੋਂ ਇਸ ਜਗ੍ਹਾ ਤੇ ਸ਼ਾਹੀ ਫੌਜਾਂ ਦਾ ਮਤਲਬ ਟਿਕਾਣਾ ਸੀ। ਇਹਨਾਂ ਨੇ ਇੱਥੋਂ ਤੋਪ ਦਾ ਗੋਲਾ ਮਹਾਰਾਜ ਵੱਲ ਮਾਰਿਆ ਸੀਗਾ। ਤਾਂ ਉੱਥੇ ਭਾਈ ਰਾਮ ਸਿੰਘ ਜੀ ਸ਼ਹੀਦ ਹੋ ਗਏ ਸੀਗੇ। ਤਾਂ ਮਹਾਰਾਜ ਜੀ ਨੇ ਰੋਹ 'ਚ ਆ ਕੇ ਉੱਥੋਂ ਤੀਰ ਮਾਰਿਆ ਸੀਗਾ, ਨਾਲੇ ਤੋਪ 'ਚ ਹੀ ਮਾਰਿਆ ਤੇ ਨਾਲੇ ਤੋਪ ਕੰਡਮ ਕੀਤੀ ਸੀਗੀ। ਇਸ ਕਰਕੇ ਗੁਰਦੁਆਰਾ ਦਾ ਨਾਮ ਤੀਰ ਸਾਹਿਬ ਪਿਆ। ਫਿਰ ਜਦੋਂ ਮਹਾਰਾਜ ਨੇ ਦੂਸਰੀ ਵਾਰ ਕਿਲ੍ਹਾ ਛੱਡਿਆ ਸੀਗਾ ਮਹਾਰਾਜ ਨੇ, ਤਾਂ ਉਦੋਂ ਇੱਥੇ ਆ ਕੇ ਪਹਿਲੀ ਜੰਗ ਸ਼ੁਰੂ ਹੋ ਗਈ ਸੀ, ਜਿਸ ਵਿੱਚ ਭਾਈ ਉਦੈ ਸਿੰਘ ਜੀ ਸ਼ਹੀਦ ਹੋਏ ਸੀਗੇ। ਤਾਂ ਉਹਨਾਂ ਨੇ ਕਈ ਘੰਟੇ ਇੱਥੇ ਯੁੱਧ ਕੀਤਾ ਸੀਗਾ। ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਦੋ ਪੱਖ ਜਿਹੜੇ ਨੇ ਪਾਤਸ਼ਾਹ ਹੋਰਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਇੱਕ ਪਹਿਲਾ ਜਦੋਂ ਨਰਮੋਹਗੜ੍ਹ ਵਿਖੇ ਮਹਾਰਾਜ ਬਿਰਾਜਮਾਨ ਸਨ ਤੇ ਉਦੋਂ ਤੀਰ ਮਾਰ ਕੇ ਇੱਥੇ ਜਿਹੜਾ ਤੋਪਚੀ ਸੀਗਾ ਤੇ ਤੋਪ ਕੰਡਮ ਕੀਤੀ ਸੀ ਪਾਤਸ਼ਾਹ ਨੇ। ਤੇ ਦੂਸਰਾ ਇਤਿਹਾਸ ਜਿਹੜਾ ਆਪਾਂ ਸਾਂਝ ਕੀਤੀ ਅੱਗੇ ਕਿ ਭਾਈ ਉਦੈ ਸਿੰਘ ਜੀ ਨੂੰ ਪਾਤਸ਼ਾਹ ਜੀ ਨੇ ਆਪਣਾ ਜਾਮਾ ਬਖਸ਼ਿਸ਼ ਕਰਕੇ ਤੇ ਇੱਥੇ ਉਹਨਾਂ ਨੂੰ ਮੋਰਚਾਬੰਦੀ ਕਰਵਾਈ ਕਹਿ ਲਈਏ। ਸੋ ਇਸ ਟਿੱਬੀ ਦੇ ਨਾਲ ਬੜਾ ਵਡਮੁੱਲਾ ਇਤਿਹਾਸ ਜੁੜਦਾ। ਸੋ ਇਹ ਜਦੋਂ ਆਪਾਂ ਕੀਰਤਪੁਰ ਸਾਹਿਬ ਤੋਂ ਰੋਪੜ ਨੂੰ ਚੱਲਦੇ ਹਾਂ ਤੇ ਖੱਬੇ ਹੱਥ ਜਿਹੜਾ ਇਹ ਸਥਾਨ ਆਉਂਦਾ। ਸੋ ਅਜੇ ਵੀ ਉੱਚੀ ਟਿੱਬੀ ਵਾਂਗੂ ਉੱਚੀ ਜਗ੍ਹਾ ਦੇ ਉੱਤੇ ਸੁਭਾਏਮਾਨ ਹੈ। ਸੋ ਬੜਾ ਹੀ ਪਵਿੱਤਰ ਧਰਤੀ ਹੈ, ਉਹਨਾਂ ਯੋਧਿਆਂ ਦੇ ਖੂਨ ਦੇ ਨਾਲ ਰੰਗੀ ਹੋਈ ਜਿਨ੍ਹਾਂ ਦੇ ਅੰਦਰ ਗੁਰੂ ਪਿਆਰ ਦਾ ਜਜ਼ਬਾ ਬਹੁਤ ਹੀ ਮਤਲਬ ਸਾਡੇ ਲਫ਼ਜ਼ਾਂ ਤੋਂ ਬਹੁਤ ਉੱਤੇ ਦੀ ਗੱਲ ਆ, ਸਾਡੀ ਬੁੱਧ ਤੋਂ ਬਹੁਤ ਉੱਤੇ ਦੀ ਗੱਲ ਆ ਕਿ ਜਿਹੜੇ ਕਿ ਹਰ ਵੇਲੇ ਗੁਰੂ ਤੋਂ ਆਪਾਂ ਨਿਸ਼ਾਵਰ ਕਰਨ ਵਾਸਤੇ ਤਿਆਰ ਬਰ ਤਿਆਰ, ਸਿਰਫ ਤਿਆਰ ਬਰ ਤਿਆਰ ਰਹਿੰਦੇ ਹੀ ਨਹੀਂ ਸਨ, ਆਪਾਂ ਵਾਰੇ ਆ ਤੇ ਬੜੀ ਚੜ੍ਹਦੀ ਕਲਾ ਦਾ ਉਹ ਇਤਿਹਾਸ ਰਚਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਹੀ ਟਿੱਬੀ ਤੇ ਹੀ ਜਦ ਯੁੱਧ ਹੁੰਦਾ ਹੈ ਤੇ ਉਸ ਤੋਂ ਬਾਅਦ ਅੱਗੇ ਆ ਕੇ ਰੰਗਣਾ ਦੇ ਨਾਲ ਭਾਈ ਬਚਿੱਤਰ ਸਿੰਘ ਦਾ ਮੁਕਾਬਲਾ ਹੁੰਦਾ ਹੈ। ਇਹ ਭਾਈ ਬਚਿੱਤਰ ਸਿੰਘ ਜੀ ਦੀ ਯਾਦਗਾਰ ਹੈ ਸਾਰੀ ਜਿਹੜੀ ਵੀ ਇਸ ਵਕਤ ਆਪ ਜੀ ਦੇਖ ਰਹੇ ਹੋ। ਅਸੀਂ ਕੋਟਲਾ ਨਿਹੰਗ ਖਾਂ ਪਹੁੰਚ ਗਏ ਹਾਂ ਸੰਗਤ ਜੀ। ਸ਼ਾਇਦ ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਵੀ ਆਪ ਜੀ ਨੂੰ ਇਸ ਸਥਾਨ ਤੇ ਦਰਸ਼ਨ ਕਰਵਾਏ ਸੀ। ਇਹ ਦਰਬਾਰ ਸਾਹਿਬ ਜਿਹੜਾ ਮਹਾਰਾਜ ਦਾ ਸੁਭਾਏਮਾਨ ਹੈ। ਇਹ ਸਾਰੀ ਜਗ੍ਹਾ ਜਿਹੜੀ ਤਬੇਲਾ ਸੀ ਸੰਗਤ ਜੀ ਉਸ ਵੇਲੇ ਦਾ। ਤੇ ਆਹ ਸਾਹਮਣੇ ਖੂਹ ਹੈ, ਇਤਿਹਾਸਕ ਖੂਹ ਜਿਹੜਾ ਆਪ ਜੀ ਨਜ਼ਰ ਪੈ ਰਹੀ ਹੋਏਗੀ ਇਸ ਵੇਲੇ। ਤੇ ਇਸ ਦੇ ਪਿਛਲੇ ਪਾਸੇ ਤਬੇਲੇ ਦੇ ਵਿੱਚ ਜੋ ਕਮਰਾ ਹੈ ਉੱਥੇ ਸੰਸਕਾਰ ਜਿਹੜਾ ਕੀਤਾ ਗਿਆ ਸੀ। ਸੋ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਤਬੇਲੇ ਦੇ ਵਿੱਚ ਕੀਤਾ ਗਿਆ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ 'ਚ ਕਰਕੇ ਤੇ ਸਾਰਾ ਕੀਮਤੀ ਸਮਾਨ ਤੇ ਉਹਨੂੰ ਅਗਨ ਭੇਟ ਕਰ ਦਿੱਤਾ ਸੀ। ਸੋ ਇੱਥੇ ਜਿਹੜਾ ਸੰਸਕਾਰ ਕੀਤਾ ਗਿਆ ਭਾਈ ਬਚਿੱਤਰ ਸਿੰਘ ਜੀ ਦਾ। ਤੇ ਉਸ ਸੰਸਕਾਰ ਤੋਂ ਪਹਿਲਾਂ ਦੀ ਕਹਾਣੀ ਜਿਹੜੀ ਕਿ ਇੱਕ ਪਰਦੇ ਦੇ ਪਿੱਛੇ ਲੁਕੀ ਹੋਈ ਸੀ, ਤੁਹਾਨੂੰ ਯਾਦ ਹੋਏਗਾ ਸੀ ਤੁਹਾਨੂੰ ਇਸ ਜਗ੍ਹਾ ਦੇ ਅੰਦਰੋਂ ਵੀ ਦਰਸ਼ਨ ਕਰਵਾਏ ਸੀ।
ਇੱਥੇ ਅੰਦਰ ਜਦੋਂ ਗਏ ਸੀ ਡਾਟਾਂ ਦੇਖੀਆਂ, ਕਿਉਂਕਿ ਕਿਲ੍ਹਾ ਸੀ ਕੋਟਲਾ ਨਿਹੰਗ ਖਾਨ ਦਾ ਕਿਲ੍ਹਾ ਸੀ ਉਸ ਵੇਲੇ ਦਾ, ਤੇ ਇਹਦੀ ਅੰਦਰ ਦੀ ਹਾਲਤ ਜਿਹੜੀ ਦੇਖ ਕੇ ਤੇ ਮਨ ਦੇ ਵਿੱਚੋਂ ਇੱਕ ਭਾਵਨਾ ਜੀ ਉੱਠੀ ਸੀ ਕਿ ਮਹਾਰਾਜ ਉਹਨੇ ਇੰਨੀ ਕੁਰਬਾਨੀ ਕੀਤੀ ਤੁਹਾਡੇ ਵਾਸਤੇ, ਤੇ ਉਹਦੀਆਂ ਯਾਦਗਾਰਾਂ ਖੰਡਰ ਬਣਦੀਆਂ ਜਾ ਰਹੀਆਂ ਨੇ। ਤੇ ਇੱਥੇ ਅੰਦਰ ਦੀ ਜਿਹੜੀ ਇਹਦੀ ਹਾਲਤ ਹੈ ਉਹ ਆਪ ਜੀ ਨੇ ਪਹਿਲਾਂ ਵੀ ਦੇਖੀ ਸੀ, ਹੁਣ ਵੀ ਇੱਕ ਵਾਰੀ ਝਾਤ ਮਾਰ ਲਓ, ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਅਗਲੀ ਜਿਹੜੀ ਕਹਾਣੀ ਹੈ ਉਹ ਸਾਂਝੀ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੀ ਮਿਹਰ ਕਿਰਪਾ ਹੋਈ ਆ। ਸੋ ਇਹ ਪੁਰਾਤਨ ਜਿਹੜੀ ਕਹਿ ਲਓ ਉਸ ਵੇਲੇ ਦੀ ਉਹਦੀ ਕਿਲੇ ਦੀ ਕੋਈ ਬੈਠ ਇੱਕ ਜਾਂ ਜਿਹੜਾ ਇੱਕ ਮੇਨ ਅਸਥਾਨ ਸੀਗਾ, ਇਹਦੀਆਂ ਵੇਖੋ ਦੀਵਾਰਾਂ ਕਿੱਡੀਆਂ ਚੌੜੀਆਂ ਚੌੜੀਆਂ ਨੇ, ਡਾਟਾਂ ਉੱਪਰ ਵੀ ਇੱਟਾਂ ਦੀ ਜਿਹੜੀ ਆ ਇੱਟਾਂ ਦੀ ਤੇ ਚੂਨੇ ਦੀ ਜਿਹੜੀ ਛੱਤ ਪਈ ਹੋਈ ਆ, ਪਰ ਇਹਦੀ ਹਾਲਤ ਜਿਹੜੀ ਆ ਆਪਾਂ ਦੇਖ ਹੀ ਰਹੇ ਹਾਂ ਬੜੀ ਖਸਤਾ ਹੋ ਰਹੀ ਸੀ। ਸੋ ਪਿਛਲੇ ਸਾਲ ਇਹਦੇ ਦਰਸ਼ਨ ਕਰਾਉਂਦਿਆਂ ਮਨ ਦੇ ਵਿੱਚੋਂ ਇੱਕ ਅਰਦਾਸ ਬਣ ਗਈ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਕਿਤੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਰਹਿਮਤ ਆ। ਵੇਖੋ ਆਪ ਜੀ ਵੇਖੋ ਕਿੱਡੇ ਕਿੱਡੇ ਚੌੜੀਆਂ ਇਹਦੀਆਂ ਦੀਵਾਰਾਂ ਨੇ, ਤੇ ਇੱਥੇ ਆਪਾਂ ਆਪ ਜੀ ਨੂੰ ਦਰਸ਼ਨ ਕਰਾਏ ਸੀ। ਫਿਰ ਅਸੀਂ ਨੀਚੇ ਦੀ ਜਾ ਕੇ ਪਿਛਲੇ ਪਾਸਿਓਂ ਤੁਹਾਨੂੰ ਇਸ ਕਿਲੇ ਦੀ ਜਿਹੜੀ ਕੁਛ ਬਿਲਡਿੰਗ ਬਚੀ ਉਹਦੇ ਦਰਸ਼ਨ ਕਰਾਏ ਸੀ, ਪਰ ਇੱਥੇ ਜਿੰਦਰਾ ਲੱਗਾ ਹੋਇਆ ਸੀ ਸੰਗਤ ਜੀ। ਆਪ ਜੀ ਨੂੰ ਯਾਦ ਹੋਏਗਾ ਕਿ ਅਸੀਂ ਪਿਛਲੇ ਪਾਸਿਓਂ ਤਾਂ ਦਰਸ਼ਨ ਕਰਾ ਪਾਏ ਸੀ, ਪਰ ਜਿਹੜੀ ਉਹ ਪੁਰਾਣੀ ਕਿਲੇ ਦੇ ਅੰਦਰ ਜਿਹੜੀ ਕਹਿ ਲਓ ਅੰਦਰ ਦੀ ਹਵੇਲੀ ਕਹਿ ਲਓ ਜਾਂ ਰਿਹਾਇਸ਼ ਕਹਿ ਲਓ ਨਿਹੰਗ ਖਾਨ ਹੋਰਾਂ ਦੀ, ਉਹ ਜਿਹੜੀ ਸੀ ਇੱਕ ਪਰਿਵਾਰ ਦੇ ਕੋਲ ਸੀਗੀ, ਉਹ ਨਿੱਜੀ ਕਿਸੇ ਦੀ ਮਲਕੀਅਤ ਬਣ ਚੁੱਕੀ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸਾਲ ਦੇ ਵਿੱਚ ਇਹ ਕਿਰਪਾ ਕੀਤੀ ਆ ਕਿ ਜਿਹੜੀ ਸਾਰੀ ਜਗ੍ਹਾ ਆ ਇਹ ਬੁੱਢਾ ਦਲ ਨੂੰ ਜਿਹੜੀ ਆ ਉਹ ਮਿਲ ਚੁੱਕੀ ਹੈ। ਇਹਨਾਂ ਨੇ ਉਹਨਾਂ ਦੇ ਨਾਲ ਕਿਸੇ ਢੰਗ ਦੇ ਨਾਲ ਉਹ ਜਿਹੜੇ ਪਰਿਵਾਰ ਅੱਗੋਂ ਜਿਨ੍ਹਾਂ ਦੀ ਜੱਦੀ ਜਾਇਦਾਦ ਇਹ ਬਣਦੀ ਪਈ ਸੀ, ਸੋ ਉਹਨਾਂ ਦੇ ਨਾਲ ਇਹਨਾਂ ਨੇ ਕਾਫੀ ਲੰਮੀ ਜਦੋਜਹਿਦ ਕਹਿ ਲਓ ਜਾਂ ਵਿਚਾਰਾਂ ਕਹਿ ਲਓ ਕਰਕੇ ਤੇ ਇਸ ਅਸਥਾਨ ਦੇ ਸਾਰਾ ਹੁਣ ਪ੍ਰਬੰਧ ਮਿਲ ਗਿਆ। ਸੋ ਆਓ ਆਪ ਜੀ ਨੂੰ ਕੁਝ ਬਣੀਆਂ ਹੀ ਕੀਮਤੀ ਤਸਵੀਰਾਂ ਕਹਿ ਲਈਏ, ਕੁਝ ਯਾਦਗਾਰੀ ਪਲ, ਤੇ ਆ ਵੀ ਦੇਖੋ ਇਹ ਵੀ ਕਾਫੀ ਚੌੜੀ ਦੀਵਾਰ ਹੈ ਜਿੱਦਾਂ ਆਪਾਂ ਬਾਹਰ ਦੇਖੀ, ਪਰ ਇੱਥੇ ਹੁਣ ਅੰਦਰ ਆ ਕੇ ਆਪ ਜੀ ਦੇਖੋ ਤਾਂ ਲਗਭਗ ਖਸਤਾ ਹਾਲਤ ਇਸ ਖੇਤਰ ਦੀ ਹੋ ਚੁੱਕੀ ਹੈ। ਸੋ ਇਹ ਸ਼ਤੀਰੀਆਂ ਰਹਿ ਗਈਆਂ ਉੱਤੇ ਬਾਲੇ, ਤਾਂ ਜਾਂ ਇੱਧਰ ਦੇਖੋ ਦੇਖ ਸਕਦੇ ਆਪਾਂ ਇਹ ਪੁਰਾਣੇ ਬਾਲੇ ਵਗੈਰਾ ਸੀਗੇ, ਕਿਉਂਕਿ ਕਿਸੇ ਨੇ ਕੋਈ ਗੌਰ ਨਹੀਂ ਕੀਤਾ, ਸੌਂਕ ਖਾ ਗਈ ਆ ਸਾਰਾ। ਸੋ ਇਦਾਂ ਹੀ ਇੱਥੇ ਵੀ ਪਹਿਲਾਂ ਰਿਹਾ ਹੋਏਗਾ, ਪਰ ਇਹ ਸਾਰਾ ਢਾਂਚਾ ਜਿਹੜਾ ਇਹ ਜਰਜਰ ਹੋ ਰਿਹਾ ਸੀ। ਤੇ ਇਹ ਇੱਕ ਦਰਵਾਜ਼ਾ ਹੈ ਸੰਗਤ ਜੀ, ਇਹ ਉਸ ਵੇਲੇ ਦਾ ਤਾਂ ਨਹੀਂ ਲੱਗਦਾ, ਪਰ ਇਸ ਜਗ੍ਹਾ ਦਾ ਜਿਹੜਾ ਦਰਵਾਜ਼ਾ ਸੀ ਉਹੀ ਖਟਖਟਾਇਆ ਗਿਆ ਸੀਗਾ ਇਤਿਹਾਸ ਦੇ ਵਿੱਚ। ਜਦੋਂ ਗੱਲ ਆਉਂਦੀ ਹੈ ਇਤਿਹਾਸ ਆਪਾਂ ਅੱਗੇ ਜਾ ਕੇ ਸਾਂਝਾ ਕਰਦੇ ਹਾਂ। ਸੋ ਇੱਧਰੋਂ ਤੁਹਾਨੂੰ ਦਰਵਾਜ਼ਾ ਅਸੀਂ ਦਿਖਾ ਦਿੱਤਾ, ਤੇ ਹੁਣ ਆਪਾਂ ਅੱਗੇ ਚੱਲਦੇ ਹਾਂ। ਸੋ ਇਹ ਪੁਰਾਤਨ ਜਿਹੜਾ ਕੋਟਲਾ ਨਿਹੰਗ ਖਾਨ ਦਾ ਘਰ ਕਹਿ ਲਓ, ਉਹਦੀ ਹਵੇਲੀ ਕਹਿ ਲਓ। ਸੋ ਇੱਥੇ ਗੁਰੂ ਪਾਤਸ਼ਾਹ ਪਹਿਲਾਂ ਵੀ ਆਉਂਦੇ ਰਹੇ, ਜਦੋਂ ਸਰਸਾ ਤੋਂ ਜਿਹੜਾ ਇਤਿਹਾਸ ਜਿਹੜਾ ਜੁੜਦਾ ਪਿਆ ਅੱਜ ਦੇ ਸਮੇਂ ਦਾ, ਉਸ ਤੋਂ ਇਲਾਵਾ ਵੀ ਗੁਰੂ ਸਾਹਿਬ ਪਹਿਲਾਂ ਵੀ ਇਸ ਸਥਾਨ ਦੇ ਉੱਤੇ 3 ਵਾਰੀ ਪਹਿਲਾਂ ਆਏ ਸੀ, ਉਹ ਚੌਥੀ ਵਾਰੀ ਆਏ ਸੀ। ਸੋ ਇੱਥੇ ਚੁਬਾਰਾ ਵੀ ਬਣਿਆ ਹੋਇਆ ਉੱਪਰ ਆਪਾਂ ਦੇਖ ਸਕਦੇ ਹਾਂ। ਸੋ ਉਸ ਚੁਬਾਰੇ ਦੇ ਹੇਠਾਂ ਆ ਪੁਰਾਤਨ ਹਿੱਸਾ, ਇਹਨੂੰ ਸਮੇਂ-ਸਮੇਂ ਤੇ ਜਿਵੇਂ ਵੀ ਹੁੰਦਾ ਗਿਆ। ਸੋ ਆਓ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ। ਇੱਕ ਉਸ ਵੇਲੇ ਦੀ ਬੈਠਕ ਕਹਿ ਲਓ ਜਾਂ ਕੋਈ ਖਾਸ ਸਥਾਨ ਜਿਹੜਾ ਕਿਲੇ ਦਾ ਸੀਗਾ। ਸੋ ਆ ਪੁਰਾਤਨ ਹਿੱਸਾ, ਪਰ ਇਹਦੀ ਰਿਪੇਅਰ ਹੋ ਚੁੱਕੀ ਹੈ। ਇਹਨੂੰ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਲੈਂਟਰ ਪੈ ਚੁੱਕਾ, ਪਰ ਆ ਜਿਹੜਾ ਆ ਹਿੱਸਾ ਜਿਹੜਾ ਬਚਿਆ ਪਿਆ ਉੱਪਰ ਚੁਬਾਰਾ ਹੋਣ ਕਰਕੇ ਕਹਿ ਲਈਏ ਤੇ ਜਿਵੇਂ ਵੀ ਆ। ਸੋ ਆ ਜਿਹੜਾ ਸਥਾਨ ਹੁਣ ਆਪਾਂ ਉਸ ਸਥਾਨ ਤੇ ਆ ਗਏ ਆ। ਗੁਰੂ ਪਾਤਸ਼ਾਹ ਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਇਸ ਧਰਤੀ ਤੇ ਜਦ ਵੀ ਆਉਂਦੇ ਕੋਟਲਾ ਨਿਹੰਗ ਖਾਨ ਦੇ ਇਸ ਘਰ ਦੇ ਵਿੱਚ ਆਉਂਦੇ, ਤੇ ਇਸ ਆ ਜਿਹੜਾ ਸੰਗਤ ਜੀ ਇਹ ਪਲੰਘ ਜਿਹੜਾ ਪਲੰਘ ਵੀ ਉਹੀ ਹੈ। ਸਾਨੂੰ ਹੁਣੇ ਭਾਈ ਸਾਹਿਬ ਹੋਰੀ ਦੱਸ ਰਹੇ ਸੀ, ਇਹ ਮੈਨੂੰ ਲੱਗਦਾ 9 ਫੁੱਟ ਲੰਬਾ। ਸੋ ਇਹਦੇ ਵਿੱਚ ਕੋਈ ਕਬਜ਼ਾ ਵਗੈਰਾ ਨਹੀਂ, ਇੱਕੋ ਹੀ। ਸੋ ਇਹਨੂੰ ਦੱਸਦੇ ਸੀ ਵੀ ਸਿਰਫ ਪੇਂਟ ਕੀਤਾ ਗਿਆ ਜਿਹੜਾ ਹੁਣ ਮੌਜੂਦਾ ਤੌਰ ਤੇ। ਸੋ ਇਹ ਪਲੰਘ ਜਿਸ ਦੇ ਉੱਪਰ ਗੁਰੂ ਕਲਗੀਧਰ ਪਾਤਸ਼ਾਹ ਆਣ ਕੇ ਬਿਰਾਜਦੇ ਸਨ।
ਸੋ ਇਹ ਆਪਾਂ ਦੇਖ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ। ਸੋ ਇਹ ਉਸ ਵੇਲੇ ਦੇ ਪੁਰਾਤਨ ਪਾਵੇ ਨੇ ਤੇ ਇਹ ਸਿੱਧੀ ਦੀ ਸਿੱਧਾ ਹੀ ਇੱਕੋ ਹੀ ਲਗਾਤਾਰ ਆਪਾਂ ਦੇਖ ਸਕਦੇ ਹਾਂ ਕਿ ਇਹ ਫੱਟੇ ਜਿਹੜੇ ਉੱਪਰ ਵੀ ਆਪਾਂ ਕਹਿ ਸਕਦੇ ਹਾਂ ਇਹ ਲੰਬੇ ਦੇ ਲੰਬੇ ਆ। ਸੋ ਆਪਾਂ ਹੋਰ ਜਾਣਕਾਰੀ ਭਾਈ ਸਾਹਿਬ ਹੋਰਾਂ ਕੋਲ ਪਾਸੋਂ ਹਾਸਲ ਕਰਦੇ ਹਾਂ। ਤੇ ਵੱਡੀ ਗੱਲ ਸੰਗਤ ਜੀ ਹੈ ਕਿ ਮਹਾਰਾਜ ਜੀ ਜਿਸ ਪਲੰਘ ਤੇ ਬਿਰਾਜਮਾਨ ਹੁੰਦੇ ਸਨ ਤੇ ਜਦੋਂ ਇੱਥੇ ਆਏ ਨੇ, ਪਹਿਲਾਂ ਮਹਾਰਾਜ ਜੀ ਪਹਿਲਾਂ ਆ ਜਾਂਦੇ ਨੇ ਤੇ ਮਹਾਰਾਜ ਇਸ ਪਲੰਘ ਤੇ ਬਿਰਾਜਮਾਨ ਸਨ। ਅਜੇ ਕੁਝ ਵਿਚਾਰਾਂ ਚੱਲ ਹੀ ਰਹੀਆਂ ਸਨ ਕਿ ਭਾਈ ਅਜੀਤ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਆਉਂਦੇ ਨੇ ਤੇ ਉਹਨਾਂ ਦੇ ਨਾਲ ਭਾਈ ਬਚਿੱਤਰ ਸਿੰਘ ਨੇ ਬੜੀ ਜ਼ਖਮੀ ਹਾਲਤ ਦੇ ਵਿੱਚ। ਤੇ ਉਹ ਸਾਰੀ ਜਦੋਂ ਗੱਲ ਹੋ ਰਹੀ ਹੈ, ਵਿਚਾਰ ਹੋ ਰਹੀ ਹੈ ਤੇ ਮਹਾਰਾਜ ਜੀ ਆਪ ਇਸ ਪਲੰਘ ਤੋਂ ਉੱਠਦੇ ਤੇ ਭਾਈ ਸਾਹਿਬ ਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਇੱਥੇ ਲਿਟਾ ਦਿਓ। ਤੇ ਫਿਰ ਉਹ ਕਿਉਂਕਿ ਕਾਲੀ ਦੇ ਬਚਨ ਸੀ ਕਿ ਉਹਨਾਂ ਦੀ ਡਿਊਟੀ ਲਾਈ ਵੀ ਹੁਣ ਅਸੀਂ ਚੱਲੇ ਹਾਂ, ਇਹਨਾਂ ਨੂੰ ਹੁਣ ਸਾਡਾ ਰੂਪ ਜਾਣ ਕੇ ਇਹਨਾਂ ਦੀ ਸੇਵਾ ਸੰਭਾਲ ਕਰਿਓ ਤੇ ਮਹਾਰਾਜ ਜੀ ਚਲੇ ਜਾਂਦੇ ਨੇ। ਸੋ ਇਹੀ ਕਮਰਾ ਸੰਗਤ ਜੀ ਆ ਪਿੱਛੇ ਜਿਹੜਾ ਦਰਵਾਜ਼ਾ ਜਿਹੜਾ ਦਰਵਾਜ਼ਾ ਆਪ ਜੀ ਨੂੰ ਦਰਸਾ ਰਹੇ ਸੀ ਨਾ ਪਹਿਲਾਂ, ਸੋ ਇਹ ਦਰਵਾਜ਼ਾ ਜਿਹੜਾ ਆਪਾਂ ਦੂਸਰੇ ਪਾਸੇ ਆਪ ਜੀ ਨੂੰ ਦਰਸਾਇਆ ਸੀ, ਸੋ ਇਹ ਦਰਵਾਜ਼ਾ ਸੀ ਜਿਹੜਾ ਖਟਖਟਾਇਆ ਗਿਆ। ਸੋ ਬੀਬੀ ਮੁਮਤਾਜ਼ ਜੀ ਜੋ ਕਿ ਪੁੱਤਰੀ ਨਿਹੰਗ ਖਾਨ ਜੀ ਦੀ ਪੁੱਤਰੀ ਬੀਬੀ ਮੁਮਤਾਜ਼ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਖੇਡਾਂ ਨੇ। ਵੇਖੋ ਜਿੱਥੇ ਔਰੰਗਜ਼ੇਬ ਵਰਗੇ ਨੀਚ ਲੋਕ ਸੀਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਲਾ ਲਈ ਹੈ ਜਾਂ ਹੋਰ ਕਿੰਨਾ ਕੁਛ ਜਾਂ ਸਾਰਾ ਕੁਝ ਵਾਪਰਿਆ, ਉਹਦਾ ਇੱਕ ਧੁਰਾ ਤਾਂ ਉਹੀ ਸੀ ਹਨਾ। ਪਾਪੀ ਵੀ ਬੜੇ ਸੀ, ਗੰਗੂ ਵਰਗੇ ਪਾਪੀ ਵੀ ਸੀ, ਪਰ ਕੋਟਲਾ ਨਿਹੰਗ ਖਾਨ ਵਰਗੇ ਸ਼ਰਧਾਲੂ ਵੀ ਸੀ ਤੇ ਇੱਕ ਧੀ ਵੀ ਸੀ ਉਹਨਾਂ ਦੀ ਬੀਬੀ ਮੁਮਤਾਜ਼ ਵਰਗੀ। ਸੋ ਬੀਬੀ ਮੁਮਤਾਜ਼ ਅੰਦਰ ਕਿਉਂਕਿ ਬਹੁਤ ਜ਼ਖਮੀ ਹਾਲਤ, ਜਿਹਨੂੰ ਆਪਾਂ ਕਹਿ ਸਕਦੇ ਹਾਂ ਅੱਜ ਦੀ ਭਾਸ਼ਾ 'ਚ ਕਹੀਏ ਵੈਰੀ ਕ੍ਰਿਟੀਕਲ ਸਟੇਜ ਸੀਗੀ ਉਸ ਵੇਲੇ। ਤੇ ਉਹ ਜੋ ਵੀ ਉਸ ਵੇਲੇ ਕਹਿ ਲਓ ਕਿਤੇ ਕੋਈ ਜ਼ਖਮਾਂ ਤੇ ਕੋਈ ਹਲਦੀ ਲਾ ਰਹੇ ਹੋਣਗੇ ਜਾਂ ਜੋ ਵੀ ਸੇਵਾ ਕਰ ਰਹੇ ਹੋਣਗੇ ਕਿਉਂਕਿ ਸਵਾਸ ਔਖੇ ਸੀ ਉਸ ਵੇਲੇ ਦੇ। ਤੇ ਪਰ ਕਿਉਂਕਿ ਪਿੱਛੋਂ ਕਿਸੇ ਨੇ ਫਿਰ ਸੂਹ ਮਾਰਤੀ, ਕਮੀਨੇ ਲੋਕ ਹਰ ਜਗ੍ਹਾ ਹੁੰਦੇ ਨੇ ਹਾਂਜੀ, ਉਹ ਕਿਸੇ ਨੇ ਸੂਹ ਦੇ ਦਿੱਤੀ ਵੀ ਕੋਟਲਾ ਨਿਹੰਗ ਖਾਨ ਦੇ ਘਰ ਸਿੰਘ ਆਏ ਨੇ। ਸੋ ਸਾਰੀ ਜਦੋਂ ਤਲਾਸ਼ੀ ਲਈ ਤੇ ਜਦੋਂ ਇਹ ਦਰਵਾਜ਼ਾ ਜਿਹੜਾ ਆਪਾਂ ਹੁਣੇ ਆਪ ਜੀ ਨੂੰ ਦਰਸਾ ਰਹੇ ਸੀ, ਇਸ ਦਰਵਾਜ਼ੇ ਨੂੰ ਜਦੋਂ ਖਟਖਟਾਉਣ ਲੱਗੇ ਤੇ ਉਹ ਜਿਹੜਾ ਆਇਆ ਸੀਗਾ ਦਰੋਗਾ ਕਹਿੰਦਾ ਵੀ ਇਹ ਦਰਵਾਜ਼ਾ ਖੁਲਾਓ। ਉਹ ਕਹਿੰਦਾ ਜੇ ਹੁਣੇ ਖੁਲਾ ਦਿੰਨੇ ਪਰ ਇਹਦੇ ਅੰਦਰ ਮੇਰਾ ਧੀ ਦਮਾਦ ਹੈ। ਸੰਗਤ ਜੀ ਵੇਖੋ ਜ਼ੁਬਾਨ ਦਾ ਮੁੱਲ ਕਹਿ ਲਈਏ ਇਸ ਚੀਜ਼ ਨੂੰ, ਵੈਸੇ ਉਹ ਸਮਝਾਉਣਾ ਬੜਾ ਔਖਾ ਹੈ ਕਿ ਕੀ ਕਹਿੰਦੇ ਇਸ ਕਮਰੇ 'ਚ ਮੇਰਾ ਧੀ ਦਮਾਦ ਹੈ। ਉਹ ਦਰੋਗਾ ਵੀ ਕਿਤੇ ਚੰਗਾ ਸੀ, ਉਹ ਕਹਿੰਦਾ ਵੀ ਚਲੋ ਸਾਨੂੰ ਮਾਫੀ ਦਿਓ ਅਸੀਂ ਚੱਲਦੇ ਹਾਂ। ਉਹਨੇ ਦਰਵਾਜ਼ਾ ਨਹੀਂ ਖੁਲਾਇਆ। ਅੰਦਰ ਸੇਵਾ ਕਰਦੇ ਕਰਦੇ ਭਾਈ ਬਚਿੱਤਰ ਸਿੰਘ ਜੀ ਸਰੀਰ ਤਿਆਗ ਜਾਂਦੇ ਨੇ, ਸ਼ਹੀਦੀ ਨੂੰ ਪ੍ਰਾਪਤ ਹੁੰਦੇ ਨੇ ਤੇ ਇੱਥੇ ਹੀ ਜੋ ਸੇਵਾ ਹੋਈ ਸੀ ਫਿਰ ਇਸ ਤੋਂ ਬਾਅਦ ਉੱਧਰ ਜਾ ਕੇ ਸੰਸਕਾਰ ਹੁੰਦਾ ਜਿਹੜਾ ਆਪਾਂ ਆਪ ਜੀ ਨੂੰ ਦਰਸਾਇਆ ਉੱਥੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਉਹ ਤਬੇਲੇ ਦੇ ਵਿੱਚ ਜਾ ਕੇ ਭਾਈ ਬਚਿੱਤਰ ਸਿੰਘ ਦਾ ਰਾਤੋਂ ਰਾਤ ਸੰਸਕਾਰ ਕਰਦੇ ਨੇ। ਪਰ ਜਦੋਂ ਉਸ ਤੋਂ ਬਾਅਦ ਫਿਰ ਇਤਿਹਾਸ ਜਿਹੜਾ ਇੱਕ ਬੜਾ ਹੀ ਕੀਮਤੀ ਇਤਿਹਾਸ ਸਾਡੇ ਸਾਹਮਣੇ ਆਉਂਦਾ ਸੰਗਤ ਜੀ ਕਿ ਜਦੋਂ ਬੀਬੀ ਜੀ ਦੀ ਮੰਗਣੀ ਹੋਈ ਸੀ ਉਸ ਵੇਲੇ ਤੇ ਜਦੋਂ ਰਿਸ਼ਤੇ ਦੀ ਗੱਲ ਚੱਲੀ ਤੇ ਬੀਬੀ ਜੀ ਕਹਿੰਦੇ ਵੀ ਅੱਬਾ ਜਾਨ ਤੁਸੀਂ ਭੁੱਲ ਗਏ, ਤੁਸੀਂ ਤਾਂ ਦਮਾਦ ਚੁਣ ਲਿਆ ਸੀ। ਕਿਉਂ ਭਾਈ ਸਾਹਿਬ ਜੀ, ਇਦਾਂ ਹੀ ਆ ਨਾ ਵੀ ਤੁਸੀਂ ਤਾਂ ਦਮਾਦ ਕਿਸੇ ਹੋਰ ਨੂੰ ਚੁਣ ਲਿਆ ਸੀ, ਤੁਸੀਂ ਚੁਣ ਲਿਆ ਸੀਗਾ ਤੇ ਮੈਂ ਤਾਂ ਹੁਣ ਉਹਦੀ ਆ, ਹੁਣ ਮੇਰੇ ਨਾਲ ਰਿਸ਼ਤੇ ਦੀ ਗੱਲ ਨਾ ਕਰੋ। ਹਾਂਜੀ ਆ ਬਾਬਾ ਜੀ ਪਾਸ, ਬਾਬਾ ਜੀ ਇੱਥੇ ਕੋਲੇ ਹੀ ਆ ਜਾਓ। ਹਾਂ ਇੱਥੇ ਦਰਸ਼ਨ ਨਾਲੇ ਕਰਦੀ ਸੰਗਤ। ਸੋ ਵੇਖੋ ਕਿ ਸਮਾਂ ਕੈਸਾ ਸੀਗਾ ਕਿ ਕੈਸੇ ਲੋਕ ਕੈਸੇ ਧਰਮੀ ਲੋਕ ਸੀ। ਧੀ ਕਿੱਡੀ ਵੱਡੀ ਸੀ ਕਿ ਮਾਂ ਦੇ ਬਾਪ ਦੇ ਇੱਕ ਬਚਨ ਦੇ ਉੱਤੇ ਹਨਾ। ਅੱਜ ਤਾਂ ਬਾਗੀ ਹੋਣ ਨੂੰ 1 ਮਿੰਟ ਨਹੀਂ ਲਾਉਂਦੇ। ਉਹ ਧੀ ਨੇ ਵੇਖੋ ਵੀ ਤੁਸੀਂ ਤਾਂ ਕਹਿਤਾ ਸੀ ਮੇਰਾ ਧੀ ਦਮਾਦ ਅੰਦਰ। ਹਾਂਜੀ ਉਹਨਾਂ ਨੇ ਜਦੋਂ ਕਿਹਾ ਵੀ ਤੁਸੀਂ ਧੀ ਦਮਾਦ ਪਿਆ ਨਾ ਸਾਡਾ, ਤੇ ਬਾਅਦ ਦੇ ਵਿੱਚ ਨਿਹੰਗ ਖਾਨ ਕਹਿੰਦੇ ਕਿ ਬੇਟਾ ਤੇਰੀ ਸ਼ਾਦੀ ਕਰ ਦਿੰਦੇ ਆ।
ਉਹ ਕਹਿੰਦੀ ਵੀ ਪਿਤਾ ਸ੍ਰੀ ਜੀ ਸ਼ਾਦੀ ਮੇਰੀ ਉਸੇ ਦਿਨ ਹੋ ਗਈ ਸੀ ਜਿਸ ਦਿਨ ਤੁਸੀਂ ਬਚਨ ਕੀਤਾ ਸੀਗਾ। ਕਿ ਭਾਈ ਬਚਿੱਤਰ ਸਿੰਘ ਦੀ ਪੱਟੀ ਕਾਟਦੇ ਸੀ ਸ਼ਹੀਦ ਸੀ ਬਾਬਾ ਬਚਿੱਤਰ ਸਿੰਘ। ਕਹਿੰਦੇ ਕਿ 22 ਫੱਟ ਲੱਗੇ ਸੀ, ਕੋਮਾ ਵਿੱਚ ਵੀ ਦੱਸਦੇ ਕਿ ਉਹਨਾਂ ਨੂੰ ਆਪਣੇ ਆਪ ਦਾ ਸੁੱਝ ਹੀ ਨਹੀਂ ਸੀ ਕਿ ਕਿੱਥੇ ਪਏ ਆ। ਤਕਰੀਬਨ ਕੋਮਾ ਵਿੱਚ ਚਲੇ ਗਏ ਸੀ ਕਿ ਸਾਰੇ ਕਿਲੇ ਨੂੰ ਛਾਣਬੀਣ ਕਰ ਦਿੰਦੇ ਆ। ਛਾਣਬੀਣ ਕਰਕੇ ਜਦੋਂ ਆਹੀ ਇੱਕ ਕਮਰਾ ਜਿਸੇ ਤੇ ਆਪਾਂ ਇਸ ਟਾਈਮ ਦਰਸ਼ਨ ਕਰਦੇ ਆ, ਬਾਹਰ ਆ ਕੇ ਜਿੱਦਾਂ ਦਰੋਗਾ ਤੁਸੀਂ ਦੱਸਿਆ ਪੁਲਿਸ ਵਾਲੇ ਬਾਹਰ ਖੜ ਜਾਂਦੇ ਆ ਕਿ ਨਿਹੰਗ ਖਾਨ ਵੀ ਸਾਰੇ ਕਿਲੇ ਦੀ ਤਲਾਸ਼ੀ ਹੋ ਗਈ। ਸਾਨੂੰ ਵਿਸ਼ਵਾਸ ਹੋ ਗਿਆ ਕਿ ਆਹ ਇੱਕ ਕਮਰਾ ਆ, ਇਹ ਕਮਰੇ ਨੂੰ ਖਿਲਾ। ਜਦੋਂ ਖਿਲਾਉਣ ਦੀ ਵਾਰੀ ਆਈ ਨਿਹੰਗ ਖਾਨ ਕਹਿੰਦਾ ਕਿ ਭਾਈ ਇੱਥੇ ਮੇਰਾ ਧੀ ਜਵਾਈ ਪਿਆ ਆ। ਜਦੋਂ ਇੰਨੀ ਗੱਲ ਕਹੀ ਉਹ ਕਹਿੰਦਾ ਨਿਹੰਗ ਨੂੰ ਕਹਿਣ ਲੱਗੇ, ਨਿਹੰਗ ਖਾਨ ਨੂੰ ਪੁਲਿਸ ਵਾਲੇ ਕਹਿੰਦੇ ਕਿ ਤੂੰ ਐਂ ਕਰ ਕਿ ਆਪਣੀ ਲੜਕੀ ਨੂੰ ਆਵਾਜ਼ ਮਾਰ ਅਗਰ ਤੇਰੀ ਲੜਕੀ ਅੰਦਰ ਹੈ। ਆਵਾਜ਼ ਮਾਰੀ ਗਈ। ਜਦੋਂ ਆਵਾਜ਼ ਮਾਰੀ ਬੀਬੀ ਆਪਣਾ ਮਮਤਾਜ ਕੌਰ ਨੇ ਫਿਰ ਇਹ ਕੁੰਡਾ ਖੋਲ੍ਹਿਆ। ਕਹਿੰਦੇ ਮੂੰਹ ਜਿਹਾ ਬਾਹਰ ਕੱਢ ਕੇ ਕਿਹਾ ਕਿ ਹਾਂ ਪਿਤਾ ਸ੍ਰੀ ਦੱਸੋ। ਕਹਿੰਦੇ ਕਿ ਮਹਿਮਾਨ ਕੀ ਕਰਦੇ ਆ ਬੇਟਾ? ਉਹ ਕਹਿੰਦੇ ਕਿ ਮਹਿਮਾਨ ਆਰਾਮ ਫਰਮਾ ਰਹੇ ਆ। ਕਿ 10ਵੇਂ ਪਾਤਸ਼ਾਹ ਨਾਲ ਫਿਰ ਇਹ ਬੀਬੀ ਨੂੰ ਕਿਰਪਾਨ ਦਿੱਤੀ। ਜਿਹੜੀ ਕਿਰਪਾਨ ਦਿੱਤੀ ਮਹਾਰਾਜ ਨੇ ਕਹਿੰਦੇ ਕਿ ਭਾਈ ਤੂੰ ਇਹਦੀ ਸੇਵਾ ਕਰ ਬਚਿੱਤਰ ਦੀ, ਕਿਉਂ ਜੇ ਤਾਂ ਠੀਕ ਹੋ ਗਏ ਸਾਡੇ ਪਿੱਛੇ ਵਾਪਸ ਆ ਜਾਣਗੇ, ਅਗਰ ਨਹੀਂ ਠੀਕ ਹੋਏ ਤਾਂ ਇਹਨਾਂ ਦਾ ਗੁਰਸਿੱਖੀ ਮੁਤਾਬਕ ਸੰਸਕਾਰ ਕਰ ਦੇਣਾ। ਕਹਿੰਦੇ ਕਿ 7-8 ਪੋਹ ਨੂੰ ਫਿਰ ਬਾਅਦ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਲ ਗਏ ਬਾਬਾ ਬਚਿੱਤਰ ਸਿੰਘ ਨੂੰ ਛੱਡ ਕੇ, ਕਹਿੰਦੇ ਕਿ ਕਈ ਕਹਿੰਦੇ ਕਿ 7-8 ਪੋਹ ਨੂੰ ਉਹਨਾਂ ਨੇ ਸਰੀਰ ਤਿਆਗਤਾ। ਜਦੋਂ ਸਰੀਰ ਤਿਆਗ ਦਿੱਤਾ ਫਿਰ ਸਿੱਖੀ ਮੁਤਾਬਕ ਉਹਨਾਂ ਦਾ ਕਹਿੰਦੇ ਇੱਥੇ ਸੰਸਕਾਰ ਕਰ ਦਿੱਤਾ। ਬਾਬਾ ਬਚਿੱਤਰ ਸਿੰਘ ਜੀ ਦਾ ਸੰਸਕਾਰ ਕਰ ਦਿੱਤਾ। ਤੇ ਮਹਾਰਾਜ ਨੇ ਫਿਰ ਕਿਰਪਾਨ ਦਿੱਤੀ ਸੀ ਬੀਬੀ ਮਮਤਾਜ ਕੌਰ ਨੂੰ ਕਿ ਜਦੋਂ ਤੁਹਾਡਾ ਮਨ ਉੱਠੇ ਤੁਸੀਂ ਇਹਦੇ ਵਿੱਚ ਦਰਸ਼ਨ ਕਰ ਲੈਣਾ। ਤੇ ਕਿਰਪਾਨ ਕਹਿੰਦੇ ਕਿ ਹੁਣੇ ਹੀ ਥੋੜਾ ਸਮਾਂ ਹੋਇਆ, ਕਿਰਪਾਨ ਉਹ ਹਜੇ ਵੀ ਪਈ ਆ, ਉਹ ਪੱਠਾ ਸਾਹਿਬ ਪਈ ਆ, ਕਿਰਪਾਨ ਪਈ ਆ, ਕਟਾਰ ਪਈ ਆ ਮਹਾਰਾਜ ਦੀ ਜੋ ਦਿੱਤੀ ਸੀਗੀ ਬੀਬੀ ਮਮਤਾਜ ਕੌਰ ਨੂੰ ਸੇਵਾ ਕਰਨ ਵਾਸਤੇ। 10ਵੇਂ ਪਾਤਸ਼ਾਹ ਇਸ ਸਥਾਨ ਤੇ 4 ਵਾਰੀ ਆ ਗਏ। ਭਗਾਣੀ ਦਾ ਜਦੋਂ ਜਿੱਤਿਆ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ ਪਨਾਹ ਮੰਗੀ, ਇੱਥੇ ਅਸੀਂ ਆਰਾਮ ਕਰਨਾ ਹੈ ਪੱਠੇ ਤੇ। ਮਜ਼ਦੂਰਾਂ ਨੇ ਕਿਹਾ ਕਿ ਪੱਠੇ ਤੇ ਚੜ੍ਹ ਜਾਓ। ਕਹਿੰਦੇ ਜਦੋਂ ਪੱਠੇ ਦੇ ਮਹਾਰਾਜ ਨੇ ਘੋੜੇ ਨੀਲੇ ਨੂੰ ਕਿਹਾ ਚੜਿਆ ਤਾਂ ਪੱਠਾ ਠੰਡਾ ਹੋ ਗਿਆ। ਠੰਡਾ ਹੋਣ ਤੇ ਫਿਰ ਇਸ ਮੁਸਲਮਾਨ ਸ਼ਮਸ ਖਾਨ ਮੁਸਲਮਾਨ ਨੂੰ ਪਤਾ ਲੱਗਿਆ, ਭੱਜਿਆ ਗਿਆ ਕਿ ਬਹੁਤ ਮੇਰੇ ਮਜ਼ਦੂਰਾਂ ਨਾਲ ਮਾੜੀ ਗੱਲ ਕੀਤੀ, ਮਹਾਰਾਜ ਨੂੰ ਮਖੌਲ ਕਰਤਾ। ਫਿਰ ਮਹਾਰਾਜ ਦੀ ਸੇਵਾ ਲਿਆਂਦੀ ਕੀਤੀ, ਇੱਥੇ ਸੇਵਾ ਕੀਤੀ ਸ਼ਮਸ ਖਾਨ ਨੇ। ਸੇਵਾ ਕਰਕੇ ਫਿਰ ਮਹਾਰਾਜ ਇੱਥੋਂ ਚਲੇ ਗਏ। ਦੂਜੀ ਵਾਰੀ ਮਹਾਰਾਜ ਨਿਹੰਗ ਖਾਨ ਦੀ ਜੋ ਮੰਗਣੀ ਹੁੰਦੀ ਹੈ, ਮੰਗਣੀ ਤੇ ਦੂਜੀ ਵਾਰੀ ਆਏ ਕੁਰੂਕਸ਼ੇਤਰ ਗਏ ਮਹਾਰਾਜ, ਤੀਜੀ ਵਾਰੀ ਆਏ। ਜਦੋਂ ਚੌਥੀ ਵਾਰੀ ਪਰਿਵਾਰ ਵਿਛੋੜਾ ਵਿਛੜਦਾ ਹੈ ਬਾਬਾ ਬਚਿੱਤਰ ਸਿੰਘ ਨੂੰ ਮਿਲਣ ਵਾਸਤੇ, ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ ਦੇ ਵਿੱਚ 4 ਵਾਰੀ ਆ ਚੁੱਕੇ ਹਨ। 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਕਿਲੇ ਤੋਂ 52 ਰਾਜੇ ਛੁਡਾ ਕੇ, ਜਦੋਂ 52 ਰਾਜੇ ਛੁਡਾ ਕੇ ਲੈ ਕੇ ਆਏ ਇੱਥੇ ਤੇ ਇਹਨਾਂ ਪਰਿਵਾਰ ਨਾਲ ਮਹਾਰਾਜ ਨੂੰ ਰੋਕਿਆ, ਸੇਵਾ ਕੀਤੀ। ਇੱਕ ਰਾਤ 52 ਰਾਜੇ 6ਵੇਂ ਪਾਤਸ਼ਾਹ ਸਮੇਤ ਇਸ ਕਿਲੇ ਵਿੱਚ, ਇਹਨੂੰ ਹਮੇਲੀ ਕਹਿੰਦੇ ਸੀ, ਹਮੇਲੀ ਦੇ ਵਿੱਚ ਇੱਕ ਰਾਤ ਕੀਤੀ। ਜਦੋਂ ਇਸ਼ਨਾਨ ਪਾਣੀ ਕਰਨ ਲੱਗੇ 6ਵੇਂ ਪਾਤਸ਼ਾਹ ਸਵੇਰੇ ਜੋ ਤੁਸੀਂ ਖੂਹ ਦੇਖਦੇ ਆ ਤੇ ਉਸ ਤੇ ਜਦੋਂ ਇਸ਼ਨਾਨ ਪਾਣੀ ਕਰਨ ਲੱਗੇ ਸਾਰਾ ਪਰਿਵਾਰ ਅੰਮ੍ਰਿਤ ਵੇਲੇ ਮਹਾਰਾਜ ਦੇ 6ਵੇਂ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਚਰਨਾਂ 'ਚ ਅਰਦਾਸ ਕੀਤੀ, ਹੇ ਮਹਾਰਾਜ ਅਸੀਂ 84 ਪਿੰਡਾਂ ਦੇ ਮਾਲਕ ਹਾਂ, ਸਾਡੇ ਔਲਾਦ ਨਹੀਂ ਹੈ। 6ਵੇਂ ਪਾਤਸ਼ਾਹ ਨੇ ਬਚਨ ਕੀਤੇ ਕਿ ਹਾਂ ਭਾਈ ਤੁਹਾਡੇ 2 ਪੁੱਤਰ ਹੋਣਗੇ। ਕਹਿੰਦੇ ਨੇ ਸਮਾਂ ਪੈ ਕੇ ਪਹਿਲਾ ਪੁੱਤਰ ਹੋਇਆ। 40 ਦਿਨ ਦਾ ਜਦੋਂ ਹੋਊਗਾ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਹਿੰਦੇ ਸੀ। ਕੀਰਤਪੁਰ ਸਾਹਿਬ ਇਸ ਸਾਰੇ ਪਰਿਵਾਰ ਨਾਲ ਜਦੋਂ 40 ਦਿਨ ਦਾ ਬੱਚਾ ਪਹਿਲਾ ਹੋਇਆ ਮਹਾਰਾਜ ਦੇ ਅੱਗੇ ਲਟਾ ਦਿੱਤਾ। ਮਹਾਰਾਜ ਨੇ ਇੱਕ ਸ੍ਰੀ ਸਾਹਿਬ ਸਰਪਾਓ ਅੱਜ ਦਿੱਤੀ, ਇੱਕ ਛੋਟਾ ਜਿਹਾ ਉਹਨਾਂ ਨੂੰ ਚੋਲਾ ਪਹਿਨਾਇਆ। ਖਾਨ ਮੈਨੇ ਮੁਸਲਮਾਨ ਚੋਲੇ ਮੈਂ ਜਦੇ ਪਹਿਨਨੇ ਅਸੀਂ ਫਿਰ ਨਿਹੰਗ ਬਣ ਜਾਂਦੇ ਆ। ਮਹਾਰਾਣਾ ਇਸ ਪਿੰਡ ਦਾ ਨਾਂ ਸੀਗਾ ਕੋਟ ਪਠਾਣਾ। ਮਹਾਰਾਣਾ ਬੱਚੇ ਨੂੰ ਗੋਦੀ ਵਿੱਚ ਰੱਖ ਲੈ ਕੇ ਮਹਾਰਾਣਾ 84 ਪਿੰਡਾਂ ਦਾ ਮਾਲਕ ਤਾਂ ਪਹਿਲਾਂ ਹੀ ਸੀਗਾ ਹੀ। ਮਹਾਰਾਣਾ ਫਿਰ ਕਿਰਪਾ ਕੀਤੀ ਇਹਨਾਂ ਤੇ। ਮਹਾਰਾਣਾ ਬਹੁਤ ਹੀ ਕਿਰਪਾ ਕਰਕੇ ਇਸ ਬੱਚੇ ਨੂੰ ਫਿਰ ਕੋਟ ਪਠਾਣਾ ਤੋਂ ਨਿਹੰਗ ਖਾਨ, ਕੋਟਲਾ ਨਿਹੰਗ ਖਾਨ ਜੋ ਕਿ ਅੱਜ ਵੀ ਆਪ ਜਾਣਦੇ ਹਾਂ। ਪਹਿਲਾਂ
ਕੋਟ ਪਠਾਣਾ ਪਿੰਡ ਸੀ। ਗੋਦੀ ਵਿੱਚ ਚੱਕ ਕੇ ਨਿਹੰਗ ਖਾਨ ਨੂੰ ਮਹਾਰਾਣਾ ਨਿਹੰਗ ਖਾਨ ਦੇ ਨਾਂ ਤੇ ਕੋਟਲਾ ਦਾ ਨਾਮ ਰੱਖ ਦਿੱਤਾ। ਨੌਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਸੀਸ ਦੇਣ, ਮਹਾਰਾਜ ਇੱਕ ਰਾਤ ਇਸ ਕਿਲੇ ਵਿੱਚ ਕੱਟ ਕੇ ਗਏ ਹਨ। ਨੌਵੇਂ ਪਾਤਸ਼ਾਹ ਵੀ ਇਸ ਕਿਲੇ ਦੇ ਵਿੱਚ ਇੱਕ ਰਾਤ ਕੱਟ ਕੇ ਗਏ ਆ। 5 ਪਾਤਸ਼ਾਹੀਆਂ ਇਸ ਕਿਲੇ ਦੇ ਵਿੱਚ ਆ ਚੁੱਕੀਆਂ ਹਨ। ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇੱਥੇ ਆਉਣ ਦੀ ਕਿਰਪਾਲਤਾ ਕਰੋ। ਇਹਦੀ ਜੋ ਅੱਜ ਸੇਵਾ ਸੰਭਾਲ ਹੈ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਦੇ ਹਿੱਸੇ ਵਿੱਚ ਸੇਵਾ ਆਈ ਆ। ਅੱਜ ਇਹ ਜੋ ਕਿ ਸੇਵਾ ਬਾਬਾ ਬਲਬੀਰ ਸਿੰਘ ਕਰਵਾ ਰਹੇ ਹਨ। ਸੰਗਤ ਜੀ ਅਸੀਂ ਵੀ ਇਹੀ ਬੇਨਤੀ ਕੀਤੀ ਆ ਮਹਾਂਪੁਰਖਾਂ ਨੂੰ, ਜਿਹੜੀ ਦਿੱਖ ਦੇਖਦੇ ਆ ਇਹੀ ਦਿੱਖ ਦੇਣੀ ਹੈ, ਇਹਨੂੰ ਸਵਾਰਿਆ ਜਾਊਗਾ, ਢਾਣ ਦੀ ਕੋਈ ਕੁਛ ਨਹੀਂ ਕਰਨੀ। ਕਿਉਂ ਸੰਗਤ ਦੀ ਆਵਾਜ਼ ਇਹੀ ਆ, ਸਾਡੀ ਵੀ ਇਹੀ ਆਵਾਜ਼ ਆ, ਕਿਉਂਕਿ ਸਾਡੀ ਆਉਣ ਦੀ ਜੋ ਪੀੜ੍ਹੀ ਹੈ ਉਹਨਾਂ ਨੂੰ ਇਹੀ ਇੱਕ ਦਿੱਖ ਦਿਖਾਈ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਲੱਗੇ। ਕਿਉਂ ਗੁਰੂ ਪੀਰਾਂ ਦਾ ਆਪਾਂ ਬਹੁਤ ਕੁਰਬਾਨੀਆਂ ਕੀਤੀਆਂ ਹੈ, ਜੋ ਸਰਹੰਦੀ ਇੱਟਾਂ ਦੇਖਣ ਨੂੰ ਸਾਡੇ ਅੱਜ ਬੱਚੇ ਵੀ ਤਰਸਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਹੋਰਾਂ ਨੇ ਸਾਨੂੰ ਇਤਿਹਾਸ ਸਰਵਣ ਕਰਾਇਆ। ਕੁਝ ਤਸਵੀਰਾਂ, ਕਿਉਂਕਿ ਜਿਹੜੀ ਇਹ ਸਾਰੀ ਬਿਲਡਿੰਗ ਆ ਕਹਿ ਲਓ ਜਾਂ ਇਹ ਕਮਰਾ ਜਿਹੜਾ ਖਾਸ ਤੌਰ ਤੇ ਇਹੀ ਬਚਿਆ ਲਗਭਗ ਇਸ ਖੇਤਰ 'ਚੋਂ ਇਹੀ ਕਮਰਾ ਬਚਿਆ, ਕਿਉਂਕਿ ਇਹਦੇ ਉੱਪਰ ਚੁਬਾਰਾ ਉੱਪਰਲਾ ਕਮਰਾ ਹੋਣ ਕਰਕੇ ਵੀ ਸਿੱਧਾ ਇਹਦੇ ਤੇ ਪਾਣੀ ਪੂਣੀ ਨਹੀਂ ਪੈਂਦਾ ਰਿਹਾ। ਪਰ ਆਪਾਂ ਇੱਥੇ ਦੇਖ ਸਕਦੇ ਕਿ ਦੀਵਾਰਾਂ ਇਹਦੀਆਂ ਵੀ ਤਰੇੜਾਂ ਆ ਚੁੱਕੀਆਂ ਨੇ ਕਾਫੀ। ਸੋ ਇਹ ਫੌਰੀ ਮੈਂ ਸਮਝਦਾ ਇੱਕ ਧਿਆਨ ਮੰਗਦੀ ਪਈ ਆ ਇਮਾਰਤ ਕੌਮ ਦਾ। ਸੋ ਬਾਬਾ ਬਲਵੀਰ ਸਿੰਘ ਹੋਰਾਂ ਦੇ ਨਾਲ ਅਸੀਂ ਵੀ ਜਾ ਕੇ ਗੱਲਬਾਤ ਕਰਾਂਗੇ। ਪਰ ਮੈਂ ਸਮਝਦਾ ਕਿ ਜਿੱਦਾਂ ਭਾਈ ਸਾਹਿਬ ਹੋਰਾਂ ਨੇ ਸਾਂਝ ਕੀਤੀ ਹੈ ਕਿ ਆਪਾਂ ਸਾਰੇ ਇਹਨੂੰ ਇਸੇ ਰੂਪ ਦੇ ਵਿੱਚ ਸੰਭਾਲੀਏ। ਇੱਧਰ ਵੀ ਦੇਖੋ ਤਰੇੜ ਹੈ, ਇੱਧਰ ਵੀ ਅੱਗੇ ਆ ਕੇ ਜੇ ਕੈਮਰੇ ਦੀ ਨਿਗਾਹ ਦੇ ਨਾਲ ਦੇਖਾਂਗੇ ਤੇ ਆਪ ਪਿਛਲੀ ਦੀਵਾਰ ਤੇ ਇਸ ਦੀਵਾਰ ਦੇ ਵਿੱਚ ਵੀ ਇਹ ਜਿਹੜੀ ਕਾਫੀ ਇੱਕ ਤਰੇੜ ਆਈ ਹੋਈ ਹੈ। ਸੋ ਇਹ ਚੀਜ਼ਾਂ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲ ਬੜਾ ਹੀ ਇੱਕ ਕੀਮਤੀ ਖਜ਼ਾਨਾ ਹੀ ਕਹਿ ਲਈਏ ਕਿ ਇਹ ਸਾਡੇ ਕੋਲ ਮੌਜੂਦ ਹੈ। ਇਹ ਮਹਾਰਾਜ ਦਾ ਉਹ ਪਲੰਘ ਹੈ, ਹਾਂਜੀ, ਇੰਨਾ ਵੱਡਾ ਵਿਸ਼ਾਲ। ਸੋ ਇਹਦੇ ਪਲੰਘ ਦੇ ਬਾਰੇ ਦੱਸ ਦੇ ਜੀ, ਇਹ ਕਦੋਂ ਹੋਣੀ ਇਹਨੂੰ ਪੇਂਟ ਪੂੰਟ ਕਰਵਾਇਆ ਜੀ? ਇਹ ਹੈ ਤਾਂ ਜੀ ਪ੍ਰਾਂਤਨਾ ਕੁਝ ਖਸਤਾ ਮਤਲਬ ਠੀਕ ਨਹੀਂ ਸੀਗੀ, ਇਹਦੇ ਕਰਕੇ ਇਸ ਨੂੰ ਰੰਗ ਰੋਗਨ ਕਰਾ ਕੇ ਬਹੁਤ ਹੀ ਪਿਆਰ ਦੇ ਨਾਲ ਰੱਖਿਆ ਜਾਂਦਾ, ਕਿਉਂਕਿ ਇਹੀ ਦੱਸਦੇ ਆ ਕਿ ਇਹੀ ਜੋ ਪਲੰਘ ਹੈ ਜੋ ਮਹਾਰਾਜ ਜੀ ਵਿਰਾਜਮਾਨ ਹੁੰਦੇ ਸੀਗੇ ਇਸ ਪਲੰਘ ਤੇ, ਇਹ ਬਹੁਤ ਸਦੀਆਂ ਹੀ ਪੁਰਾਣਾ ਪਲੰਘ ਹੈ ਜੀ, ਇਹ ਵੀ ਪੁਰਾਤਨ ਹੈ। ਸੋ ਇਹ ਕਰੀਬ ਮੈਨੂੰ ਲੱਗਦਾ ਸ਼ਾਇਦ 9 ਫੁੱਟ ਹੋਏਗਾ ਜੀ। ਹਾਂਜੀ 9 ਫੁੱਟ ਹੈਗਾ ਜੀ। ਪਹਿਲਾਂ ਮੁਸਲਮਾਨ 9 ਫੁੱਟ ਹੁੰਦੇ ਸੀਗੇ, ਉਸ ਕਰਕੇ ਉਹਨਾਂ ਨੇ ਪਲੰਘ ਆਪਣੇ ਹਿਸਾਬ ਦੇ ਨਾਲ ਹੀ ਬਣਾਇਆ। ਕੋਈ ਲੰਬਾਈ ਦੇ ਹਿਸਾਬ ਨਾਲ 9-9 ਫੁੱਟ ਦੇ ਸਾਡੇ ਮੁਸਲਮਾਨ ਭਾਈ ਹੁੰਦੇ ਸੀਗੇ। ਬਿਲਕੁਲ ਇਹ 9 ਫੁੱਟ ਦਾ ਪਲੰਘ ਤੇ ਇਹ ਪੁਰਾਣਾ ਸਾਡਾ ਸਾਰਾ ਕੁਛ ਇਹਦੇ 'ਚ ਵਾਇਰਿੰਗ ਵਗੈਰਾ ਕੁਛ ਬਾਅਦ 'ਚ ਹੋਈ ਹੋਏਗੀ, ਪਰ ਜਿਹੜਾ ਅਸਲੀ ਸਰੂਪ ਕਹਿ ਲਈਏ ਇਹਦਾ ਜਾਂ ਸਾਰਾ ਅਸਲੀ ਜੋ ਆ ਬਾਲੇ ਆ ਉਹਦੇ ਉੱਤੇ ਬਾਂਸ ਦੀਆਂ ਛੜੀਆਂ ਪਾ ਕੇ ਤੇ ਉੱਪਰ ਜਿਹੜੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਕਿ ਸਾਨੂੰ ਇਤਿਹਾਸਕ ਪੱਖ ਤੋਂ ਬਹੁਤ ਇੱਕ ਵਧੀਆ ਅਮੀਰ ਕਰਦੀਆਂ ਨੇ ਤੇ ਇਹਨਾਂ ਦੀ ਹੋਰ ਵੀ ਆਉਣ ਵਾਲੇ ਸਮੇਂ 'ਚ ਸਾਂਭ ਸੰਭਾਲ ਜਿਹੜੀ ਆ ਕੀਤੀ ਜਾਏਗੀ। ਤੇ ਬੀਬੀ ਮੁਮਤਾਜ਼ ਜੀ ਦਾ ਜਿਹੜਾ ਉਹਨਾਂ ਦਾ ਇੱਕ ਬੰਦਗੀ ਸਥਾਨ ਵੀ ਬਣਾਇਆ ਗਿਆ ਮਹਾਂਪੁਰਖਾਂ ਵੱਲੋਂ। ਹਾਂਜੀ, ਉਹ ਪਰਖਾਲੀ ਦੇ ਕੋਲ ਆ ਬੜੀ ਸਾਹਿਬ ਆ ਜੀ। ਇਹਨਾਂ ਦਾ ਮਨ ਉੱਠਿਆ ਸੀਗਾ, ਕਹਿੰਦੇ ਜਦੋਂ ਮਨ ਉੱਠਿਆ ਫਿਰ ਇਹਨਾਂ ਨੇ ਉੱਥੇ ਇਹਨੂੰ ਕਿਲ੍ਹਾ ਹੀ ਬਣਾਇਆ ਜੀ, ਕਿਉਂ ਇਹ ਬਹੁਤ ਹੀ ਧਨਾੜ ਸੀਗੇ। ਇਹ ਜੋ ਮਹਾਰਾਜ ਦੀ ਕਿਰਪਾ ਸੀ, ਬਖਸ਼ਿਸ਼ ਸੀ, ਮਹਾਰਾਜ ਨਾਲ ਜੁੜੇ ਹੋਏ ਸੀਗੇ। ਬੀਬੀ ਮੁਮਤਾਜ਼ ਕੌਰ ਦਾ ਜਦੋਂ ਮਨ ਉੱਠਦਾ ਇਕਾਂਤ ਜਗ੍ਹਾ ਨੂੰ, ਫਿਰ ਉਹਨਾਂ ਨੇ ਪਰਖਾਲੀ ਨਾਲ ਬੜੀ ਸਾਹਿਬ ਇਹਨਾਂ ਨੂੰ ਕਿਲ੍ਹਾ ਬਣਾ ਕੇ ਦਿੱਤਾ ਭਗਤੀ ਕਰਨੇ ਨੂੰ। ਕਹਿੰਦੇ ਨੇ 110 ਸਾਲ ਭਗਤੀ ਕੀਤੀ। ਮਾਤਾ ਦੀ ਉਮਰ ਸਾਰੀ ਦੱਸਦੇ ਕਿ 131 ਸਾਲ ਦੀ ਉਮਰ ਮਾਤਾ ਨਾਲ ਬਤੀਤ ਕੀਤੀ ਆ। ਤੇ ਕੁਛ ਇਹ ਖੁਦਾਈ ਹੋਈ ਸੀਗੀ, ਕਹਿੰਦੇ ਥੋੜ੍ਹੀ ਜਿਹੀ ਇੱਥੇ ਪਿਛਲੇ ਪਾਸੇ ਜਦੋਂ ਖੁਦਾਈ ਕੀਤੀ ਆ ਉਦੋਂ ਸ਼ਾਸਤਰ ਕੁਛ ਨਿਕਲਿਆ, ਉਹ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ। ਇੱਕ ਇਹ ਚੀਜ਼ ਨਿਕਲੀ ਖੁਦਾਈ ਜਦੋਂ ਕੀਤੀ ਆ, ਪੁਰਾਤਨ ਹਾਂਜੀ ਪੁਰਾਤਨ ਗੜਬਾ ਨਿਕਲਿਆ ਜਦੋਂ ਖੁਦਾਈ ਕੀਤੀ ਆ। ਥੱਲਿਓਂ ਇੱਕ ਇਹ ਨਿਕਲਿਆ, ਇੱਕ ਇਹ ਆਪਣਾ ਵਰਛਾ ਨਿਕਲਿਆ, ਇੱਕ ਇਹ ਵਰਛਾ ਨਿਕਲਿਆ ਥੱਲਿਓਂ ਖੁਦਾਈ ਕੀਤੀ, ਇੱਕ ਇਹ ਚੀਜ਼, ਦੋ ਚੀਜ਼ਾਂ ਥੱਲਿਓਂ ਪ੍ਰਾਪਤ ਹੋਈਆਂ। ਜੀ ਜੀ। ਸੋ ਇਸ ਢੰਗ ਦੇ ਨਾਲ ਇਹ ਚੀਜ਼ਾਂ ਖੁਦਾਈ ਚੋਂ ਪ੍ਰਾਪਤ ਹੋਈਆਂ। ਪਰ ਵੱਡੀ ਗੱਲ ਸਾਡੇ ਵਾਸਤੇ ਹੈ ਕਿ ਹਾਂਜੀ ਇਹ ਕੀ ਹੈ ਜੀ? ਅੱਛਾ ਜੀ, ਅੱਛਾ ਕੱਚਾ ਸਿਰ ਪੁਰਾਤਨ ਵੱਟਾ। ਹਾਂਜੀ ਹਾਂਜੀ, ਇਹ ਪੁਰਾਣਾ ਵੱਟਾ ਜਿਹਨੂੰ ਆਪਾਂ ਸ਼ੇਰ ਬੋਲਦੇ ਸੀ ਨਾ। ਹਾਂਜੀ, ਇਹ ਕੱਚਾ ਸ਼ੇਰ ਹੈ ਜੀ।
ਇਹ ਕੱਚਾ ਸੇਰ ਪੁਰਾਣਾ ਸਾਡਾ ਤੋਲ ਦਾ ਜਿਹੜਾ ਵੱਟਾ ਹੁੰਦਾ ਸੀ, ਸੋ ਇੱਥੋਂ ਪ੍ਰਾਪਤ ਹੋਇਆ। ਸੋ ਵੱਡੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਸਿਦਕ, ਇੱਕ ਜਜ਼ਬਾ, ਤੇ ਇੱਥੇ ਗੁਰੂ ਹਰਿ ਸਾਹਿਬ ਜੀ ਦੀ ਸਪੁੱਤਰੀ ਬੀਬੀ ਰੂਪ ਕੌਰ ਜੀ, ਉਹ ਵੀ ਉੱਥੇ ਆਉਂਦੇ ਰਹੇ। ਉਹਨਾਂ ਦੇ ਨਾਲ ਬਹੁਤ ਪ੍ਰੇਮ ਸੀਗਾ ਬੀਬੀ ਮੁਮਤਾਜ਼ ਜੀ ਦਾ। ਸੋ ਗੁਰੂ ਘਰ ਦੇ ਨਾਲ ਬੜਾ ਇਹਨਾਂ ਦਾ ਸਨੇਹ ਰਿਹਾ। ਇੱਕ ਚੰਦਨ ਦੀ ਚੌਂਕੀ ਜਿਹੜੀ ਹੈ ਉਹ ਗੁਰੂ ਹਰਿ ਸਾਹਿਬ ਜੀ ਦੀ ਸਪੁੱਤਰੀ ਬੀਬੀ ਰੂਪ ਕੌਰ ਜੀ ਨੇ ਭੇਟ ਕੀਤੀ ਸੀ ਇਹਨਾਂ ਨੂੰ। ਉਹ ਪਹਿਲਾਂ ਇੱਥੇ ਮੌਜੂਦ ਰਹੀ ਹੈ। ਕੋਈ ਪੁਰਾਣੇ ਜਿਹੜੇ ਦਸਤਾਵੇਜ਼ ਨੇ ਉਹਨਾਂ ਦੇ ਵਿੱਚ ਉਹ ਪ੍ਰਾਪਤ ਹੈ, ਉਹ ਚੀਜ਼ ਨਜ਼ਰ ਆਉਂਦੀ। ਪਰ 47 ਦੇ ਵਿੱਚ ਜਦੋਂ ਵੰਡ ਹੋਈ ਹੈ ਉਸ ਤੋਂ ਬਾਅਦ ਉਹ ਚੀਜ਼ ਦਾ ਪਤਾ ਨਹੀਂ ਲੱਗਿਆ, ਅੱਗੇ ਪਿੱਛੇ ਹੋ ਗਈ। ਸੋ ਇਹ ਬੜਾ ਹੀ ਇੱਕ ਕੀਮਤੀ ਮਤਲਬ ਇਹਦੇ ਲਫ਼ਜ਼ਾਂ 'ਚ ਵੀ ਕੀਮਤ ਬਿਆਨ ਕਰਨੀ ਔਖੀ ਹੈ ਕਿ ਜਿਸ ਸਥਾਨ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ 4 ਵਾਰ ਆਪ ਬਰਾਜੇ ਹੋਣ, ਮੈਂ ਸਮਝਦਾ ਇਹ ਪਲੰਗ ਵੀ ਉਹ ਵਡਭਾਗੀ ਹੈ ਕਿ ਜਿਹਦੇ ਉੱਤੇ ਮਹਾਰਾਜ ਜੀ ਬਰਾਜਦੇ ਸਨ। ਤੇ ਗੁਰੂ ਸਾਹਿਬ ਦਾ ਆਪਣੇ ਸਿੱਖਾਂ ਪ੍ਰਤੀ ਜਿਹੜਾ ਪਿਆਰ ਉਹ ਕਿੱਡਾ ਵੱਡਾ ਕਿ ਆਪ ਉੱਠੇ ਤੇ ਭਾਈ ਬਚਿੱਤਰ ਸਿੰਘ ਨੂੰ ਇਸ ਤੇ ਲਿਟਾ ਦਿੱਤਾ। ਤੇ ਇਸ ਪਲੰਗ ਦੇ ਉੱਤੇ ਹੀ ਭਾਈ ਬਚਿੱਤਰ ਸਿੰਘ ਜੀ ਨੇ ਆਪਣਾ ਗੁਰਪੁਰੀ ਪਿਆਨਾ ਕੀਤਾ। ਸੋ ਇਤਿਹਾਸਕ ਪੱਖੋਂ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਾਡਾ ਇਤਿਹਾਸ ਆ ਕੁਰਬਾਨੀਆਂ ਦਾ, ਜਜ਼ਬੇ ਦਾ, ਉਹ ਇਹ ਸਾਡੇ ਵਾਸਤੇ ਇਹ ਸਥਾਨ ਸਜਦੇ ਦੇ ਵਾਸਤੇ ਸਾਨੂੰ ਸਤਿਗੁਰਾਂ ਨੇ ਦੇ ਦਿੱਤਾ। ਪਿਛਲੇ ਸਾਲ ਮਨ ਵਿੱਚ ਤੜਫ ਸੀ, ਅਰਦਾਸ ਹੋਈ ਹੈ, ਐਰਕਾਂ ਸਤਿਗੁਰਾਂ ਨੇ ਸਾਨੂੰ ਦਰਸ਼ਨ ਕਰਾਤੇ। ਹੁਣ ਮੈਨੂੰ ਲੱਗਦਾ ਕਿ ਸੰਗਤ ਆਪ ਹੀ ਇਹਨਾਂ ਸਥਾਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਅੱਗੋਂ ਕਰਕੇ ਇਹਨਾਂ ਨੂੰ ਇਸੇ ਰੂਪ ਸੰਭਾਲੇਗੀ। ਸੋ ਆਪ ਜੀ ਨੇ ਵੀ ਵਡਭਾਗੀ ਉਹ ਦਰਸ਼ਨ ਕੀਤੇ ਨੇ। ਆਓ ਨਮਸਕਾਰ ਕਰ ਲਈਏ ਇਸ ਸਥਾਨ ਦੇ ਉੱਤੇ। ਫਿਰ ਇਸ ਪਲੰਗ ਨੂੰ ਵੀ ਨਮਸਕਾਰ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸੋ ਸਤਿਗੁਰਾਂ ਨੇ ਸਾਡੀ ਝੋਲੀ ਇਹ ਸਥਾਨ ਪਾਉਣਾ ਸੀ, ਇਹਦੇ ਉੱਪਰ ਚੁਬਾਰਾ ਸਾਹਿਬ ਹੋਣ ਕਰਕੇ ਤੇ ਇਹ ਬਚ ਗਿਆ। ਬਾਕੀ ਸਾਰਾ ਆਪਾਂ ਦੇਖਿਆ ਹੀ ਹੈ, ਸਾਰੇ ਕਿਲੇ ਦੇ ਜਿੰਨੇ ਕਮਰੇ ਨੇ ਉਹ ਸਾਰੇ ਖੰਡਰ ਰੂਪ ਦੇ ਵਿੱਚ ਨੇ। ਪਰ ਇਹਨੂੰ ਹੁਣ ਅੱਗੋਂ ਸਾਂਭਣ ਦੇ ਵਾਸਤੇ ਜਿਹੜੀ ਚਾਰਾਜੋਈ ਉਹ ਸਤਿਗੁਰ ਸੱਚੇ ਪਾਤਸ਼ਾਹ ਕਰਵਾਉਣਗੇ। ਇਸ ਵਕਤ ਆਪ ਜੀ ਦੇਖ ਰਹੇ ਹੋ ਸੰਗਤ ਜੀ ਕਿ ਜਿਸ ਦੇ ਹੇਠਾਂ ਉਹ ਕਮਰਾ ਹੈ, ਉਹ ਬੈਠਕ ਹੈ, ਜਿੱਥੇ ਹੁਣ ਪ੍ਰਕਾਸ਼ ਹੈ ਮਹਾਰਾਜ ਜੀਆਂ ਦਾ। ਸੋ ਆਪ ਜੀ ਦੇਖ ਸਕਦੇ ਹੋ ਕਿ ਇਹ ਉੱਪਰ ਮੈਂ ਸਮਝਦਾ ਹੈ ਹੋਣ ਕਰਕੇ ਕਮਰਾ ਚੁਬਾਰਾ ਹੋਣ ਕਰਕੇ, ਵੈਸੇ ਤਾਂ ਇਹ ਦੁਬਾਰਾ ਲੱਗਦਾ ਇਹਦੇ ਵਾਲੇ ਬੁੱਲੇ ਪਾਏ ਆ, ਗੈਡਰ ਪਾਤੇ ਸੀ, ਪਰ ਹੇਠਾਂ ਵਾਲਾ ਜਿਹੜਾ ਨੈਚੁਰਲ ਜਿਹੜਾ ਸਾਨੂੰ ਪੁਰਾਤਨ ਜਿਹੜਾ ਮਿਲ ਗਿਆ ਉਹ ਇੱਕ ਬਹੁਤ ਵੱਡੀ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ। ਸੋ ਇਸ ਨਗਰ ਦਾ ਕੋਟਲਾ ਨਿਹੰਗ ਖਾਨ ਦਾ ਇੱਕ ਦ੍ਰਿਸ਼ ਆਪਾਂ ਇਸ ਵਕਤ ਇੱਥੇ ਗੁਰਦੁਆਰਾ ਸਾਹਿਬ ਤੇ ਇਹ ਘਰ, ਇਹ ਚੁਬਾਰਾ ਜਿੱਥੇ ਇਸ ਵਕਤ ਅਸੀਂ ਖੜੇ ਹਾਂ। ਸੋ ਮੈਂ ਸਮਝਦਾ ਇਤਿਹਾਸਕ ਪੱਖ ਤੋਂ ਬਿਲਕੁਲ ਰੋਪੜ ਦੇ ਨਾਲ ਲੱਗਦਾ ਇਹ ਸਥਾਨ ਹੈ। ਬੜਾ ਅਮੀਰ ਇਤਿਹਾਸ ਦੇ ਪੱਖ ਤੋਂ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ। ਸੋ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ, ਦਸਮ ਪਾਤਸ਼ਾਹ 4 ਵਾਰੀ ਇਸ ਸਥਾਨ ਤੇ ਆਏ ਨੇ। ਸੋ ਇਸ ਮਹਾਨ ਪਵਿੱਤਰ ਧਰਤੀ ਨੂੰ ਸਜਦਾ ਤੇ ਇਸ ਧਰਤੀ ਦੀ ਜਿਹੜੀ ਸਾਂਭ ਸੰਭਾਲ ਹੈ ਹੁਣ ਪੰਥ ਨੂੰ ਪ੍ਰਾਪਤ ਹੋਈ ਹੈ ਨਿੱਜੀ ਹੱਥਾਂ 'ਚੋਂ ਆ ਕੇ। ਸੋ ਇਸ ਗੱਲ ਦੀ ਵਧਾਈ ਵੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ਼ੁਕਰਾਨਾ ਤੇ ਆਪ ਜੀ ਨੇ ਇੱਥੋਂ ਦੇ ਦਰਸ਼ਨ ਦਿਦਾਰੇ ਕੀਤੇ ਨੇ। ਤੇ ਬਾਹਰੋਂ ਬਾਹਰ ਹੁਣ ਪਿਛਲੀ ਵਾਰੀ ਆਏ ਸੀ, ਸਾਨੂੰ ਇੱਥੇ ਅੰਦਰ ਨਹੀਂ ਸੀ ਕਿਸੇ ਨੇ ਆਉਣ ਦਿੱਤਾ ਵੀ ਕੋਰਟ ਕੇਸ ਆ, ਇਹ ਹੈ ਉਹ ਹੈ, ਪਰ ਐਰਕਾ ਮਹਾਰਾਜ ਨੇ ਕਿਰਪਾ ਕੀਤੀ, ਅੰਦਰ ਆ ਕੇ ਆਪ ਜੀ ਨੂੰ ਸਾਰੇ ਦਰਸ਼ਨ ਕਰਾ ਪਾਏ ਆ। ਸੋ ਸਤਿਗੁਰੂ ਕਿਰਪਾ ਕਰਨ, ਇਹ ਇਤਿਹਾਸਕ ਚੀਜ਼ਾਂ ਜਿੰਨੀਆਂ ਕਿ ਸਾਡੇ ਕੋਲ ਹੁਣ ਬਚੀਆਂ ਨੇ ਉਹਨਾਂ ਨੂੰ ਆਪਾਂ ਸਾਂਭ ਲਈਏ, ਤਾਂ ਕਿ ਆਉਂਦੇ ਸਮੇਂ ਤੱਕ ਇਹ ਚੀਜ਼ਾਂ ਸਾਨੂੰ ਸਤਿਗੁਰਾਂ ਦੀ ਉਹ ਸਾਰੀ ਯਾਦ ਤੇ ਉਹ ਜਿਹੜੀ ਇਹਨਾਂ ਸਥਾਨਾਂ 'ਚ ਜਿਹੜੀ ਸ਼ਕਤੀ ਸਮੋਈ ਹੋਈ ਹੈ, ਜਿਹੜਾ ਇਹਨਾਂ ਸਥਾਨਾਂ ਦਾ ਔਰਾ, ਜਿਨ੍ਹਾਂ ਨੇ ਗੁਰੂ ਦਾ ਔਰਾ ਮਾਣਿਆ ਸੀ, ਅੱਜ ਉਹਨਾਂ ਦਾ ਔਰਾ ਮਾਣ ਲਈਏ। ਸੋ ਇਹ ਬੜਾ ਇੱਕ ਕਰਮਾਂ ਭਾਗਾਂ ਵਾਲਾ ਸਮਾਂ ਹੈ, ਕਰਮਾਂ ਭਾਗਾਂ ਵਾਲੀ ਜਗ੍ਹਾ ਹੈ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ। ਸੋ ਇਸ ਅਸਥਾਨ ਦੀ ਸੇਵਾ ਕਿਵੇਂ ਪ੍ਰਾਪਤ ਹੋਈ ਜਾਂ ਕਿਵੇਂ ਸਤਿਗੁਰਾਂ ਨੇ ਬਖਸ਼ਿਸ਼ ਵਰਤਾਈ ਹੈ। ਸੋ ਸਾਡੇ ਨਾਲ ਬਾਬਾ ਤੇਜਾ ਸਿੰਘ ਜੀ ਨੇ, ਜਿਨ੍ਹਾਂ ਦੀ ਸੇਵਾ ਇੱਥੇ ਲੱਗੀ ਹੈ। ਇਹਨਾਂ ਦੇ ਕੋਲ ਹੋਰ ਵੀ ਸਥਾਨਾਂ ਦੀ ਸੇਵਾ ਜਥੇਦਾਰੀ ਪਹਿਲਾਂ ਹੀ ਸੀ। ਸੋ ਬਾਬਾ ਬਲਵੀਰ ਸਿੰਘ ਜੀ ਨੇ ਇਹਨਾਂ ਦੀ ਸੇਵਾ ਇਸ ਸਥਾਨ ਤੇ ਲਗਾਈ ਹੋਈ ਹੈ। ਸੋ ਇਹਨਾਂ ਪਾਸੋਂ ਕੋਈ ਬਚਨ ਬਲਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸੰਗਤ ਚੈਨਲ ਇੰਗਲੈਂਡ ਦੇ ਮਾਧਿਅਮ ਰਾਹੀਂ ਅਸੀਂ ਆਪ ਜੀ ਨੂੰ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਵਾਹਿਗੁਰੂ ਦੀ ਬੜੀ ਅਪਾਰ ਕਿਰਪਾ ਹੋਈ ਹੈ, ਕਿਉਂਕਿ 70 ਸਾਲ ਤੋਂ
ਇਹ ਕਿਲਾ ਵਿਵਾਦਾਂ 'ਚ ਚੱਲਿਆ ਆ ਰਿਹਾ ਸੀਗਾ। ਔਰ 1986 ਵਿੱਚ ਸਾਡੇ ਵੱਡੇ ਮਹਾਂਪੁਰਖ 96 ਕਰੋੜੀ ਬਾਬਾ ਸੰਤਾ ਸਿੰਘ ਜੀ 13ਵੇਂ ਜਥੇਦਾਰ ਬੁੱਢਾ ਦਲ ਦੇ, ਉਹਨਾਂ ਨਾਲ ਦਾਸ ਆਇਆ ਸੀ। ਉਦੋਂ ਬਨਾਲਾ ਸਰਕਾਰ ਸੀ। ਉਦੋਂ ਵੀ ਸਾਨੂੰ ਇਹਨਾਂ ਨੇ ਅੰਦਰ ਨਹੀਂ ਬਣ ਦਿੱਤਾ। ਸਾਡੇ ਤੋਂ 150-200 ਬੰਦਾ ਪੁਲਿਸ ਦਾ ਲਾ ਦਿੱਤਾ। ਥੋੜ੍ਹੀ ਜਗ੍ਹਾ ਦੇ ਕੇ ਸਾਨੂੰ ਟਾਲ ਦਿੱਤਾ ਗਿਆ ਅਤੇ ਬਾਬਾ ਜੀ ਕਹਿੰਦੇ ਚਲੋ ਕੋਈ ਸਮਾਂ ਆਵੇਗਾ। ਫਿਰ ਅੱਜ ਕਿਰਪਾ ਹੋਈ ਹੈ, ਇਹ 27 ਅਪ੍ਰੈਲ ਇਸੇ 2022 ਤੋਂ ਸਾਨੂੰ ਇਹਦੀ ਸੇਵਾ ਮਿਲੀ ਹੈ। ਔਰ ਸਾਡੇ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ, ਉਹਨਾਂ ਦੇ ਯਤਨਾਂ ਦੇ ਸਦਕਾ ਇਹ ਸਾਡੇ ਕੋਲ ਸੇਵਾ ਆਈ ਹੈ। ਸੋ ਸੰਗਤਾਂ ਦਾ ਵੀ ਬਹੁਤ ਸੰਯੋਗ ਹੈ, ਕਿਉਂਕਿ ਸੰਗਤਾਂ ਦਾ ਵੀ 70 ਸਾਲ ਤੋਂ ਇਹਦਾ ਵਿਵਾਦ ਚੱਲ ਰਿਹਾ ਸੀਗਾ। 70 ਸਾਲ ਤੋਂ ਹੀ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਸੀਗੀਆਂ ਅਤੇ ਸੰਗਤ ਦਾ ਵੀ ਬਹੁਤ ਹੀ ਸਹਿਯੋਗ ਰੱਖ ਲਓ ਜਾਂ ਉਹਨਾਂ ਦੀ ਜੋ ਅਰਦਾਸਾਂ ਉਹਨਾਂ ਨੂੰ ਇਹ ਫਲ ਲੱਗਿਆ ਹੈ। ਸੋ ਅਸੀਂ ਵੀ ਪਿਛਲੇ ਸਾਲ ਆਏ ਸੀ ਬਾਬਾ ਜੀ, ਬੜੇ ਮਨ 'ਚ ਨਾ ਇੱਕ ਜਿੱਦਾਂ ਹੌਕਾ ਜਿਹਾ ਨਿਕਲ ਜਾਂਦਾ ਵੀ ਇਹ ਵੀ ਇੱਦਾਂ ਹੀ ਖੁੱਸ ਜਾਏਗਾ ਸਾਡੇ ਹੱਥੋਂ, ਜਦੋਂ ਬੜਾ ਕੁਛ ਸਾਡੇ ਹੱਥੋਂ ਖੁੱਸ ਗਿਆ ਅਤੇ ਖੰਡਰ ਬਣਦਾ ਜਾ ਰਿਹਾ। ਵੇਖੋ ਉਹ ਸਮਾਂ ਕਿੱਡਾ ਬੜਾ ਬਿਖੜਾ ਸਮਾਂ ਸੀ, ਹੈ ਨਾ। ਉਹ ਕੀ ਕਹਿੰਦੇ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਸੋ ਜਦੋਂ ਬਾਜੀ ਪੁੱਠੀ ਪਈ ਹੋਈ ਸੀ ਉਸ ਵੇਲੇ ਉਹ ਮਰਦ ਸੂਰਮਾ ਨਿਹੰਗ ਖਾਨ ਜਿਹੜਾ ਉਹ ਡਟਿਆ ਹੈ। ਚਾਹੇ ਉਹ ਗੁਰੂ ਸਾਹਿਬ ਦੇ ਵਰ ਦੇ ਨਾਲ ਹੀ ਕਹਿ ਲਓ, ਪਰ ਉਹਦਾ ਜਨਮ ਹੁੰਦਾ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ, ਪਰ ਉਹਨੇ ਆਪਣਾ ਸਿੱਖੀ ਸਿਦਕ ਨਿਭਾਇਆ ਜੀ। ਹਾਂਜੀ, ਸੋ ਇਹ ਵਿਰਲੇ ਹੀ ਸੰਸਾਰ 'ਤੇ ਹੁੰਦੇ ਹਨ, ਜਿੱਦਾਂ ਭੀਖਮ ਸ਼ਾਹ ਜੀ, ਹਾਂਜੀ, ਅਤੇ ਇੱਕ ਆਪਾਂ ਇਤਿਹਾਸ ਵਿੱਚ ਭਗਾਣੀ ਦੇ ਯੁੱਧ ਦੇ ਵਿੱਚ ਜਿਹੜੇ ਪੀਰ ਬੁੱਧੂ ਸ਼ਾਹ ਜੀ, ਇੱਦਾਂ ਦੇ ਵਿਰਲੇ ਮਹਾਂਪੁਰਖ ਹਨ ਜਿਨ੍ਹਾਂ ਦੇ ਇਹ ਸੇਵਾ ਆਈ ਹੈ। ਸੋ ਇਸ ਤਰ੍ਹਾਂ ਹੀ ਇਹ ਨਿਹੰਗ ਖਾਨ ਜੀ, ਜਿਨ੍ਹਾਂ ਨੇ ਦੇਖੋ ਗੈਰ ਬਰਾਦਰੀ ਦੇ ਹੁੰਦਿਆਂ ਹੋਇਆਂ ਵੀ ਉਹਨੇ ਆਪਣੀ ਬੇਟੀ ਨੂੰ ਅਤੇ ਧੀ ਜਵਾਈ ਦਾ ਬਾਬਾ ਬਚਿੱਤਰ ਸਿੰਘ ਜੀ ਨੂੰ ਕਹਿ ਦਿੱਤਾ ਹੈ ਜੀ। ਇਹ ਥੋੜ੍ਹੀ ਛੋਟੀ ਗੱਲ ਥੋੜ੍ਹਾ ਹੈ, ਇਹ ਬਹੁਤ ਵੱਡੀ ਗੱਲ ਸੀਗੀ। ਸੋ ਮੇਰੇ ਮਨ 'ਚ ਹੁਣੇ ਅੰਦਰ ਜਦੋਂ ਉੱਥੇ ਕਰਾ ਰਿਹਾ ਸੀ ਸੰਗਤ ਨੂੰ ਦਰਸ਼ਨ, ਕਿ ਉਹ ਕਿੱਡਾ ਵਧੀਆ ਸਮਾਂ ਸੀ ਕਿ ਬਾਪੂ ਦੇ ਮੂੰਹ 'ਚੋਂ ਇੱਕ ਲਫ਼ਜ਼ ਨਿਕਲਿਆ ਅਤੇ ਬੀਬੀ ਨੇ ਸਾਰਾ ਜੀਵਨ ਉਹਦੇ 'ਤੇ ਬਿਤਾ ਦਿੱਤਾ। ਉਹ ਤਾਂ ਸ਼ਹੀਦ ਹੋ ਗਏ ਸੀਗੇ, ਹੈ ਨਾ, ਉਹ ਤਾਂ ਸ਼ਹੀਦ ਹੋ ਗਏ। ਅਤੇ ਉਸ ਚੀਜ਼ ਨੂੰ ਲੈ ਕੇ ਵੀ ਹਾਂ ਤੁਸੀਂ ਇੱਕ ਵਾਰੀ, ਤੁਹਾਡੇ ਮੂੰਹ 'ਚੋਂ ਤੁਸੀਂ ਉਹਨੂੰ ਦਮਾਦ ਚੁਣ ਲਿਆ ਸੀ ਭਾਈ ਬਚਿੱਤਰ ਸਿੰਘ ਨੂੰ ਇੱਕ ਵਾਰੀ, ਅਤੇ ਮੇਰਾ ਤਾਂ ਫਿਰ ਮੈਂ ਤਾਂ ਹੁਣ ਉਹਦੀ ਵਿਧਵਾ ਬਣ ਕੇ ਰਹਿ ਲਾਂਗੀ, ਮੈਂ ਹੋਰ ਵਿਆਹ ਨਹੀਂ ਕਰਾਉਣਾ। ਇਹ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਜੀ। ਹਾਂਜੀ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਨਾ ਸਤੀਆਂ ਦੱਸਿਆ, ਇਹ ਵੀ ਇੱਕ ਸਤੀ ਹੋਈ ਹੈ ਜੀ। ਹਾਂਜੀ, ਤਾਂ ਜਿਸ ਤਰ੍ਹਾਂ ਕਹਿੰਦੇ ਨੇ ਵੀ ਸਤੀਆਂ ਇਹ ਨਾ ਆਖੀਏ ਜੋ ਮੜੀਆਂ ਲੱਗ ਜਲਨ, ਹੈਂ ਸਤੀਆਂ ਸਹੀ ਨਾਨਕਾ ਜੋ ਬਿਰਹੋ ਚੋਟ ਮਰਨ। ਉਹ ਸਾਰੀ ਹੀ ਉਮਰ ਬਿਰਹੋ ਦੀ ਚੋਟ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। 130-32 ਸਾਲ ਦੀ ਉਮਰ ਹੋਈ ਉਹਨਾਂ ਦੀ। 20 ਸਾਲ ਦੀ ਉਮਰ ਦੇ ਵਿੱਚ ਇਹ ਜੋ ਭਾਣਾ ਸੀਗਾ ਇੱਥੇ ਹੋਇਆ, ਔਰ 110 ਸਾਲ 12 ਸਾਲ ਲਗਭਗ ਉਹਨਾਂ ਨੇ ਤਪ ਹੀ ਕੀਤਾ, ਤਪੱਸਿਆ ਹੀ ਬਿਰਹੋਂ ਦੀ ਚੋਟ ਦੇ ਵਿੱਚ ਹੀ ਉਹ ਆਪਣਾ ਜੀਵਨ ਬਤੀਤ ਕਰਕੇ ਗਏ ਹਨ। ਧੰਨ ਹਨ, ਅਸੀਂ ਉਹਨਾਂ ਨੂੰ ਧੰਨ ਉਹ ਸਤੀ ਕਹਿੰਦੇ ਹਾਂ ਕਿ ਜਿਹੜੀ ਨੇ ਸਾਰੀ ਉਮਰ ਤੇ ਮਰਦ ਦਾ ਮੂੰਹ ਨਹੀਂ ਦੇਖਿਆ। ਸੋ ਗੁਰੂ ਸਾਹਿਬ ਦੇ ਜੋ ਸ਼ਾਸਤਰ ਦਿੱਤੇ ਸੀਗੇ ਉਹਨਾਂ ਨੂੰ ਹੀ ਦਰਸ਼ਨ ਕਰਦੀ ਸੀ, ਉਹਨਾਂ ਦੇ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਬਾਬਾ ਬਚਿੱਤਰ ਸਿੰਘ ਜੀ ਦੇ ਦਰਸ਼ਨ ਕਰਿਆ ਕਰਦੀ ਸੀਗੀ। ਸੋ ਬਿਲਕੁਲ ਇਹ ਮੈਂ ਸਮਝਦਾ ਸਾਡੇ ਸਿਰਫ ਸਿੱਖ ਇਤਿਹਾਸ ਦੇ ਨਹੀਂ, ਮੈਂ ਸਮਝਦਾ ਪੰਜਾਬ ਦੇ ਇਤਿਹਾਸ ਦੇ ਅਮੋਲਕ ਹੀਰੇ ਆ ਸਾਡੇ ਕੋਲ, ਜਿਨ੍ਹਾਂ ਦੀ ਸ਼ਾਇਦ ਮਿਸਾਲ ਨਹੀਂ ਮਿਲਦੀ ਹੋਏਗੀ ਦੁਨੀਆ 'ਚ ਕਿਤੇ ਵੀ। ਇੱਕ ਮਿਸਾਲ ਜ਼ਰੂਰ ਮੈਂ ਸਮਝਦਾ ਭਾਈ ਸਤਵੰਤ ਸਿੰਘ ਦੀ ਧਰਮ ਸੁਪਤਨੀ ਜਿਹੜੀ ਸੀਗੀ, ਉਹਨੇ ਵੀ ਸ਼ਹੀਦ ਨਾਲ ਹੀ ਵਿਆਹ ਕਰਾਇਆ ਸੀ, ਕਿਉਂਕਿ ਉਹਨੂੰ ਪਤਾ ਸੀ ਵੀ ਹੁਣ ਇਹਨੇ ਬਾਹਰ ਤਾਂ ਆਉਣਾ ਨਹੀਂ। ਉਹਨੇ ਤਸਵੀਰ ਦੇ ਨਾਲ ਘਰਦਿਆਂ ਨੇ ਆਖਿਆ ਵੀ ਹੁਣ ਆਪਾਂ ਕੜਮਾਈ ਤੋੜ ਦਿੰਦੇ ਹਾਂ, ਪਰ ਉਹਨੇ ਵੀ ਨਹੀਂ ਕੜਮਾਈ ਨਹੀਂ ਸੀ ਤੋੜਨੀ। ਹਾਂਜੀ, ਸੋ ਇਹ ਦੋ ਉਦਾਹਰਨਾਂ ਸਾਡੇ ਸਾਹਮਣੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ, ਕਿਉਂਕਿ ਸਤੀਆਂ ਪਹਿਲੇ ਸਮੇਂ ਦੇ ਵਿੱਚ ਦੂਜੇ ਰੂਪ 'ਚ ਹੁੰਦੀਆਂ ਸੀ, ਪਰ ਸਤਿਗੁਰਾਂ ਨੇ ਨਵਾਂ ਇਹ ਰੂਪ ਦੇ ਦਿੱਤਾ। ਬਿਰਹੋਂ ਚੋਟ ਮਰਨ ਹੈ। ਬਿਰਹੋਂ ਦੀ ਚੋਟ ਦੇ ਵਿੱਚ ਵੇਖੋ 110 ਸਾਲ 112 ਸਾਲ ਤੇ ਬੰਦਗੀ ਦੇ ਵਿੱਚ ਬਤੀਤ ਕੀਤੀ। ਐਸੀ ਮਹਾਨ ਹਸਤੀ ਬੀਬੀ ਮੁਮਤਾਜ਼ ਜੀ, ਉਹਨਾਂ ਦੇ ਅਸਥਾਨ ਤੇ ਧੰਨ ਉਹਨਾਂ ਦੇ ਪਿਤਾ ਜਿਨ੍ਹਾਂ ਦਾ ਜਨਮ ਹੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵਰ ਦੇ ਨਾਲ ਹੁੰਦਾ, ਅਤੇ ਉਹਨਾਂ ਦਾ ਨਾਮ ਹੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਰੱਖਦੇ ਨੇ। ਅਤੇ ਇਹ ਕੋਟਲਾ ਨਿਹੰਗ ਖਾਨ ਦੀ ਧਰਤੀ
ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਭਰੀ ਧਰਤੀ ਹੈ। ਸੋ ਹੁਣ ਸੰਗਤਾਂ ਮੈਨੂੰ ਲੱਗਦਾ ਵੱਧ ਚੜ ਕੇ ਪਹੁੰਚਣਗੀਆਂ ਬਾਬਾ ਜੀ। ਹੁਣ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਹੀ ਇਸ ਵਾਰੀ ਇਹ ਸਾਰਾ ਸੰਦੇਸ਼ ਪਹੁੰਚ ਰਿਹਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਸਥਾਨ ਦੀ ਟਹਿਲ ਸੇਵਾ ਵਧੀਆ ਢੰਗ ਨਾਲ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਖਤੇ ਜ਼ਿਕਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਗੁਰੂ ਕੇ ਤਿੰਨ ਪਿਆਰੇ ਜਿਸ ਧਰਤੀ ਤੇ ਸ਼ਹੀਦ ਹੋਏ ਉਸ ਧਰਤੀ ਨੂੰ ਨਮਸਕਾਰ ਕਰਨ ਹਿੱਤ ਅੱਜ ਪਹੁੰਚੇ ਆ। ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਸਨਮੁਖ ਇਸ ਵਕਤ ਖੜੇ ਆ। ਦਰਸ਼ਨ ਆਪ ਜੀ ਨੂੰ ਕਰਾਉਣੇ ਆ ਤੇ ਸਾਡੇ ਵੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਨੂੰ ਕਿ ਬਿੱਲਾ ਵੀਰ ਜੀ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤੇ ਖਾਸ ਤੌਰ ਤੇ ਸਿੱਖ ਕਿਰਦਾਰਾਂ ਦੇ ਰੂਪ ਵਿੱਚ ਆਪ ਜੀ ਨੇ ਤੱਕਿਆ ਹੋਏਗਾ। ਸੋ ਭਾਈ ਸਾਹਿਬ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸ਼ਹੀਦੀ ਦਿਹਾੜੇ ਮੌਕੇ ਆਏ ਹੋ ਨਮਸਕਾਰ ਕਰਨ ਸ਼ਹੀਦਾਂ ਨੂੰ। ਕੋਈ ਆਪਣੇ ਦਿਲ ਦੇ ਵਲਵਲੇ ਕੋਈ ਸੰਗਤਾਂ ਨਾਲ ਸਾਂਝੇ ਕਰਦੇ ਜੀ? ਵਲਵਲੇ ਤਾਂ ਕੋਈ ਖਾਸ ਨਹੀਂ, ਬਸ ਇੱਥੇ ਅੱਜ ਜਥੇ ਦਾ ਪ੍ਰੋਗਰਾਮ ਸੀਗਾ ਰਾਇੰਸਬਾਈ ਤੇ ਰਾਇੰਸਬਾਈ ਇਸੇ ਵੀ ਇਸੇ ਬਹਾਨੇ ਨਾਲੇ ਕੀਰਤਨ ਸੁਣ ਹੋ ਜਾਊਗਾ ਤੇ ਨਾਲੇ ਉਹਨਾਂ ਨੂੰ ਨਤਮਸਤਕ ਹੋ ਜਾਊਗਾ। ਤੇ ਬਹੁਤ ਆਪਣੇ ਛੋਟੇ ਬੱਚੇ ਨੂੰ ਵੀ ਨਾਲ ਲੈ ਕੇ ਆਏ ਕਿ ਪ੍ਰੇਰਨਾ ਸਰੋਤ ਧਰਤੀ ਆ ਜਿੱਥੇ ਮਤਲਬ ਸ਼ਹੀਦਾਂ ਦਾ ਜਿੱਦਾਂ ਖੂਨ ਹੈ ਜਿੱਥੇ ਡੁੱਲਿਆ ਤੇ ਇਸ ਸ਼ਹੀਦਾਂ ਦੇ ਖੂਨ ਡੁੱਲੇ ਦਾ ਸ਼ਾਇਦ ਕੋਈ ਰੰਗ ਮੇਰੇ ਬੱਚੇ ਨੂੰ ਵੀ ਚੜ੍ਹ ਜੇ ਕਿਤੇ ਲੋੜ ਪਵੇ ਕੌਮ ਨੂੰ ਤਾਂ। ਤੇ ਇਹ ਅਹਿਸਾਸ ਲੈ ਕੇ ਆਇਆ ਵੀ ਬੱਚੇ ਨੂੰ, ਕਿਉਂਕਿ ਹਰ ਮਾਂ-ਬਾਪ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸ਼ਹੀਦੀ ਜੋੜ ਮੇਲੇ ਤੇ ਜ਼ਰੂਰ ਲੈ ਕੇ ਆਉਣ। ਔਰ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਕਈ ਮੈਂ ਇੱਥੇ ਤੁਹਾਡੇ ਮਾਧਿਅਮ ਰਾਹੀਂ ਗੱਲ ਕਹਿਣਾ ਚਾਹੁੰਦਾ, ਅਸੀਂ ਬਹੁਤ ਤਰੀਕੇ ਨਾਲ ਹਰ ਤਰੀਕੇ ਨਾਲ ਕਿਤੇ ਰੋਣ ਦਾ ਵਹਿਣ ਪਾਉਣ ਲੱਗ ਜਾਂਦੇ ਆ। ਅਸੀਂ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਆ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਤੇ ਉਹਨਾਂ ਨੇ ਇੱਕ ਅੱਥਰੂ ਨਹੀਂ ਘੇਰਿਆ। ਚੜ੍ਹਦੀ ਕਲਾ ਦੀ ਗੱਲ ਕੀਤੀ, ਅਸੀਂ ਵਾਰ-ਵਾਰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਾ ਲੈਂਦੇ ਜਾਈਏ ਕਿ ਰੋ ਕੇ ਦਿਖਾਈਏ ਜਾਂ ਕਈ ਰਵਾਨ ਤੇ ਜ਼ੋਰ ਦਿੱਤਾ ਹੋਇਆ ਵੀ ਨਹੀਂ ਜੀ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਗੱਲ ਦਾ ਫਖਰ ਹੋਣਾ ਚਾਹੀਦਾ ਕਿ ਸਾਡੇ ਵੱਡੇ ਵੀਰ ਸ਼ਹੀਦ ਹੋਏ ਸੀਗੇ ਇਸ ਕੌਮ ਲਈ। ਸੋ ਮੇਰਾ ਤਾਂ ਇਹੀ ਹੈ ਹਰ ਮਾਂ ਬਾਪ ਨੂੰ ਬੱਚਿਆਂ ਨੂੰ ਜ਼ਰੂਰ ਇਹੋ ਜਿਹੀ ਧਰਤੀ ਤੇ ਨਤਮਸਤਕ ਕਰਾਉਣ ਲਈ ਲੈ ਕੇ ਆਓ ਔਰ ਉਹਨਾਂ ਪੂਰਾ ਇਤਿਹਾਸ ਦਰਸ਼ਨ ਦੀ ਪੂਰੀ ਕਿਰਪਾਲਤਾ ਕਰੋ। ਬਿਲਕੁਲ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਜੋੜਨਾ ਫਰਜ਼ ਹੈ ਕਿਉਂਕਿ ਅਗਲੀ ਪੀੜ੍ਹੀ ਨੂੰ ਉਲਝਾਉਣ ਦੇ ਵਾਸਤੇ ਬਹੁਤ ਕੁਝ ਤੁਸੀਂ ਵੀ ਮੀਡੀਆ ਲਾਈਨ ਦੇ ਹੀ ਹੋ। ਬੜੇ ਸਾਧਨ ਨੇ ਜਿਹੜੇ ਇਹਨਾਂ ਨੂੰ ਪੁੱਠੇ ਪਾਸੇ ਪਾਉਣ ਵਾਲੇ ਨੇ, ਪਰ ਸਿੱਧੇ ਤਾਂ ਹੁਣ ਮਾਪਿਆਂ ਨੂੰ ਪਾਉਣਾ ਪੈਣਾ ਜੀ। ਬਿਲਕੁਲ ਹੈ ਹੀ, ਸਾਰੀ ਸਿੱਖੀ ਸ਼ੁਰੂ ਹੀ ਘਰੋਂ ਹੁੰਦੀ ਹੈ। ਔਰ ਮੇਰੇ ਖਿਆਲ 'ਚ ਆਪਾਂ ਜ਼ਿੰਮੇਵਾਰ ਦੇ ਕੇ ਨਾ ਆਪਣੇ ਪੱਲਾ ਝਾੜ ਦਿੰਦੇ ਆ ਵੀ ਅਸੀਂ ਨਹੀਂ ਜੀ SGPC ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਜਿਹੜੀ ਸਿਰਮੌਰ ਸੰਸਥਾ ਜੇ ਸਿੱਖੀ ਪ੍ਰਤੀ ਕੰਮ ਕਰਦੀ ਉਹਨਾਂ ਤੇ ਪਾ ਕੇ ਅਸੀਂ ਪੱਲਾ ਝਾੜਦੇ। ਪਰ ਜੇ ਆਪਾਂ ਬਚਪਨ ਤੋਂ ਲੈ ਕੇ ਜੇ ਤੁਹਾਡਾ ਬੱਚਾ ਤੁਹਾਨੂੰ ਫੋਲੋ ਕਰਦਾ ਹੈ ਨਾ, ਉਹ ਜਦੋਂ ਤੁਸੀਂ ਉੱਠਦੇ ਹੋ ਉੱਠੇਗਾ। ਮੈਂ ਇੱਕ ਪਾਕਿਸਤਾਨ ਤੋਂ ਡਾਕਟਰ ਸੀਗੇ ਜਿਹੜੇ ਸਾਈਕੋਲੋਜੀ ਦੇ, ਉਹ ਗੱਲ ਕਰਦੇ ਸੀਗੇ, ਕਹਿੰਦੇ ये ज़रूरी नहीं है कि वो बच्चा आपको अगर शायद आयतें ना भी आती हों बट आप मुसल्ला लेके अगर नमाज़ पढ़ने जाओगे ना तो सारी उम्र उसके दिमाग में ये बात रहेगी कि मेरी माँ ऐसा करती थी या मेरा पिता ऐसा करता था। तो जदों तक तुसी आप नहीं संभालोगे, आप नहीं नाम जपोगे, आप नहीं की पाठ करोगे, उदों तक बच्चे ने जुड़ना नहीं गा। सो ये तुहानू करना पेगा जे तुसी अगे कौम नू संभालना है, बच्चे नू गुरु गोबिंद सिंह जी दे लड़ जोड़ी रखना। ਮੈਨੂੰ ਇਸ ਗੱਲ ਦਾ ਇਸ ਧਰਤੀ ਤੇ ਫਖਰ ਹੈ। ਇਸ ਗੱਲ ਦੇ ਕਹਿਣ 'ਚ ਮੇਰੇ ਬੱਚੇ 1.25 ਮਹੀਨੇ ਦੇ ਹੋਏ, 17 ਸਾਲ ਬਾਅਦ ਮੇਰੇ ਘਰ ਬੱਚੇ ਹੋਏ। 1.25 ਮਹੀਨੇ ਦੀ ਸੀ ਤਾਂ ਮੈਂ ਉਸੇ ਵੇਲੇ ਇਹਨਾਂ ਨੂੰ ਉੱਥੇ ਆਪਣਾ ਚੂਲਾ ਦਵਾ ਕੇ ਲਿਆਇਆ ਅਨੰਦਪੁਰ ਸਾਹਿਬ ਜਾ ਕੇ। ਮੈਂ ਕਿਹਾ ਮੈਂ ਰਵਾਂ ਨਾ ਰਵਾਂ ਪਰ ਮੈਂ ਉਹਦੇ ਲੜ ਲਾ ਚੱਲਿਆ। ਹਾਂਜੀ, ਸੋ ਇੱਕ ਮੇਰੀ ਬਹੁਤ ਉਹ ਸੀ ਕਿ ਹੁਣ ਮੈਨੂੰ ਸਕੂਨ ਨਾਲ ਜੇ ਮੈਨੂੰ ਮੌਤ ਲੈ ਵੀ ਗਈ ਤਾਂ ਮੈਨੂੰ ਇਹ ਨਹੀਂ ਹੋਊਗਾ ਮੈਂ ਉਹਨੂੰ ਉਂਗਲੀ ਫੜਾ ਆਇਆ ਉਹਨਾਂ ਨੂੰ ਬੱਚਿਆਂ ਬਾਪੂ ਦੀ। ਇਹ ਬੜੀ ਵੱਡੀ ਗੱਲ ਹੈ ਸੰਗਤ ਜੀ। ਉਹ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ, ਵੈਸੇ ਅਸੀਂ ਉਹਨੂੰ ਵਿਆਹ ਦੇ ਨਾਲ ਜੋੜ ਲੈਂਦੇ ਹਾਂ ਪਰ ਉਹ ਅਸਲ 'ਚ ਹੱਬੇ ਸਾਹਿਬ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਸੋ ਆਪਾਂ ਨੂੰ ਪੱਲੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੱਲੇ ਲੱਗਣਾ ਇਹ ਬਹੁਤ ਹੀ ਜ਼ਰੂਰੀ ਹੈ ਮੈਂ ਸਮਝਦਾ। ਹਾਂਜੀ, ਸੋ ਇਹ ਬੜਾ ਜ਼ਰੂਰੀ ਹੁੰਦਾ। ਮੇਰੀ ਬੇਟੀ 5 ਸਾਲ ਦੀ ਸੀ ਤੇ ਉਹਨੇ ਮੈਨੂੰ ਕਹਿੰਦੀ ਵੀ ਮੈਂ ਪਾਪਾ ਅੰਮ੍ਰਿਤ ਪਾਨ ਕਰਨਾ। ਤੇ ਮੈਂ ਕਿਹਾ ਇਹ ਤੋਂ ਵਧੀਆ ਕੀ ਹੋ ਸਕਦਾ ਹੈ ਨਾ। ਕਿਉਂਕਿ ਵੇਖੋ ਜਦੋਂ ਕੋਈ ਵਾਰ ਢੂੰਡਦਾ, ਬਾਪ ਵਾਰ ਢੂੰਡਦਾ ਤੇ ਉਹਦੇ 'ਚ ਕੋਈ ਸ਼ੰਕਾ ਹੋ ਸਕਦਾ, ਪਤਾ ਨਹੀਂ ਜਿਹੜੀ ਇਨਫੋਰਮੇਸ਼ਨ ਮਿਲੀ ਸਹੀ ਜਾਂ ਨਹੀਂ। ਪਰ ਗੁਰੂ ਕਲਗੀਧਰ ਪਾਤਸ਼ਾਹ ਤੋਂ ਮੈਨੂੰ ਯਾਦ ਆਉਂਦੀ ਸੀ, ਡੈਡੀ ਸੁਣਾਉਂਦੇ ਹੁੰਦੇ ਸੀ ਮੇਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀ ਗੱਲ ਵੀ ਉਹ ਗੋਦੀ 'ਚ ਸੀਗਾ ਬੱਚਾ ਤੇ ਉਹਨੂੰ ਆਪਣਾ
ਚੂਲਾ ਲੈ ਕੇ ਆਏ ਸੀ ਆ ਅੰਮ੍ਰਿਤ ਪਾਨ ਕੀਤਾ ਸੀ ਤੇ ਉਹਨੇ ਭਾਈ ਸਾਹਿਬ ਨੇ ਉਹਦੇ ਪੈਰ ਦੋਨਾਂ ਦੇ ਚੁੰਮੇ ਉਹਦੇ ਬੱਚੇ ਦੇ। ਇਸ ਕਰਕੇ ਵੀ ਕਹਿੰਦੇ ਕਿੱਡੀ ਵੱਡੀ ਇਹਦੇ ਭਾਗ ਨੇ ਵੀ ਇਹਨੂੰ ਮਤਲਬ ਅੰਮ੍ਰਿਤ ਦੀ ਦਾ ਇੰਨੀ ਛੋਟੀ ਉਮਰ 'ਚ ਮਰਚ ਵੜ ਗਈ ਤੇ ਕਿੱਡੀ ਵੱਡੀ ਗੱਲ ਆ। ਬਹੁਤ ਵੱਡੀ ਗੱਲ ਸੋ ਉਹ ਚੀਜ਼ਾਂ ਮੇਰੇ ਜ਼ਿਹਨ ਚੋਂ ਨਿਕਲਦੀ ਨਹੀਂ ਜੋ ਸੁਣ ਲਿਆ ਸੀ ਗਿਆਨ ਕਾ ਬੱਦਾ ਮਨ ਰਹੇ। ਉਹ ਗਿਆਨ ਸਾਡੇ ਪਿਤਾ ਜੀ ਨੇ ਸਾਨੂੰ ਦੇ ਦਿੱਤਾ, ਉਹ ਮੇਰੇ ਦਿਮਾਗ 'ਚ ਰਿਹਾ ਤੇ ਮੈਂ ਉਹ ਕਿਹਾ ਮੈਂ ਸਵਾ ਮਹੀਨਾ ਆਪਣਾ ਉਹ ਕਰਕੇ ਸਿੱਧਾ ਉੱਥੇ ਲੈ ਕੇ ਗਿਆ। ਬਿਲਕੁਲ ਜੀ। ਸੋ ਢਿੱਲ ਨਹੀਂ ਕਰਨੀ ਚਾਹੀਦੀ। ਮੈਂ ਸਮਝਦਾ ਇਹ ਜਿਹੜਾ ਅੱਜ ਦੀ ਮੈਂ ਸੋਚ ਰਿਹਾ ਸੀ ਵੀ ਅੱਜ ਸ਼ਹੀਦਾਂ ਦੀ ਧਰਤੀ ਤੇ ਆਏ ਤੇ ਕੋਈ ਕੀ ਸ਼ਹੀਦ ਸਾਨੂੰ ਸਾਡੀ ਝੋਲੀ ਪਾਉਣਗੇ। ਸੋ ਸ਼ਹੀਦਾਂ ਨੇ ਸਭ ਤੋਂ ਪਹਿਲੀ ਗੱਲ ਇਹੀ ਝੋਲੀ ਪਾਈ ਆ ਵੀ ਇਹਦੇ ਚ ਵਿਲੰਬ ਨਾ ਕਰੋ। ਹਾਂ ਬਿਲਕੁਲ ਅਕਸਰ ਅਸੀਂ ਸਾਰਾ ਵਿਲੰਬ ਇਸੇ ਚ ਕਰਦੇ ਪਏ ਆ। ਗੁਰੂ ਲੜ ਲੱਗਣ ਚ ਹੀ ਸਾਰਾ ਵਿਲੰਬ ਆ। ਫਿਰ ਆਪੇ ਸੰਭਾਲੇਗਾ, ਆਪਾਂ ਨੂੰ ਕੀ ਟੈਨਸ਼ਨ ਬਿਲਕੁਲ ਆਪਾਂ ਉਹਦੇ ਲੜ ਲਾਤੀ ਲੱਗ ਜੀਏ ਬਸ ਹਨਾ। ਖਾਸ ਤੌਰ ਤੇ ਕਈ ਵਾਰੀ ਬੱਚੀਆਂ ਵੱਲੋਂ ਆਉਂਦੀ ਕਿ ਸਾਡੇ ਪੇਰੈਂਟਸ ਨਹੀਂ ਮੰਨਦੇ ਅੰਮ੍ਰਿਤਪਾਨ ਹਾਂ ਇਹ ਗੱਲ ਬਹੁਤ ਸੁਣਨ ਚ ਆਈ ਹੈ ਮੈਨੂੰ, ਬਹੁਤ ਸੁਣਨ ਚ ਵੀ ਕਹਿੰਦੇ ਪਤਾ ਨਹੀਂ ਅਗਲਾ ਪਰਿਵਾਰ ਕਿੱਦਾਂ ਦਾ ਮਿਲਣਾ ਬੱਚੀ ਨੂੰ ਨਾ। ਸੋ ਬੜਾ ਦੁੱਖ ਲੱਗਦਾ। ਪਰ ਕਈ ਔਰ ਮੇਰਾ ਛੋਟੀਆਂ ਬੱਚੀਆਂ ਵੀ ਆ ਉਹ ਸਾਰਿਆਂ ਨੂੰ ਨਮਸਕਾਰ ਆ ਜਿਹੜੇ ਗੁਰੂ ਦੇ ਲੜ ਲੱਗ ਗਈਆਂ। ਕਿੱਡੀ ਵੱਡੀ ਸੋਚ ਰੱਖੀ ਆ ਉਸ ਬੱਚੀਆਂ ਨੇ। ਮੈਂ ਪ੍ਰਾਊਡ ਟੂ ਬੀ ਸਿੱਖ ਜਦੋਂ ਮੂਵੀ ਕੀਤੀ ਤਾਂ ਮੈਨੂੰ ਅੱਜ ਵੀ ਉਹ ਮੈਸੇਜ ਮੇਰੇ ਕੋਲ ਫੇਸਬੁੱਕ ਤੇ ਪਿਆ। ਮੈਨੂੰ ਬੇਟੀ ਨੇ ਇੱਕ ਬੱਚੀ ਨੇ ਮੈਨੂੰ ਆਣ ਕੇ ਕਿਹਾ ਉਹਦੇ ਮੈਸੇਜ ਕੀਤਾ ਵੀ ਮੈਂ ਤੁਹਾਡੀ ਫਿਲਮ ਦੇਖ ਕੇ ਗੁਰੂ ਦੇ ਲੜ ਲੱਗ ਗਈ। ਹਾਲਾਂਕਿ ਮੈਨੂੰ ਉਹ ਜਵਾਨ ਬੱਚੀ ਸੀ। ਮੈਨੂੰ ਇਹ ਕਿਹਾ ਫਿਰ ਇੰਨਾ ਮਤਲਬ ਕਿੱਡਾ ਵੱਡਾ ਸਟੈਪ ਲਿਆ ਉਸ ਬੱਚੀ ਨੇ। ਹਾਲਾਂਕਿ ਮਾਂ-ਬਾਪ ਬਹੁਤ ਵਿਰੋਧ ਕਰਦੇ ਨਹੀਂ ਅਗਲਾ ਘਰ ਪਤਾ ਨਹੀਂ ਤੈਨੂੰ ਕਿੱਦਾਂ ਦਾ ਮਿਲਣਾ ਹੈ, ਕਿਵੇਂ ਹੋ ਜਾ ਵੀ ਕਿਵੇਂ ਸਰਵਾਈਵ ਕਰੇਂਗੀ। ਪਰ ਬੜੇ ਵੱਡਾ ਦਾਤ ਹੈ ਮਹਾਰਾਜ ਦੀ ਕਿੱਡੀ ਵੱਡੀ ਉਹਨੇ। ਬਿਲਕੁਲ ਇਹ ਬੜਾ ਹੀ ਦਸ਼ਮੇਸ਼ ਪਿਤਾ ਤੋਂ ਵੱਡਾ ਬਾਪ ਕਿਹੜਾ ਹੋ ਸਕਦਾ ਹਨਾ। ਜਿਹੜੀ ਤੁਸੀਂ ਗੱਲ ਕੀਤੀ ਹੈ ਅਸੀਂ ਰਹੀਏ ਜਾਂ ਨਾ ਰਹੀਏ ਪਰ ਉਹ ਤਾਂ ਸਦੀਵੀ ਹੈ ਨਾ। ਉਹ ਤਾਂ ਸਦਾ ਹੀ ਹਾਂ ਮੈਂ ਨਹੀਂ ਤਾਂ ਉਹ ਬਾਪ ਤਾਂ ਹੈਗਾ ਹੀ ਹੈ ਨਾ। ਹਾਂ ਬਸ ਮੈਂ ਤਾਂ ਇਹੀ ਕਹੂੰਗਾ ਅੱਜ ਇਸ ਧਰਤੀ ਤੇ ਵੀ ਗੁਰੂ ਪਾਤਸ਼ਾਹ ਤੇਰੇ ਅੱਗੇ ਹੀ ਬੇਨਤੀ ਆ ਜੇ ਜਦੋਂ ਵੀ ਇਨਸਾਨੀ ਜਨਮ ਦੇਗਾ ਨਾ ਤਾਂ ਆਪਣੇ ਘਰ 'ਚ ਹੀ ਦੇਈ ਨਹੀਂ ਤਾਂ ਹੋਰ ਕਿਤੇ ਨਾ ਦੇਈ। ਇਹ ਤਾਂ ਲੋੜ ਹੀ ਨਹੀਂ ਮੈਨੂੰ ਆਉਣ ਦੀ। ਸੋ ਬਹੁਤ ਖੂਬ। ਸੋ ਇਹ ਇੱਕ ਗੱਲ ਮੈਂ ਸਮਝਦਾ ਕਿ ਅੱਜ ਚਲੋ ਅਸੀਂ ਦੋਨੋਂ ਵੀਰ ਇਕੱਠੇ ਹੋ ਗਏ ਹਾਂ ਸਬੱਬ ਨਾਲ ਹੀ ਹਨਾ। ਬੜੇ ਚਿਰ ਬਾਅਦ ਇਕੱਠੇ ਹੋਏ। ਮੈਨੂੰ ਲੱਗਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਸੀਰੀਅਲ ਕਰਦੇ ਸੀ ਉਦੋਂ ਦੇ ਵੈਸੇ ਸਰਸਰੀ ਮਿਲੇ ਸੀ ਪਰ ਕੰਮ ਜਦੋਂ ਆਪਾਂ ਇਕੱਠੇ ਉਦੋਂ ਹੀ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਸੀਰੀਅਲ 'ਚ। ਗੱਲ ਇਹ ਆ ਕਿ ਜਜ਼ਬੇ ਵਾਲੇ ਸਿੰਘਾਂ ਦੀ ਇੱਥੇ ਵੀ ਲੋੜ ਆ ਹਨਾ। ਹੁਣ ਸਾਡੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਕਾਲੀਆਂ ਵਾਲੇ ਵੀ ਅੱਗੇ ਆਉਣੇ ਚਾਹੀਦੇ। ਨਹੀਂ ਬਾਬਾ ਦੀਪ ਸਿੰਘ ਦੇਖ ਲਓ। ਫਿਰ ਆਪਾਂ ਚਿੱਟੀ ਦਾ ਐਵੇਂ ਬਹਾਨਾ ਲਾਉਂਦੇ ਆ ਜੇ ਮਹਾਰਾਜ ਨੇ ਲੈਣਾ ਨਾ ਤੇ ਉਹ ਲੈ ਹੀ ਲੈਣੇ ਆ। ਸ਼ਹੀਦੀ ਜੇ ਲੈਣੀ ਜਾਂ ਉਹ ਲੈਣਾ ਤੇ ਲੈ ਹੀ ਲੈਣਾ। ਚਲੋ ਤੁਹਾਡੇ ਬਚਨ ਮਹਾਰਾਜ ਸ਼ਹੀਦਾਂ ਦੀ ਇਸ ਧਰਤੀ ਤੇ ਪਗਾਉਣ ਕਿਤੇ ਲੇਖੇ ਲੱਗ ਜੀਏ। ਉਹ ਜੀ ਸੱਚਖੰਡ ਕਿੱਥੋਂ ਮਿਲਣਾ ਜੇ ਸ਼ਹੀਦਾਂ ਵਰਗਾ ਨਾਮ ਤਾਂ ਉਹਨਾਂ ਜਪਿਆ ਨਹੀਂ ਜਾ ਰਿਹਾ। ਬਿਲਕੁਲ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਰਹਿਮਤ ਹੈ। ਸੰਗਤ ਜੀ ਜੁੜਿਆ ਕਰੀਏ। ਖਾਸ ਤੌਰ ਤੇ ਆ ਜਿਹੜੇ ਦਿਹਾੜੇ ਆ ਨਾ ਇਹਨਾਂ ਨੂੰ ਮਿਸ ਨਾ ਕਰੀਏ ਹਨਾ। ਬਿਲਕੁਲ ਇਹ ਦਿਹਾੜੇ ਤਾਂ ਮੈਨੂੰ ਲੱਗਦਾ ਕਿ ਮਤਲਬ ਹਾਰਡ ਆ એનર્ਜੀ ਦਾ। ਬਿਲਕੁਲ ਇਹ ਤਾਂ ਮਤਲਬ ਇਹ ਲਿਖ ਗਏ ਮਹਾਰਾਜ ਸਾਡੇ ਵਾਸਤੇ। ਇਹੀ ਸਾਨੂੰ ਮਤਲਬ ਇੱਕ ਨੀਂਹ ਰੱਖ ਗਏ ਆ ਵੀ ਜੁੜੇ ਰਹੋ ਅਕਾਲ ਪੁਰਖ ਨਾਲ ਜੁੜੇ ਰਹੋ, ਗੁਰੂ ਪਾਤਸ਼ਾਹ ਨਾਲ ਜੁੜੇ ਰਹੋ, ਇਸ ਗੁਰਬਾਣੀ ਨਾਲ ਜੁੜੇ ਰਹੋ। ਤੇ ਨਾਮ ਦੀ ਸਾਨੂੰ ਐਡੀ ਵੱਡੀ ਔਸ਼ਧੀ ਦੇ ਦਿੱਤੀ ਆ ਤੇ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਸਾਡੇ ਕੋਲ ਹੈ ਕੀ ਹੈ ਹਨਾ। ਉਹ ਮੈਂ ਕਈ ਵਾਰੀ ਸਾਂਝੀ ਕਰਦਾ ਹੁੰਦਾ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਸਾਨੂੰ ਮੂਲ ਮੰਤਰ ਦੀ ਮਹਾਨਤਾ ਸਾਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਦੱਸ ਰਿਹਾ ਜੀ। ਇਹ ਕਿੰਨੀ ਵੱਡੀ ਗੱਲ ਹੈ। ਪਰ ਇਹਦੇ ਨਾਲ ਇਹ ਉਦੋਂ ਦੁੱਖ ਹੁੰਦਾ ਕਿ ਜਦੋਂ ਸਾਡੇ ਸਿੱਖ ਘਰਾਣਿਆਂ 'ਚ ਜੰਮੇ ਸੱਜੇ ਖੱਬੇ ਮੰਤਰ ਲੱਭਦੇ ਫਿਰਦੇ ਆ। ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਗੁਰੂ ਸਾਹਿਬ ਨੇ ਸਾਡੀ ਝੋਲੀ ਪਹਿਲਾਂ ਹੀ ਭਰੀ ਪਈ ਹੈ ਸ਼ਰਸਾਰ ਗੁਰਬਾਣੀ ਦੀ ਮਹਾਨਤਾ। ਭਾਈ ਸਾਨੂੰ ਨਹੀਂ ਫਿਰਦੇ ਆ ਅਸੀਂ ਇਹਦਾ ਸਰਦਾਰ ਹੋ ਕੇ ਅਸੀਂ ਨੱਗ ਪਾਈ ਫਿਰਦੇ ਆ। ਕਿੱਡੀ ਲਾਹਨਤ ਵਾਲੀ ਗੱਲ ਹੈ। ਮਤਲਬ ਤੁਸੀਂ ਆਪਣੇ ਗੁਰੂ ਨੂੰ ਛੋਟਾ ਕਰਨ ਲੱਗੇ ਹੋਏ ਹੋ ਆ ਨਗਾਂ ਨੁਗਾਂ 'ਚ ਪਾ ਕੇ। ਪਿੰਦਰਪਾਲ ਸਿੰਘ ਉਹਨਾਂ ਨੂੰ ਸੁਣਦਾ ਸੀ ਉਹੀ ਗੱਲ ਕਰਦੇ ਸੀ ਕਹਿੰਦੇ ਕਿੱਡੀ ਵੱਡੀ ਲਾਹਨਤ। ਮੈਨੂੰ ਔਖਾ ਲੱਗਦਾ ਜਦੋਂ ਮੌਲੀ ਕੜੇ ਦੇ ਨਾਲ ਮਤਲਬ ਕੜੇ ਤੇ ਭਰੋਸਾ ਨਹੀਂ ਸਾਨੂੰ ਗੁਰੂ ਪਾਤਸ਼ਾਹ ਦੇ ਉੱਤੇ ਕੜੇ। ਬਿਲਕੁਲ ਇਹ ਖੇਡ ਹੀ ਸਾਰੀ ਭਰੋਸੇ ਦੀ ਆ ਤਾਂ ਭਰੋਸੇ ਵਾਲੇ ਸੀ। ਕੱਲ ਵੀ ਅਸੀਂ ਉੱਥੇ ਛੰਨ ਤੇ ਗਏ ਸੀਗੇ ਬਾਬਾ ਕੁਮਾ ਮਾਸ਼ਕੀ ਦੇ ਤੇ ਖੇਡ ਸਾਰੀ ਭਰੋਸੇ ਦੀ। ਹੁਣ ਜਿਹੜੇ ਇੰਨੀ ਠੰਡ 'ਚ ਤੁਸੀਂ ਵੀ ਬੱਚਿਆਂ ਨੂੰ ਲੈ ਕੇ ਆਏ ਹੋਰ ਵੀ ਪਰਿਵਾਰ ਮੈਂ ਦੇਖ ਰਿਹਾ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਏ ਨੇ। ਸੋ ਗੱਲ ਇਹ ਆ ਵੀ ਇਹ ਠੰਡਾਂ ਦੇ ਵਿੱਚ ਸਾਡੇ ਬਾਬੇ ਹਨਾ ਸਾਡੇ ਬਾਬੇ ਕਿੰਨਾ ਕੁਝ ਕਰ ਗਏ ਤੇ ਅਸੀਂ ਘੱਟੋ ਘੱਟ ਉਹਨਾਂ ਨੂੰ ਫੋਲੋ ਹੀ ਕਰ ਲਈਏ ਹਨਾ। ਬਿਲਕੁਲ ਬਸ ਇਹ ਆਉਣਾ ਜ਼ਰੂਰ ਚਾਹੀਦਾ ਮੈਂ ਸਮਝਦਾ। ਤੇ ਆ ਕੇ ਬੱਚਿਆਂ ਨੂੰ
ਖਾਸ ਤੌਰ ਤੇ ਜਿਹੜੀ ਗੱਲ ਹੈ ਨਾ, ਮੈਂ ਸਮਝਦਾ ਕਿ ਇਸ ਚੀਜ਼ ਨੂੰ ਵੀ ਆਪਾਂ ਫੋਲੋ ਕਰੀਏ। ਸਮਾਂ ਥੋੜਾ ਬਦਲ ਗਿਆ, ਪਰ ਜਿੱਦਾਂ ਸਾਡੇ ਵਡੇਰੇ ਜਿਹੜੇ ਸੀਗੇ ਜੋ ਮੰਜੇ ਤੇ ਨਹੀਂ ਸੀ ਪੈਂਦੇ, ਕਿਉਂਕਿ ਇਹ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮੰਜਾ ਨਸੀਬ ਨਹੀਂ ਸੀ ਹੋਇਆ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ। ਵੱਡੇ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਇੱਥੇ ਕੀ ਕੁਝ ਵਾਪਰਿਆ ਹੈ ਨਾ। ਜੰਗ ਦੇ ਮੈਦਾਨ 'ਚ ਤਾਂ ਕੀ ਮੰਜੇ ਮਿਲਣੇ, ਉਹਨਾਂ ਨੂੰ ਘਰਾਂ 'ਚ ਵੀ ਮੰਜੇ ਨਹੀਂ ਸੀ ਨਸੀਬ ਹੋਏ। ਤੇ ਇਸੇ ਕਰਕੇ ਇਹ ਤਰੀਕੇ ਹੁੰਦੇ ਨੇ ਸੰਗਤ ਜੀ। ਸਾਡੇ ਵੱਡੇ ਪੜ੍ਹੇ ਭਾਵੇਂ ਘੱਟ ਸੀ ਦੁਨਿਆਵੀ ਤੌਰ ਤੇ, ਪਰ ਉਹ ਸਿਆਣੇ ਬਹੁਤ ਸੀ। ਉਹ ਥੱਲੇ ਪੈਂਦੇ ਸੀ ਤੇ ਆਪੇ ਬੱਚੇ ਪੁੱਛਦੇ ਵੀ ਅੱਜ ਥੱਲੇ ਕਿਉਂ ਪੈ ਰਹੇ ਆ। ਜੈਸਚਰ ਹੋ ਗਿਆ ਨਾ, ਇੱਕ ਜੈਸਚਰ ਹੋ ਗਿਆ ਜਿਹਦੇ ਨਾਲ ਕੁਐਸਚਨ ਬਣ ਗਿਆ। ਉਹ ਕੁਐਸਚਨ ਹੁਣ ਦੇਖੋ ਅੱਜ ਜਿਵੇਂ ਜ਼ੋਰ ਪੈ ਰਿਹਾ, ਹੁਣ ਸਕੂਲਾਂ ਵੱਲੋਂ ਵੀ ਔਰ ਇਹਨਾਂ ਕਾਰਟੂਨ ਵੀ ਦੇਖੋ, ਸਾਡੇ ਕਾਰਟੂਨ ਕੋਈ ਭੀਮ ਦਾ, ਕੋਈ ਹਨੂਮਾਨ ਦਾ, ਕੋਈ ਕਿਸੇ ਦਾ, ਬੱਚਿਆਂ ਨੂੰ ਬਹੁਤ ਕੁਝ ਪਤਾ ਉਹਦੇ ਥਰੂ ਹੈ। ਦੂਜੀ ਗੱਲ ਕ੍ਰਿਸਮਸ ਦਾ ਜ਼ੋਰ ਹੈ। ਜੇ ਕ੍ਰਿਸਚਨ ਸਕੂਲਸ ਹੈ ਉਹ ਕਿਤੇ ਨਾ ਕਿਤੇ ਨੇ, ਜੇ ਤੁਸੀਂ ਹੁਣ ਗਵਰਨਮੈਂਟ ਸਕੂਲ 'ਚ ਵੀ ਚੱਲ ਜਾਓ ਤਾਂ ਕਿਤੇ ਨਾ ਕਿਤੇ ਕ੍ਰਿਸਮਸ ਦੀ ਚਰਚਾ ਹੋ ਰਹੀ ਹੈ। ਮਤਲਬ ਮੈਂ ਨਹੀਂ ਕਹਿੰਦਾ, ਚਲੋ ਹਰ ਧਰਮ ਆਪਣੀ ਜਗ੍ਹਾ ਤੇ ਤੁਹਾਨੂੰ ਮੁਬਾਰਕ, ਸਾਡਾ ਖੂਬ ਹਮਕੋ ਹਮਾਰਾ ਖੂਬ ਹੈ ਨਾ। ਤੇ ਇਸ ਕਰਕੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਨਾਲ ਤੁਸੀਂ ਆਪਣਾ ਵਿਰਸਾ ਦੱਸੋਗੇ, ਆਪਣਾ ਦੱਸੋਗੇ, ਔਰ ਉਹਨਾਂ 'ਚ ਇਹ ਜੋਸ਼ ਭਰੂਗਾ ਵੀ ਕੱਲ੍ਹ ਨੂੰ ਸਾਨੂੰ ਕੌਮ ਨੂੰ ਲੋੜ ਪਈ ਤਾਂ ਜਿਵੇਂ ਸਾਡੇ ਵੀਰਾਂ ਨੇ ਦਿੱਤੀ ਹੈ ਸਾਨੂੰ ਵੀ ਦੇਣੀ ਪੈ ਜਾਣੀ। ਬਾਬਾ ਜੁਝਾਰ ਸਿੰਘ ਜੀ ਦੀ ਕੁਰਬਾਨੀ ਜਿਹੜੀ ਉਹ ਬੱਚਿਆਂ ਤੱਕ ਪਹੁੰਚੇਗੀ ਤੇ ਫਿਰ ਬਾਜਾਂ ਵਾਲੇ ਨੇ ਜਿਹੜਾ ਬਚਨ ਕੀਤਾ ਹੈ ਵੀ ਜਦੋਂ ਕੌਮ ਨੂੰ ਲੋੜ ਪਈ ਨਾ ਫਿਰ ਬਿਨ ਬੁਲਾਇਆ ਆਉਣਗੇ। ਬਿਲਕੁਲ ਆਉਣਗੇ। ਇਹ ਫਿਰ ਇਸ ਧਰਤੀ ਤੇ ਆ ਕੇ ਇਤਿਹਾਸ ਪਤਾ ਲੱਗੇਗਾ ਨਾ ਕਿ ਵੱਡਾ ਵੀਰ ਸ਼ਹੀਦ ਹੋਇਆ ਤੇ ਛੋਟਾ ਆਪੇ ਆਇਆ ਵੀ ਮੈਂ ਵੀਰੇ ਮੇਰੀ ਤਿਆਰੀ। ਹਾਂ ਦੇਖੋ ਨਾ, ਪ੍ਰੇਰਨਾ ਸਰੋਤ ਬਣਿਆ ਨਾ ਵੱਡੇ ਛੋਟੇ ਦਾ, ਉਵੇਂ ਅੱਜ ਛੋਟੇ ਅਸੀਂ ਉਹਨਾਂ ਦੇ ਪ੍ਰੇਰਨਾ ਸਰੋਤ, ਉਹ ਸਾਡੇ ਪ੍ਰੇਰਨਾ ਸਰੋਤ ਬਣਦੇ ਆ। ਤੇ ਜੋਸ਼ ਬਣਦੇ ਹੀ ਇੱਥੇ ਆਇਆ ਹੀ ਬਣਨਾ ਆ। ਔਰ ਪਤਾ ਹਰ ਧਰਤੀ ਜਿਹੜੀ ਆ ਉਹ ਕੁਛ ਨਾ ਕੁਛ ਦਿੰਦੀ ਹੈ। ਬਿਲਕੁਲ ਟਰੂ। ਇਹ ਸਮੋਈ ਬੈਠੀ ਆਪਣੇ 'ਚ। ਬਿਲਕੁਲ ਹਾਂ, ਬਿਲਕੁਲ। ਜੇ ਆਪਾਂ ਝੋਲੀ ਅੱਡਾਂਗੇ ਹੀ ਨਹੀਂ ਇੱਥੇ ਆ ਕੇ। ਸੋ ਦੁਨਿਆਵੀ ਗੱਲਾਂ ਵੀ ਚਲੋ ਆਪਾਂ ਇਸੇ ਬਾਪੂ ਤੋਂ ਮੰਗਣੀਆਂ ਨੇ, ਪਰ ਰੂਹਾਨੀਅਤ ਵੀ ਇੱਥੋਂ ਮੰਗਿਆ ਕਰੀ। ਬਿਲਕੁਲ ਮੰਗਣੀ ਉਹ ਤਾਂ ਆਪੇ ਆ ਜਾਣੀ ਦੁਨੀਆ ਵਿੱਚ ਆ ਜਾਣੀ। ਪਰ ਸਾਡਾ ਨਾ ਜ਼ਿਆਦਾਤਰ ਧਿਆਨ ਹੀ ਇਸੇ ਗੱਲ 'ਚ ਰਹਿੰਦਾ ਕਿ ਬੱਚਿਆਂ ਦਾ ਕਰ ਲਈਏ, ਘਰ ਦਾ ਕਰ ਲਈਏ, ਆਹ ਕਰ ਲਈਏ, ਉਹ ਕਰ ਲਈਏ। ਪਰ ਉਸ ਸੱਚੇ ਦਰ ਤੇ ਜਾਣ ਦੇ ਵਾਸਤੇ ਜਿਹੜੀ ਉਹ ਅਸਲੀ ਕਮਾਈ 9 ਦੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹਰ ਹਿਰਦੇ ਸਦਾ ਵਸਾਏ, ਹੈਨਾ। ਬਸ ਆਪਾਂ ਉਧਰ ਦਾ ਧਿਆਨ ਕਰਿਆ ਕਰੀਏ, ਹਿਰਦੇ ਦੇ ਵਿੱਚ ਵਸ ਜਾਏ ਬਸ। ਇਹ ਬਾਕੀ ਚੀਜ਼ਾਂ ਤਾਂ ਮਗਰ ਤੁਰੀਆਂ ਹੀ ਆਉਣੀਆਂ ਨੇ, ਕਿਉਂਕਿ ਜਿੱਥੇ ਉਹ ਕਣੀ ਆ ਗਈ ਉੱਥੇ ਰਹਿਮਤਾਂ ਹੀ ਰਹਿਮਤਾਂ। ਤੇ ਕੁਝ ਬਾਬਾ ਅਜੀਤ ਸਿੰਘ ਜੀ ਦੇ ਬਾਰੇ, ਕੁਝ ਬਾਬਾ ਜੁਝਾਰ ਸਿੰਘ ਦੇ ਬਾਰੇ ਕੋਈ ਕੱਢੋ ਆਪਣੇ ਦਿਲ 'ਚ। ਮੈਨੂੰ ਪਤਾ ਬੜਾ ਕੁਝ ਪਿਆ ਵਾ। ਕੱਢੋ ਕੋਈ ਪਿਆਰ ਦੀ ਗੱਲ ਉਹਨਾਂ ਸ਼ਹੀਦਾਂ ਦੇ ਪ੍ਰਤੀ। ਨਹੀਂ ਬਹੁਤ ਸਮਰਪਣ ਸੀਗਾ। ਦੇਖੋ ਮਹਾਰਾਜ ਨੇ ਵੀ ਨਾ ਸਾਨੂੰ ਇੱਕੋ ਹੀ ਲਫ਼ਜ਼ ਦਿੱਤਾ, ਵਾਹ ਗੁਰੂ। ਇਹ ਤੋਂ ਉੱਪਰ ਹੈ ਹੀ ਕੁਛ ਨਹੀਂ, ਤੇ ਇੱਥੇ ਵਾਹ ਹੀ ਆ, ਹੈ ਨਾ। ਔਰ ਮੈਂ ਜੇ ਇੱਕ ਉਹ 100 ਦੀ ਇੱਕ ਕਰਤੀ ਹੈ ਵੀ ਮੈਂ ਬਸ, ਮੈਨੂੰ ਜਦੋਂ ਵੀ ਜਨਮ ਦੇਣਾ ਆਪਣੇ ਘਰ ਦੇ ਹੀ ਨੇ ਤਾਂ ਨਾ ਦੇ। ਫਿਰ ਕੁੱਤਾ ਬਿੱਲੀ ਵੀ ਬਣਨਾ ਕੋਈ ਚੱਕਰ ਨਹੀਂ, ਬਟ ਆਪਣੇ ਘਰ ਦੇਂਗਾ ਤਾਂ ਠੀਕ ਹੈ, ਨਹੀਂ ਤਾਂ ਉਹ ਵੀ ਮਨਜ਼ੂਰ ਹੈ ਨਾ। ਸੋ ਬਿਲਕੁਲ ਬੜੀ ਖੁਸ਼ੀ ਹੋਈ ਵੀਰ ਨੂੰ ਮਿਲ ਕੇ। ਸੋ ਤੁਸੀਂ ਫਿਲਮ ਇੰਡਸਟਰੀ 'ਚ ਦੇਖਦੇ ਸੀ ਇਹਨਾਂ ਦੇ ਕਿਰਦਾਰ ਵੱਖ-ਵੱਖ, ਪਰ ਅੱਜ ਦਿਲ ਦੀਆਂ ਗੱਲਾਂ, ਹਾਂਜੀ, ਉਹ ਟੀਵੀਆਂ ਤੇ ਪ੍ਰੋਗਰਾਮ ਚੱਲਦੇ ਹੁੰਦੇ ਨਾ ਦਿਲ ਦੀਆਂ ਗੱਲਾਂ, ਤੇ ਅੱਜ ਕੁਦਰਤੀ ਸਬੱਬੀ ਦਿਲ ਦੀਆਂ ਗੱਲਾਂ ਸਾਰੀਆਂ ਸੰਗਤਾਂ ਨਾਲ ਸਾਂਝੀਆਂ ਹੋਈਆਂ। ਸੋ ਜੁੜੀਏ ਗੁਰੂ ਕਲਗੀਧਰ ਦੇ ਚਰਨਾਂ ਦੇ ਨਾਲ, ਜੁੜੀਏ। ਅੰਮ੍ਰਿਤ ਪਾਨ ਕਰਨ ਲੱਗਿਆਂ ਸਮਾਂ ਨਾ ਲਾਈਏ, ਤੇ ਜੇ ਕਿਤੇ ਸਬੱਬ ਬਣਦਾ ਹੈ ਤੇ ਛੋਟੇ ਬੱਚਿਆਂ ਨੂੰ ਪਹਿਲੀ ਗੁੜਤੀ ਜਿਹੜੀ ਆ, ਬਿਲਕੁਲ ਹਾਂਜੀ ਬਿਲਕੁਲ ਗੁੜਤੀ ਦਿਆ ਕਰੀਏ ਬਾਜਾਂ ਵਾਲੇ ਦੇ ਪਿਆਰ ਦੀ। ਬਸ ਆਪਾਂ ਸੱਜੇ ਖੱਬੇ ਭਾਲਦੇ ਰਹਿੰਦੇ ਆ ਨਾ, ਉਹ ਬਾਜਾਂ ਵਾਲੇ ਦੇ ਪਿਆਰ ਦੀ ਕਿਤੇ ਗੁੜਤੀ ਦੇ ਦਈਏ। ਐਡਾ ਗੁਰੂ ਨਾਨਕ ਦਾ ਵੱਡਾ ਕਲਾਵਾ ਕਿਤੇ ਮਿਲਣਾ ਸਾਨੂੰ। ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ ਗੁਰੂ ਨਾਨਕ, ਇੱਥੇ ਅਵਲ ਅੱਲਾ ਨੂਰ ਪਾਇਆ, ਇੱਥੇ ਰਾਮ ਦੀ ਗੱਲ ਹੁੰਦੀ ਹੈ, ਉਹ ਰਾਮ ਦੀ ਨਹੀਂ, ਜਿਹੜਾ ਰਮਿਆ ਹੋਇਆ ਰਾਮ ਦੀ ਗੱਲ ਹੁੰਦੀ ਹੈ। ਇੱਕ ਮਹਾਰਾਜ ਨੇ ਕਿਹਾ ਵੇ ਸਰਬ ਧਰਮ में श्रेष्ठ और को नाम जप निर्मल कर, और फिर कोई एक पर्टिकुलर नाम की गल नहीं की। और उन्होंने कहा भी जे तू ਜਿਹੜਾ ਮਰਜੀ ਬਲਿਹਾਰ ਜਾਉ ਜੇਤੇ ਤੇਰੇ ਨਾਮ, ਕਹਿੰਦੇ ਜਿਹੜਾ ਵੀ ਨਾਂ ਤੋਂ ਤੂੰ ਉਹਨੂੰ ਪੁਕਾਰ ਸਹੀ। ਇਹ ਨਹੀਂ ਕਿਹਾ ਵੀ ਤੂੰ ਜੇ ਹਿੰਦੂ ਹੈ ਤਾਂ ਹਿੰਦੂ ਰਹਿ, ਬਟ ਰਾਮ ਕਰ। ਕਰਮ ਕਾਂਡਾਂ ਤੋਂ ਦੂਰ ਕੀਤਾ, ਹੈ ਨਾ। ਕਰਮ ਕਾਂਡਾਂ ਤੋਂ ਸਾਨੂੰ ਭਜਾਇਆ ਮਹਾਰਾਜ ਨੇ ਵੀ ਨਹੀਂ ਤੁਸੀਂ ਨਹੀਂ, ਔਰ ਅਸੀਂ ਸਖਤ ਹੋ ਕੇ ਇਸ ਕਰਮ ਕਾਂਡਾਂ ਤੋਂ ਦੂਰ ਹੋ ਕੇ ਬਸ ਨਾਮ ਦੀ ਗੱਲ ਕਰਨੀ ਹੈ ਨਾ। ਤੇ ਫਿਰ ਅੱਲਾ, ਉਹਨਾਂ ਨੂੰ ਅੱਲਾ ਦੀ ਗੱਲ ਕਰ, ਨਮਾਜ਼ਾਂ ਪੜ੍ਹ, ਬਿਲਕੁਲ, ਹੈ ਨਾ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ। ਮਸਲਾ ਤਾਂ ਇੱਥੇ ਆ, ਕਹੇ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਮੈਨੂੰ ਇੱਥੇ ਗੱਲ ਇੱਕ ਯਾਦ ਆਈ, ਜਿਵੇਂ ਸਰਬੱਤ ਦੇ ਭਲੇ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਕਲਾਵੇਂ ਦੀ, ਤੇ ਦੇਵੀ ਲਾਲ ਨੇ ਇੱਕ ਵਾਰੀ ਸੀਗਾ ਡਿਪਟੀ ਪ੍ਰਾਈਮ ਮਿਨਿਸਟਰ ਸੀਗਾ, ਤੇ ਉਦੋਂ ਉਹਨੇ ਇਹ ਗੱਲ ਕਹੀ ਸੀ ਜਦੋਂ ਇਹਦਾ ਮਸਲਾ 92 ਚ ਹੱਲ ਨਹੀਂ ਸੀ ਹੁੰਦਾ, ਬਾਬਰੀ ਮਸਜਿਦ ਦਾ ਤੇ ਉਹਦਾ ਮੰਦਿਰ ਦਾ, ਕਹਿੰਦੇ ਚੁੱਪਚਾਪ ਕਰਕੇ ਤੇ ਗੁਰਦੁਆਰਾ ਬਣਾ ਦਿਓ।
ਇਸ ਕਹਿੰਦਾ ਨਾ ਉਹ ਸੁਣਦੇ ਤੇ ਨਾ ਉਹ ਸੁਣਦੇ ਆ ਤੇ ਗੁਰਦੁਆਰਾ ਬਣਦਾ। ਐਡੀ ਵੱਡੀ ਗੱਲ ਕੋਈ ਕਰ ਸਕਦਾ ਵੀ ਗੁਰੂ ਨਾਨਕ ਦਾ ਘਰ ਐਡਾ ਵੱਡਾ ਸਰਬੱਤ ਦੇ ਭਲੇ ਦੀ ਗੱਲ ਸਮੋ ਜਾਂਦੇ ਉੱਥੇ ਸਾਰਾ ਕੁਝ ਤੇ ਕਿੱਡੀ ਵੱਡੀ ਗੱਲ ਹੈ, ਬਹੁਤ ਵੱਡਾ। ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਅੱਲਾ ਦੀ ਗੱਲ ਇੰਨੇ ਜ਼ੋਰ ਦੇ ਨਾਲ ਹੁੰਦੀ ਆ, ਅੱਲਾ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਸੋ ਆਪਣੇ ਗੁਰੂ ਸਾਹਿਬ ਦਾ ਉਸ ਖਜ਼ਾਨੇ ਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤੋਂ ਮੇਰੇ ਮਨ ਭਿਆ ਨਿਦਾਨਾ। ਸੋ ਖਜ਼ਾਨਾ ਖੋਲ ਖੋਲ ਕੇ ਵੇਖਿਆ ਕਰੀਏ ਕਿਤੇ ਪਿਆਰ ਦੇ ਵਿੱਚ। ਮੱਕੇ 'ਚ ਹੋਰ ਕੋਈ ਧਰਮ ਨਹੀਂ ਜਾ ਸਕਦਾ, ਜਗਨਨਾਥਪੁਰੀ 'ਚ ਹੋਰ ਕੋਈ ਧਰਮ ਨਹੀਂ ਐਂਟਰ ਕਰ ਸਕਦਾ। ਮੁਸਲਿਮ ਦੇ ਘਰ ਤਾਂ ਔਰ ਸਿੱਖ ਨਹੀਂ, ਹਿੰਦੂ ਨਹੀਂ ਜਾ ਸਕਦਾ, ਹਿੰਦੂ ਦੇ ਉਸ 'ਚ ਮੰਦਿਰ 'ਚ ਮੁਸਲਿਮ ਨਹੀਂ ਜਾ ਸਕਦਾ। ਆ ਇਹੋ ਜਿਹਾ ਘਰ ਕਿਤੇ ਲੱਭਣਾ ਜਿੱਥੇ ਕੋਈ ਵੀ ਆ ਸਕਦਾ, ਉਪਦੇਸ਼ ਚੌ ਵਰਨਾ ਕੋ ਸਾਂਝਾ। ਬਿਲਕੁਲ ਜਿੰਦਾ ਰਾਵਤ ਜਾਤੇ ਹੋ ਹਟਕੇ ਨਾ ਹੀ ਕੋਈ। ਫਿਰ ਪਰ ਇਹੋ ਜਿਹਾ ਗੁਰੂ ਨਾਨਕ ਤੁਹਾਨੂੰ ਮਿਲਿਆ ਹੋਵੇ ਫਿਰ ਵੀ ਤੁਸੀਂ ਹੋਰ ਪਾਸੇ ਮੂੰਹ ਮਾਰਦੇ ਹੋ, ਹੋਰ ਭਟਕਦੇ ਫਿਰਦੇ ਹੋ, ਪੰਡਤਾਂ ਦੇ ਕੋਲ ਜਾਂਦੇ ਫਿਰਦੇ ਹੋ, ਕਿੱਡੀ ਮਾੜੀ ਗੱਲ ਹੈ। ਬਿਲਕੁਲ ਉਸ ਪਿਆਰ ਦੇ ਵਿੱਚ ਆ ਜਾਈਏ, ਮਹਿਸੂਸ ਕਰੀਏ ਹੈ ਜਾਂਦਾ ਰਾਵਤ ਜਾਤੇ ਹੋ ਹਟਕੇ ਨਾ ਹੀ ਕੋਈ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇੱਕ ਤੇ ਮਹਿਸੂਸ ਕਰੋ, ਇੱਥੇ ਤਾਂ ਕੋਈ ਆਪਾਂ ਨੂੰ ਰੋਕਦਾ ਨਹੀਂ ਨਾ। ਅਸੀਂ ਕੱਲ ਗੱਲ ਕਰ ਰਹੇ ਸੀ, ਕਿਤੇ ਬੈਠੇ ਸੀ ਗੁਰਮੁਖਾਂ ਕੋਲ, ਕਿਤੇ ਆ ਦੂਜੀਆਂ ਸਟੇਟਾਂ 'ਚ ਜਾ ਕੇ ਵੇਖੋ ਕਿ ਨੀਵੀਂ ਜਾਤ ਵਾਲੇ ਨੂੰ ਅੱਜ ਵੀ ਪਾਣੀ ਨਹੀਂ ਭਰਨ ਦਿੰਦੇ। ਬਿਲਕੁਲ ਬਿਲਕੁਲ, ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੀ ਹੈ, ਮਹਾਰਾਜ ਦੀ ਬਖਸ਼ਿਸ਼। ਬਿਲਕੁਲ ਬਿਲਕੁਲ ਬਿਲਕੁਲ, ਮਹਾਰਾਜ ਨੇ ਸਾਨੂੰ ਇੰਨਾ ਸਾਰਾ ਕੁਝ ਬਖਸ਼ ਦਿੱਤਾ। ਅੱਜ ਵੀ ਆ ਪਿੱਛੇ ਤੁਸੀਂ ਸੁਣਿਆ ਹੋਣਾ 2 ਮਹੀਨੇ ਪਹਿਲਾਂ ਇੱਕ ਬੱਚੇ ਨੇ ਇੱਕ ਅਧਿਆਪਕ ਦੇ ਘੜੇ 'ਚੋਂ ਪਾਣੀ ਪੀ ਲਿਆ, ਤੋਂ ਬੱਚੇ ਦਾ ਕਤਲ ਹੋ ਗਿਆ ਜੀ। ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂ? ਨੀਵੀਂ ਜਾਤ ਦਾ ਇਹਨੇ ਸਵਰਨ ਜਾਤ ਦੇ ਅਧਿਆਪਕ ਦੇ ਘੜੇ ਨੂੰ ਹੱਥ ਕਿੱਦਾਂ ਲਾ ਲਿਆ। ਤੇ ਇੱਥੇ ਦੇਖ ਲਓ ਲੰਗਰ ਇੱਕੋ ਪੰਗਾ ਤੇ ਇੱਕੋ ਸਾਰਾ ਪੰਗਤ। ਇੱਥੇ ਅਕਬਰ ਵੀ ਉੱਥੇ ਬੈਠਾ, ਰਾਜਾ ਰੰਕ ਬਰਾਬਰੀ। ਇਹ ਸਾਰਾ ਕੁਝ ਇਸ ਦਰ ਦੇ ਉੱਤੇ ਆ। ਤੇ ਦੁਨੀਆ ਨੂੰ ਜਦੋਂ ਪਤਾ ਲੱਗਦਾ, ਚਾਹੇ ਆਪਾਂ ਗੱਲ ਹੁਣ ਕਿਸਾਨੀ ਮੋਰਚੇ ਦੀ ਕਰ ਲਈਏ, ਤੁਸੀਂ ਵੀ ਜਾਂਦੇ ਰਹੋ, ਖੈਰ ਸਾਡੀ ਤਾਂ ਕਾਫੀ ਲੰਬੀ ਸੇਵਾ ਉੱਥੇ ਚੱਲੀ, ਪਰ ਗੱਲ ਇਹ ਆ ਕਿ ਹੁਣ ਦੁਨੀਆ ਨੂੰ ਪਤਾ ਲੱਗਾ। ਹੁਣ ਹਰਿਆਣੇ ਵਾਲੇ ਕਿੰਨੇ ਜਾਟ ਜਿਹੜੇ ਨੇ ਨੌਜਵਾਨ, ਹਵਾ ਸਿੰਘ ਹੋਣੀ ਪੂਰਾ ਪਰਿਵਾਰ ਸਮੇਤ, ਫਿਰ ਆਪਣਾ ਉਸ ਮੈਨੂੰ ਦੂਹਨ ਮਨੋਜ ਸਿੰਘ ਦੂਹਨ ਹੈ, ਉਹ ਅੱਗੇ ਪ੍ਰਚਾਰ ਕਰਦੇ ਪਏ। ਕਮਾਲ ਹੀ ਕਰੀ ਜਾਂਦਾ। ਬਿਲਕੁਲ ਕੈਸੇ ਨੇ ਬਸ ਮਹਾਰਾਜ ਨੇ ਖੇਡ ਹੀ ਰਚਾਈ ਸੀਗੀ ਤੇ ਵੀ ਸਾਰੀ ਦੁਨੀਆ ਨੂੰ ਸਿੱਖਾਂ ਨੂੰ ਕਲੰਕਿਤ ਕਰਨ ਦੀ ਕੋਈ ਢਿੱਲ ਨਹੀਂ ਸੀ ਛੱਡੀ। ਹੁਣ ਲੱਖ ਜ਼ੋਰ ਲਾ ਲਵੇ ਮੀਡੀਆ, ਪਰ ਜਿਹੜੇ ਉੱਥੇ ਇੱਕ ਵਾਰੀ ਹੋ ਗਏ ਜਾਂ ਉਹਨਾਂ ਨੇ ਸਮਝ ਲਿਆ ਕਿਸਾਨ ਅੰਦੋਲਨ ਕੀ ਸੀਗਾ, ਕੀ ਗੁਰੂ ਨਾਨਕ ਦਾ ਵਰਤਾਰਾ ਵਰਤਿਆ, ਤਾਂ ਉਹ ਕੋਈ ਪਿੱਛੇ ਨਹੀਂ ਮੁੜ ਸਕਦਾ। ਹੁਣ ਉਹ ਸਾਰੇ ਧੋਣ, ਮੈਂ ਸਮਝਦਾ ਸ਼ਾਇਦ ਇਸ ਕੰਮ ਨੂੰ ਕਰਨ ਵਾਸਤੇ 70 ਸਾਲ ਲੱਗੇ ਸੀ ਤੇ 1 ਸਾਲ ਦੇ ਵਿੱਚ ਹੀ ਸਾਰਾ ਕੁਝ ਧੁੱਪ ਗਿਆ। ਤੇ ਅੱਜ ਵੀ ਤਗਮਾ ਵੀ ਲੈ ਲਿਆ ਬੜੇ ਭਾਈ ਦਾ, ਬੜੇ ਭਾਈ ਦਾ ਤਗਮਾ। ਸੋ ਬਿਲਕੁਲ ਬੜੇ ਭਾਈ। ਨਹੀਂ ਤੇ ਪਹਿਲਾਂ ਆਪਾਂ ਨੂੰ ਹਰਿਆਣੇ ਚੋਂ ਗੁਜ਼ਰਦੇ ਆ ਨਾ, ਥੋੜਾ ਜਿਹਾ ਲੱਗਦਾ ਹੁੰਦਾ ਸੀ ਵੀ ਯਾਰ ਉਹ ਓਪਰੀ ਜਗ੍ਹਾ ਤੇ ਆ ਗਏ। ਬਿਲਕੁਲ ਬਿਲਕੁਲ, ਆ ਲਾਲੜੂ ਟੱਪਦੇ ਹੀ ਪਤਾ ਲੱਗ ਜਾਂਦਾ। ਹੁਣ ਏਦਾਂ ਮਹਿਸੂਸ ਹੁੰਦਾ, ਅੱਛਾ ਆਹ ਸ਼ਹਿਰ ਆ ਗਿਆ ਇੱਥੇ ਫਲਾਣਾ ਹੈਗਾ, ਆਹ ਸ਼ਹਿਰ ਆ ਗਿਆ ਇੱਥੇ ਉਹ ਰਹਿੰਦਾ, ਸੋਨੀਪਤ ਆ ਗਿਆ ਇੱਥੇ ਫਲਾਣਾ ਰਹਿੰਦਾ। ਸੋ ਇਹ ਜਿਹੜਾ ਪ੍ਰੇਮ ਪਿਆਰ ਹੈ ਨਾ, ਜਿਹੜੇ ਸਾਡੇ DNA ਇੱਕ, ਕਿਉਂਕਿ ਉਹ ਗੱਲ DNA ਦੀ ਕਰਦੇ ਨੇ ਮਨੋਜ ਜੀ ਜਾਂ ਹੋਰ ਜਿਹੜੇ ਸਾਰੇ ਵੀਰ ਨੇ ਨਾ, ਉਹ ਇਹੀ ਗੱਲ ਕਰਦੇ ਨੇ ਕਿ ਸਾਨੂੰ ਤਾਂ ਇਹਨਾਂ ਨੇ ਐਵੇਂ ਵੰਡ ਦਿੱਤਾ, ਆਪਣਾ DNA ਇੱਕੋ ਆ। ਤੁਸੀਂ ਵੀ ਉਸੇ DNA ਦੇ, ਅਸੀਂ ਵੀ ਉਸੇ DNA ਦੇ ਆ। ਸੋ ਇਹ ਮੈਂ ਸਮਝਦਾ ਸਮਾਂ, ਮਿਹਰ ਦਾ ਸਮਾਂ ਆ ਕਿ ਅੱਜ ਸਿੱਖੀ ਦੀ ਚੜ੍ਹਦੀ ਕਲਾ ਦੇ ਵਾਸਤੇ ਉਹ ਲੋਕ ਵੀ ਤਿਆਰ ਬੈਠੇ ਨੇ ਤੇ ਆਪਾਂ ਵੰਡੀਏ, ਕਿਉਂਕਿ ਵੰਡਣਾ ਬੜਾ ਜ਼ਰੂਰੀ ਹੈ। ਖਜ਼ਾਨਾ ਸਾਡੇ ਕੋਲ ਬੜਾ ਵੱਡਾ ਹੈ ਨਾ, ਇੰਨਾ ਵੱਡਾ ਖਜ਼ਾਨਾ। ਮੈਂ ਸਮਝਦਾ ਸਾਰੀ ਦੁਨੀਆ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਤੋਂ ਜਾਈ, ਐਡਾ ਵੱਡਾ ਖਜ਼ਾਨਾ ਹੈ ਤੇ ਦੁਨੀਆ ਪਿਆਸੀ ਬੈਠੀ ਹੈ। ਮੈਂ ਸਮਝਦਾ ਕਿ ਇਸ ਮੀਡੀਆ ਦੇ ਮਾਧਿਅਮ ਦੇ ਰਾਹੀਂ ਵੀ ਆਪਾਂ ਨੂੰ ਹੋਰ ਥੋੜਾ ਜਿਹਾ ਉਪਰਾਲਾ ਕਰਨਾ ਚਾਹੀਦਾ। ਜੋ ਕੁਝ ਆਪਾਂ ਦਿਖਾ ਸਕਦੇ ਮੀਡੀਆ ਦੇ ਵਿੱਚ ਉਹ ਜ਼ਰੂਰ ਦਿਖਾਈਏ, ਕਿਉਂਕਿ ਪਿੱਛੇ ਨਾ ਰਹਿ ਜਾਈਏ। ਬਿਲਕੁਲ ਨਹੀਂ, ਮੀਡੀਆ ਦਾ ਤਾਂ ਬਹੁਤ ਵੱਡਾ ਰੋਲ। ਮੈਂ ਤੁਹਾਨੂੰ ਦੱਸਿਆ ਨਾ, ਜੋ ਜਵਾਨ ਬੱਚੀ ਨੇ ਅੰਮ੍ਰਿਤ ਛਕਿਆ ਔਰ ਪ੍ਰਾਊਡ ਟੂ ਬੀ ਸਿੱਖ ਦੇਖ ਕੇ, ਮਤਲਬ ਉਹਨੇ ਸੱਚ ਦੱਸਿਆ ਵੀ ਮੈਂ ਇਹ ਚੀਜ਼ ਦੇਖ ਕੇ, ਤਾਂ ਮੀਡੀਆ ਦਾ ਪ੍ਰਭਾਵ ਵੀ ਸੀਗਾ ਨਾ। ਤੇ ਮੈਨੂੰ ਅਜੇ ਵੀ ਯਾਦ ਹੈ ਕਿ 2006 ਚ ਜਦੋਂ ਬਾਬਾ ਦੀਪ ਸਿੰਘ ਫਿਲਮ ਰਿਲੀਜ਼ ਹੋਈ ਸੀ ਨਾ, ਛੋਟੇ ਛੋਟੇ ਬੱਚੇ, ਉਹਨਾਂ ਨੂੰ ਇੱਕ ਇੱਕ ਡਾਇਲੌਗ ਯਾਦ ਹੋ ਗਿਆ ਸੀ। ਬਿਲਕੁਲ ਬਿਲਕੁਲ। ਸੋ ਇਹ ਜਦੋਂ ਆਪਾਂ ਸਿੱਖੀ ਦੀ ਗੱਲ ਬੱਚਿਆਂ ਦੇ ਸਾਹਮਣੇ, ਕਿਉਂਕਿ ਬੱਚੇ ਜਿਹੜੇ ਨੇ ਉਹ ਟੀਵੀ ਦੇ, ਜਿੱਦਾਂ ਤੁਸੀਂ ਗੱਲ ਕੀਤੀ ਕਾਰਟੂਨਸ ਵਗੈਰਾ, ਇਹ ਸਾਰਾ ਉਹਨੂੰ ਪਰੋਸ ਰਹੇ ਆ ਜੀ, ਆਪਣਾ ਕੰਮ ਕਰ ਰਹੇ ਆ, ਪੂਰੀ ਤਰ੍ਹਾਂ ਨਾਲ ਕਰ ਰਹੇ ਆ, ਹਨਾ। ਉਹ ਪਰੋਸ ਰਹੇ ਆ, ਬੱਚਿਆਂ ਨੂੰ ਸਮਝ ਆ ਰਹੀ ਹੈ, ਸਮਝ ਰਹੇ ਆ, ਹਰ ਗੱਲ ਨੂੰ ਬੜੀ ਤਰੀਕੇ ਨਾਲ ਫੋਲੋ ਕਰਦੇ, ਦੇਖਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਸਾਹਮਣੇ ਸੱਚ-ਪੱਚ ਹੋ ਰਿਹਾ, ਕੋਈ ਚੀਜ਼ ਆ ਰਹੀ ਹੈ। ਹੁਣ 4 ਸਾਹਿਬਜ਼ਾਦੇ ਮੂਵੀ ਹੀ ਦੇਖ ਲਈਏ ਆਪਾਂ,
ਉਹਨੇ ਮਤਲਬ ਗੈਰ ਸਿੱਖਾਂ ਨੂੰ ਇੰਨਾ ਪ੍ਰਭਾਵਿਤ ਕੀਤਾ। ਸਿੱਖਾਂ ਨੇ ਤਾਂ ਚਲੋ ਹੋਣਾ ਹੀ ਹੋਣਾ ਸੀ ਆਪਣੇ ਗੁਰੂ ਦੇ ਲਾਲਾਂ ਦੀ ਕੁਰਬਾਨੀ ਦੇਖ ਕੇ। ਬਿਲਕੁਲ ਮੈਨੂੰ ਅਜੇ ਵੀ ਉਹ ਯਾਦ ਹੈ ਕਿ ਜਦੋਂ ਫਿਲਮ ਦਾ ਟ੍ਰੇਲਰ ਪ੍ਰੀਮੀਅਰ ਹੋਇਆ ਸੀ ਬੰਬੇ 'ਚ, ਤੇ ਸ਼ਿਲਪਾ ਸ਼ੈਟੀ ਕਹਿੰਦੀ ਵੀ ਅਸੀਂ ਆਪਣਾ ਰੋਣਾ ਨਹੀਂ ਰੋਕ ਸਕੇ ਫਿਲਮ ਵੇਖ ਕੇ, ਸਿੱਖੋ ਤੁਹਾਡਾ ਕੀ ਬਣੂਗਾ। ਬਿਲਕੁਲ ਬਿਲਕੁਲ ਸਾਡੇ ਕੋਲ ਐਡਾ ਅਮੀਰ ਵਿਰਸਾ ਸਾਡੇ ਕੋਲ ਮੌਜੂਦ ਹੈ। ਅੱਜ ਹੀ ਅਸੀਂ ਸੰਗਤਾਂ ਨੂੰ ਦਿਖਾਵਾਂਗੇ। ਬੀਬੀ ਮੁਮਤਾਜ਼ ਦੇ ਜਾ ਕੇ ਆਏ ਸੀਗੇ, ਕੋਈ ਹੈ ਕੋਈ ਉਦਾਹਰਣ? ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਿਆ ਹੈ। ਭਾਈ ਬਚਿੱਤਰ ਸਿੰਘ ਇੱਕ ਰਾਤ ਰਿਹਾ, ਜ਼ਖਮੀ ਸੀ, ਉਹ ਉੱਥੇ ਅੱਜ ਦੀ ਭਾਸ਼ਾ 'ਚ ਗੱਲ ਕਰੀਏ ਉਹ ਕੋਮਾ 'ਚ ਸੀ, ਹਨਾ, ਬੇਸੁੱਧ ਸੀ। ਤੇ ਉਹ ਸਿਪਾਹੀ ਫੜਨ ਆਏ ਤੇ ਉਹਨਾਂ ਦੇ ਬਾਪ ਨੇ ਬਾਹਰੋਂ ਹੀ ਕਹਿ ਦਿੱਤਾ ਕਿ ਮੇਰਾ ਧੀ ਦਮਾਦ ਆ। ਗੱਲ ਇੰਨੀ ਕੁ ਹੋ ਗਈ ਤੇ ਸਿਪਾਹੀ ਵੀ ਚਲੇ ਗਏ ਤੇ ਰਾਤ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਂਦਾ। ਉਸੇ ਰਾਤ ਹੀ ਸੰਸਕਾਰ ਵੀ ਹੋ ਜਾਂਦਾ, ਆਪਣੀ ਹਵੇਲੀ 'ਚ ਸੰਸਕਾਰ ਕਰ ਦਿੰਦੇ ਨੇ। ਤੇ ਜਦੋਂ ਬਾਅਦ 'ਚ ਗੱਲ ਕਿਤੇ ਘਰ 'ਚ ਚੱਲਦੀ ਹੈ ਨਾ ਵੀ ਪੁੱਤ ਤੇਰਾ ਹੁਣ ਵਿਆਹ ਕਰ ਦਈਏ, ਕਹਿੰਦੇ ਵਿਆਹ ਤਾਂ ਹੋ ਗਿਆ ਬਾਪੂ, ਤੇਰੇ ਮੂੰਹ 'ਚ ਕੱਢੇ ਬਚਨ। ਵੇਖੋ ਧੀਆਂ ਕੈਸੀਆਂ ਵੀ ਧੀਆਂ ਸੀ। ਮੈਂ ਉਹੀ ਕਹਿਣ ਹੀ ਲੱਗਾ, ਉੱਥੇ ਹੀ ਆ ਰਿਹਾ ਸੀ। ਹਾਂ ਕਿ ਮਤਲਬ ਨਹੀਂ, ਬਹੁਤ ਜ਼ਰੂਰੀ ਹੈ ਕਿ ਅਸੀਂ ਧੀਆਂ ਸੀਗੀਆਂ ਜਿਹੜੀਆਂ ਬਾਪ ਦੇ ਬਚਨ ਤੇ ਕਿੰਨਾ ਤੇ ਅੱਜ ਬਾਗੀ ਹੋਏ ਫਿਰਦੇ ਨੇ। ਅੱਜ ਸਾਨੂੰ ਲਿਵਿੰਗ ਰਿਲੇਸ਼ਨ ਚਾਹੀਦੇ, ਅੱਜ ਸਾਨੂੰ ਲਵ ਮੈਰਿਜਸ ਚਾਹੀਦੀਆਂ। ਔਰ ਜੇ ਤੁਸੀਂ ਉਹਦਾ ਸਰਵੇ ਕਰੋ ਲਵ ਮੈਰਿਜਸ ਦਾ ਤਾਂ 99% ਲਵ ਮੈਰਿਜਸ ਤਲਾਕ 'ਚ ਪਹੁੰਚਦੀਆਂ, ਕਿਉਂਕਿ ਤੁਸੀਂ ਮਾਰ ਲੈਂਦੇ ਹੋ ਪਹਿਲਾਂ ਫੁਕਰੀਆਂ ਹੈ ਨਾ ਇੱਕ ਦੂਜੇ ਨਾਲ। ਉਹ ਮੁੜ ਕੇ ਜਦੋਂ ਵਿਆਹ ਹੋ ਜਾਂਦਾ ਤਾਂ ਸੱਚ ਸਾਹਮਣੇ ਆਉਂਦਾ, ਉਦੋਂ ਫਿਰ ਤੁਸੀਂ ਲੈਦਾ ਹੋ ਜਾਂਦੇ, ਜੁਦਾ ਹੋ ਜਾਂਦੇ ਹੋ। ਸੋ ਅਵੋਇਡ ਕਰੋ। ਮਾਂ-ਬਾਪ ਤੁਹਾਡਾ ਕੋਈ ਭਲਾ ਹੀ ਸੋਚਣਗੇ, ਕੋਈ ਚੰਗਾ ਹੀ ਸੋਚਣਗੇ। ਔਰ ਜੇ ਮਾਂ-ਬਾਪ ਵੀ ਤੁਹਾਨੂੰ ਜੇ ਗੁਰੂ ਦੇ ਲੜ ਹੈ ਤੇ ਲੜ ਲੱਗ ਜਾਓ, ਹੈ ਨਾ। ਇਹ ਬੜੀ ਵੱਡੀ ਗੱਲ, ਮੈਂ ਖੁਦ ਉਸ ਧਰਤੀ ਤੇ ਜਦੋਂ ਖੜਾ ਸੀ ਮਹਿਸੂਸ ਕਰ ਰਿਹਾ ਸੀ ਕਿ ਐਸੀ ਧੀ, ਬਾਪੂ ਨੇ ਇੱਕ ਵਾਰੀ ਕਹਿ ਦਿੱਤਾ ਵੀ ਮੇਰਾ ਦਮਾਦ ਆ, ਤੇ ਬਾਪੂ ਦਮਾਦ ਤਾਂ ਤੂੰ ਬਣਾ ਲਿਆ ਸੀ, ਹਨਾ, ਬਾਪੂ ਦਮਾਦ ਤਾਂ ਤੂੰ ਬਣਾ ਲਿਆ ਸੀ, ਹੁਣ ਕਿਹੜਾ ਦਮਾਦ ਪਾਲਦਾ। ਇਹ ਧੀ ਕਹਿ ਰਹੀ ਆ, ਕਿਹਨੂੰ ਕਹਿ ਰਹੀ ਹੈ ਕਿ ਜੇ ਆਪਾਂ ਦੂਜਾ ਲਫ਼ਜ਼ ਵਰਤੀਏ ਉਹ ਮਰ ਚੁੱਕਾ, ਇੱਕ ਮਰੇ ਦੇ ਨਾਲ ਸ਼ਾਦੀ ਹੋ ਰਹੀ ਆ। ਸਾਰੀ ਉਮਰ ਕੱਟ, ਸਾਰੀ ਉਮਰ ਕੱਟ 112 ਸਾਲ ਮੇਰੇ ਖਿਆਲ ਉਹਨਾਂ ਦੀ ਕੁੱਲ ਉਮਰ ਜਿਹੜੀ 130-31 ਸਾਲ ਆ, ਤੇ 20 ਸਾਲ ਦੀ ਉਮਰ ਦੇ ਵਿੱਚ ਉਹ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ। ਸੋ ਐਸੇ ਸਾਡੇ ਕੋਲ ਖਜ਼ਾਨੇ ਨੇ। ਹੈ ਕਿਤੇ ਦੁਨੀਆ 'ਚ ਐਸਾ ਖਜ਼ਾਨਾ ਕਿ ਮਰਿਆਂ ਦੇ ਨਾਲ ਸ਼ਾਦੀ ਕਰਾ ਕੇ ਤੇ ਸਾਰਾ ਜੀਵਨ ਸੱਤ ਭੋਗ ਲੈਣਾ। ਔਰ ਉਹ ਬਚਿੱਤਰ ਸਿੰਘ ਗੁਰੂ ਘਰ ਦੇ ਸੀਗੇ, ਔਰ ਉਹਨਾਂ ਦੀ ਸੂਰਮਤਾਈ, ਉਹਨਾਂ ਦਾ ਕਰੈਕਟਰ, ਉਹ ਚੀਜ਼ ਨੇ ਉਹਨੂੰ ਪ੍ਰਭਾਵਿਤ ਕੀਤਾ ਔਰ ਸਾਰੀ ਉਮਰ ਦੇ ਦਿੱਤੀ ਉਹਨੂੰ, ਹਨਾ। ਕਿੱਡੀ ਵੱਡੀ ਗੱਲ ਹੈ। ਸੋ ਆਪਾਂ ਇਹ ਕਰੈਕਟਰ ਨੂੰ ਡਿਵੈਲਪ ਕਰਨਾ ਹੈ, ਨਾਮ ਜਪ ਕੇ, ਗੁਰੂ ਪਾਤਸ਼ਾਹ ਦੇ ਲੜ ਲੱਗ ਕੇ, ਔਰ ਥਾਂ ਤੇ ਕਹਿਣਾ, ਫਖਰ ਕਰਨਾ ਵੀ ਮੇਰਾ ਗੁਰੂ ਗੋਬਿੰਦ ਸਿੰਘ ਆ, ਮੇਰਾ ਪਿਓ ਆ। ਤੇ ਆਟੋਮੈਟਿਕਲੀ ਸੱਚੇ ਮਾਰਗ ਚੱਲਦੇ ਆ। ਉਸਤਤ ਕਰੇ ਜਹਾਨ, ਕਹਿੰਦਾ ਉਸਤਤ ਐਡੀ ਹੈ ਜੀ, ਉਸਤਤ ਤੱਕ ਹੀ ਆਪਣੀ ਸਾਰੀ ਉਮਰ ਲਾਤੀ। ਬਿਲਕੁਲ ਸਾਰੀ ਉਮਰ। ਉਹ ਸ਼੍ਰੀ ਸਾਹਿਬ ਮਹਾਰਾਜ ਨੇ ਭੇਟ ਕਰਤੀ, ਉਹਦੇ ਦਰਸ਼ਨ ਕਰਦੇ ਬਸ। ਔਰ ਅਸੀਂ ਹੁਣ ਸੱਚ ਦੇ ਮਾਰਗ ਤੋਂ ਕਿਤੇ ਭਟਕਦੇ ਜਾ ਰਹੇ, ਪਿੱਛੇ ਹੁੰਦੇ ਜਾ ਰਹੇ ਹਾਂ। ਸੋ ਤੁਰਨਾ ਪੈਣਾ। ਉਹਨਾਂ ਨੂੰ ਵੀ ਖਾਸ ਕਰਕੇ ਜਿਹੜੇ ਅੰਮ੍ਰਿਤ ਛਕ ਕੇ ਵੀ ਕੁਛ ਕਿਤੇ ਪੁੱਠੇ ਪਾਸੇ ਢਿੱਲੇ ਚੱਲਦੇ ਨੇ। ਕਈ ਵਾਰੀ ਆਪਾਂ ਅੰਮ੍ਰਿਤ ਛਕ ਕੇ ਸਮਝ ਲੈਂਦੇ ਕਿ ਹੁਣ ਗੱਲ ਪੂਰੀ ਹੋ ਗਈ, ਪੂਰੀ ਨਹੀਂ ਹੋਈ ਹੈ। ਇਹ ਤਾਂ ਸਮਾਂ ਮਿਲਿਆ ਵੀ ਹੁਣ ਚੱਲ ਪਈ, ਹੁਣ ਐਡਮਿਸ਼ਨ ਆ, ਹੁਣ ਵੇਖ ਕਿੱਥੇ ਤੱਕ ਪਹੁੰਚਦਾ, ਹਨਾ। ਹੁਣ ਸਕੂਲ 'ਚ ਤੁਸੀਂ ਕਿਹੜੇ ਸਬਜੈਕਟ ਪਾਸ ਹੋਣਾ ਉਹ ਦੇਖੋ, ਕਿੰਨੇ ਹੀ ਸਬਜੈਕਟ ਹੈ ਗੁਰੂ ਨਾਨਕ ਪਾਤਸ਼ਾਹ ਦੇ, ਸੰਤ ਵਾਲਾ ਵੀ, ਸਿਪਾਹੀ ਵਾਲਾ ਵੀ ਹੈ, ਹੋਰ ਕਈ ਸਬਜੈਕਟ। ਹੁਣ ਤੂੰ ਟਰੈਕ ਤੇ ਆ ਗਿਆ, ਹੁਣ ਦਿਖਾ ਦੌੜ ਕੇ। ਹਾਂ ਬਿਲਕੁਲ। ਉਹ ਕਈ ਸਾਰੇ ਸਬਜੈਕਟਸ ਆ ਜਿਹੜੇ ਸਰਬੱਤ ਦੇ ਭਲੇ ਦਾ ਸਬਜੈਕਟ ਹੈ, ਹਰ ਤਰ੍ਹਾਂ ਦੇ ਸੇਵਾ ਦਾ ਸਬਜੈਕਟ ਹੈ, ਸਿਮਰਨ ਦਾ ਸਬਜੈਕਟ। ਕਿਹੜੇ ਸਬਜੈਕਟ ਤੁਸੀਂ ਅਵਲ ਆਉਣਾ ਹੈ, ਉਹਨਾਂ ਨੇ ਫਿਰ ਮਹਾਰਾਜ ਨੇ ਮਾਰਕਸ ਦੇਣੇ ਆ। ਬਿਲਕੁਲ। ਇਹ ਸਬਜੈਕਟ ਤੁਸੀਂ ਇਹਦੇ 'ਚ ਇਹ ਹੈ ਤੇ ਤੁਸੀਂ ਆਪਣਾ ਸਬਜੈਕਟ ਵੀ ਲੱਭ ਸਕਦੇ ਹੋ। ਕੱਲ ਤੁਸੀਂ ਦੇਖਿਆ, ਕੱਲ ਜੀ ਅਸੀਂ ਜਦੋਂ ਗਏ ਨਾ ਛੰਨ, ਉੱਥੇ ਬੜਾ ਖੈਰ ਉਹ ਸਮਾਂ ਹੀ ਇਦਾਂ ਦਾ ਹੁਣ ਵੀ ਜਿੱਦਾਂ ਸਾਨੂੰ ਉਹ ਵਾਈਬ੍ਰੇਸ਼ਨ ਮਹਿਸੂਸ ਹੋ ਰਹੀਆਂ, ਉੱਥੇ ਵੀ ਹੋ ਰਹੀਆਂ ਸੀ ਕਿ ਮਾਤਾ ਜੀ ਨੇ ਤੇ ਸਾਹਿਬਜ਼ਾਦਿਆਂ ਨੇ ਇੱਥੇ ਇੱਕ ਛੰਨ ਦੇ ਵਿੱਚ ਬਿਨਾਂ ਕਿਸੇ ਸਹੂਲਤ ਤੋਂ ਰਾਤ ਕੱਟੀ ਸੀ। ਉੱਥੇ 2 ਸਿੰਘ ਸੀਗੇ, ਇੱਕ ਬਜ਼ੁਰਗ ਸੀਗਾ ਮੇਰੇ ਖਿਆਲ ਸਾਡੀ ਉਮਰ ਦਾ ਹੋਏਗਾ, ਇੱਕ ਨੌਜਵਾਨ ਸੀ, ਇੱਕ ਹੋਰ 3 ਆ ਗਏ। ਉਹਨਾਂ ਨੇ ਕੀ ਕੀਤਾ ਸੀ, ਜੋੜਿਆ ਘਰ ਦੂਰ ਸੀਗਾ ਤੇ ਵਾਸ਼ਰੂਮ ਦੇ ਬਾਹਰ ਚੱਪਲਾਂ ਰੱਖੀਆਂ ਸੀ 15-20, ਕਿ ਜਿੰਨੇ ਵੀ ਵਾਸ਼ਰੂਮ ਜਾਣਾ ਚੱਪਲ ਪਾਏ ਜਾਏ, ਆ ਕੇ ਉਤਾਰਦੇ। ਉਹ ਜਦੋਂ ਚੱਪਲ ਆ ਕੇ ਉਤਾਰਦੇ ਸੀ ਨਾ ਵਾਸ਼ਰੂਮ ਤੋਂ ਆ ਕੇ, ਉਹ ਚੱਪਲਾਂ ਨੂੰ ਚੁੱਕਦੇ ਸੀਗੇ, ਉਹਨਾਂ ਦੀ ਸਫਾਈ ਕਰਦੇ ਸੀ ਤੇ ਫਿਰ ਰੱਖਦੇ ਸੀ। ਉਹਨਾਂ ਆਪਣਾ ਹੀ ਸਬਜੈਕਟ ਲੱਭ ਲਿਆ। ਦੇਖੋ ਸੇਵਾ ਕਿੱਦਾਂ ਕਰਨੀ ਹੈ, ਤੁਸੀਂ ਕਿਹੜੀ ਸੇਵਾ ਕਰ ਸਕਦੇ। ਮਾਰਕਸ ਇਹਦੇ ਵੀ ਲੱਗਣੇ ਬਿਲਕੁਲ। ਬਿਲਕੁਲ। ਇਹ ਸਾਧਾਂ ਦੀ ਰੇਣ ਕਿਤੇ ਐਵੇਂ ਮਿਲ ਜਾਂਦੀ ਹੈ।
ਸੰਗਤ ਦੀ ਚਰਨ ਧੂੜੀ ਬੜੀ ਵੱਡੀ ਸ਼ਕਤੀ ਆ। ਬਿਲਕੁਲ, ਨਹੀਂ ਤਾਂ ਦੇਖੋ ਸਾਨੂੰ ਕਿਰਾਏ ਤੇ ਨਹੀਂ ਲੈਣੇ ਪੈਂਦੇ, ਸਾਨੂੰ ਪੈਸੇ ਦੇ ਕੇ ਨਹੀਂ ਗੁਰਦੁਆਰੇ ਦੀ ਸਫਾਈ ਕਰਾਉਣੀ ਪੈਂਦੀ, ਤਾਂ ਸੰਗਤ ਆਪੇ ਹੀ ਕਰੀ ਜਾਂਦੀ ਹੈ। ਦਰਬਾਰ ਸਾਹਿਬ ਪਹੁੰਚੋ, ਦੇਖੋ ਕਿਵੇਂ ਜਿਹੜਾ ਦੜਦੜਾ ਸੇਵਾ ਦਾ ਟਾਈਮ ਨਹੀਂ ਮਿਲਦਾ, ਤੁਹਾਡੀ ਵਾਰੀ ਨਹੀਂ ਆਉਂਦੀ। ਹਾਂ, ਤਾਂ ਇਹੋ ਜਿਹੀ ਸਪਿਰਿਟ ਕਿਤੇ ਮਿਲ ਸਕਦੀ ਹੈ। ਸੋ ਇਹ ਐਡਾ ਵੱਡਾ ਖਜ਼ਾਨਾ, ਤੇ ਇਸ ਖਜ਼ਾਨੇ ਨੂੰ ਮਾਣਿਆ ਕਰੀਏ। ਕੱਲ ਵੀ ਮੈਂ ਗੱਲ ਕੀਤੀ ਸੀ ਸੰਗਤ ਜੀ, ਇਹ ਠੰਡ ਨੂੰ ਆਪਾਂ ਉਹ ਨਾ ਸਮਝੀਏ ਕਿ ਠੰਡ ਲੱਗਦੀ ਆ, ਪਰ ਠੰਡ ਨੂੰ ਮਾਣੀਏ, ਇਸ ਠੰਡ ਨੂੰ ਮਾਣੀਏ। ਇਸ ਠੰਡ ਦੇ ਵਿੱਚ ਹੀ ਉਹ ਜਿਹੜੇ ਯੋਧੇ ਸੀ, ਉਹ ਕੋਈ ਬਲੈਂਕਟ, ਕੋਈ ਉਹ ਕੋਰੀਅਨ ਨਹੀਂ ਸੀਗੇ, ਹਨਾ, ਜਿਹੜੇ ਘੋੜਿਆਂ ਦੀ ਕਿਤੇ ਕਾਠੀਆਂ ਤੇ ਪਏ ਸੀ, ਕੋਈ ਖੇਸੀਆਂ ਉਹੀ ਲੈ ਕੇ ਸੌਂ ਗਏ। ਤੇ ਮੇਰੇ ਗੁਰੂ ਪਿਤਾ ਦੀ ਮੈਂ ਵਡਿਆਈ ਸਾਂਝੀ ਕਰ ਦੇਵਾਂ ਕਿ ਪਾਤਸ਼ਾਹ ਫਿਰ ਜਦੋਂ ਪਿਆਰ ਚ ਆਏ ਨਾ, ਉਹ ਰਾਤ ਪਾਤਸ਼ਾਹ ਨੇ, ਵੈਸੇ ਤਾਂ ਕਦੀ ਵੀ ਨਹੀਂ ਆਰਾਮ ਕਰਦਾ ਰੱਬ, ਪਰ ਉਹ ਦਿਨ ਫਿਰ ਬੈਠੇ ਨੇ, ਕਹਿੰਦੇ ਚਲੋ ਤੁਸੀਂ ਅੱਜ ਆਰਾਮ ਕਰ ਲਓ, ਮੈਂ ਪਹਿਰੇ ਤੇ ਬੈਠਦਾ। ਤੇ ਇਤਿਹਾਸ ਦੱਸਦਾ ਕਿ ਮਹਾਰਾਜ ਨੇ ਚਰਨ ਚੁੰਮ ਲਏ ਉਹਨਾਂ ਸਿੰਘਾਂ ਹੈਂ ਜਿਹੜੇ ਸੁੱਤੇ ਪਏ ਸੀ ਨਾ, ਕਿਉਂਕਿ ਕੱਲ ਮਹਿਸੂਸ ਹੋ ਰਿਹਾ ਸੀ ਸੰਗਤ ਜੀ, ਪਰਸੋਂ ਰਾਤ, ਕਿ ਅਸੀਂ ਤਾਂ 9 ਵਜੇ ਪ੍ਰਸ਼ਾਦਾ ਛਕਿਆ ਤੇ ਅਸੀਂ ਹੁਣ 2 ਵਜੇ ਚੱਲੇ ਹਾਂ, ਜਦੋਂ ਉਹ ਨਿਕਲਿਆ ਸੀ ਉਥੋਂ ਆਨੰਦਗੜ੍ਹ ਸਾਹਿਬ ਤੋਂ, ਪਰ ਉਹ ਕਈ ਮਹੀਨਿਆਂ ਦੇ ਭੁੱਖੇ ਸੀਗੇ, ਹਨਾ, ਤੇ ਭੁੱਖਾ ਸਰੀਰ ਉਹਨੂੰ ਠੰਡ ਵੀ ਵੱਧ ਲੱਗਦੀ ਆ, ਪਰ ਉਹਨਾਂ ਦੇ ਅੰਦਰ ਜਿਹੜੀ ਬਾਪੂ ਦੀ ਸਪਿਰਿਟ ਕੰਮ ਕਰ ਰਹੀ ਸੀ, ਉਹ ਸਪਿਰਿਟ ਜਿਹੜੀ ਆ, ਅਸੀਂ ਉਸ ਦਿਨ ਥੋੜਾ ਜਿਹਾ ਮਹਿਸੂਸ ਕਰਨ ਦਾ ਸੋਚਿਆ ਸੀ। ਕੋਈ ਦੂਸਰਾ ਕੱਪੜਾ ਨਹੀਂ, ਸਿਰਫ ਇੱਕ ਪਤਲਾ ਜਿਹਾ ਚੋਲਾ ਗਰਮੀਆਂ ਵਾਲਾ ਪਾ ਕੇ ਤੇ ਕਛਹਿਰਾ ਤੇ ਸ਼੍ਰੀ ਸਾਹਿਬ ਕਕਾਰ ਪਾਏ ਬਸ। ਪਰ ਮੈਂ ਮਹਿਸੂਸ ਕੀਤਾ ਕਰੀਬ 2-2.5 ਘੰਟੇ ਅਸੀਂ ਠੰਡ 'ਚ ਰਹੇ ਨੰਗੇ ਪੈਰੀ, ਪਰ ਠੰਡ ਨਹੀਂ ਲੱਗਦੀ। ਬਿਲਕੁਲ, ਸਰੀਰ ਤੋਂ ਉੱਪਰ ਉੱਠ ਜਾਂਦਾ ਨਾ। ਹਾਂ, ਜਦੋਂ ਗੁਰੂ ਦੀ ਕਲਾ ਵਰਤਦੀ ਠੰਡ ਨਹੀਂ ਲੱਗਦੀ। ਆਪਾਂ ਜਦੋਂ ਸ਼ਹੀਦਾਂ ਦੇ ਉੱਤੇ ਕਈ ਵਾਰੀ ਸਾਡੇ ਮਨ 'ਚ ਆ ਜਾਂਦਾ ਵੀ ਹਾਂ ਇਹ ਕਿੱਦਾਂ ਹੋ ਸਕਦਾ ਹੈ, ਆਰਾ ਕਿੱਦਾਂ, ਆਰੇ ਦੇ ਵਿੱਚ ਜਪਜੀ ਸਾਹਿਬ ਕਿੱਦਾਂ ਚੱਲ ਸਕਦਾ, ਇਹ ਸਭ ਕੁਝ ਹੀ ਚੱਲ ਸਕਦਾ। ਕਿਤੇ ਜਪਜੀ ਸਾਹਿਬ ਦੇ ਨਾਲ ਉਹ ਪ੍ਰੀਤ ਤਾਂ ਪਈ ਹੋਵੇ, ਫਿਰ ਆਰੇ ਦੇ ਥੱਲੇ ਵੀ ਚੱਲਦਾ। ਫਿਰ ਉੱਪਰ ਪਹੁੰਚ ਗਏ ਨਾ ਆਪਾਂ, ਫਿਰ ਇਹਦਾ ਤੇ ਨਾਸ਼ਵਾਨ ਦਾ ਪਤਾ ਲੱਗ ਗਿਆ, ਇਹਦੀ ਸਾਡਾ ਸਾਥ ਹੀ ਨਹੀਂ ਹੈਗਾ, ਇਹ ਸਾਡਾ ਮਤਲਬ ਸਾਡਾ ਵਫਾਦਾਰ ਨਹੀਂ ਇਹ ਵੀ। ਉਹ ਗੱਲ ਇਸ ਤੋਂ ਗਾਂਹ ਚਲੀ ਜਾਂਦੀ ਹੈ। ਆਪਾਂ ਤੁਰੀਏ ਤਾਂ ਸਹੀ, ਆਪਾਂ ਉਹ ਕੀ ਕਹਿੰਦੇ ਆ, ਆਪਣੀਆਂ ਨਿਗਾਹ ਦੇ ਨਾਲ ਗੁਰੂ ਨੂੰ ਮਾਪਣ ਦੀ ਕੋਸ਼ਿਸ਼ ਕਰਦੇ ਆ। ਉਹ ਅਗੰਮ ਅਗਾਧ ਪਾਰ ਬ੍ਰਹਮ ਸੋਏ ਹੈ, ਉਹਨੂੰ ਉਸੇ ਰੂਪ 'ਚ ਹੀ ਦੇਖਿਆ ਕਰੀਏ। ਗੁਰੂ ਤੇ ਅੱਜ ਸਾਨੂੰ ਸ਼ੰਕਾ ਕਰਨਾ ਵੀ ਬਹੁਤ ਸਿਖਾਇਆ ਜਾ ਰਿਹਾ ਵੀ ਗੁਰੂ ਤੇ ਸ਼ੱਕ ਕਰ ਲਓ, ਬਸ ਉੱਥੇ ਹੀ ਮਰ ਜਾਓ। ਬਈ ਇੰਡੀ ਕੁ ਲਾਈਨ ਹੈ ਸਮਝਣ ਵਾਲੀ ਵੀ ਜਦੋਂ ਮੇਰਾ ਗੁਰੂ ਪਰਮੇਸ਼ਰ ਹੈ, ਖਤਮ ਹੋ ਗਈ ਕਹਾਣੀ। ਉਹ ਰੱਬ ਵਾਲਾ ਭਰੋਸਾ ਰੱਖ ਕੇ, ਤੇ ਆ ਜਿਹੜੇ ਸ਼ਹੀਦ ਹੋਏ ਸੀ ਉਹ ਉਦਾਂ ਹੋ ਹੀ ਨਹੀਂ ਸੀ ਸਕਦੇ, ਨਹੀਂ ਹੋ ਸਕਦਾ। ਜੇ ਉਹ ਰੱਬ ਨਹੀਂ ਸੀ ਜਾਣਦੇ ਗੁਰੂ ਕਲਗੀਧਰ ਪਾਤਸ਼ਾਹ ਨੂੰ, ਸ਼ਹੀਦ ਨਹੀਂ ਸੀ ਹੋ ਸਕਦੇ। ਮੈਂ ਨਾ ਅਸੀਂ ਗੱਤਕਾ ਜਦੋਂ ਖੇਡਦੇ ਹੁੰਦੇ ਸੀ ਤਾਂ ਸਾਨੂੰ, ਮੈਂ ਪੁਰਾਤਨ ਸਿੰਘਾਂ ਨਾਲ ਗੱਲ ਕੀਤੀ ਸੀ ਵੀ ਉਦੋਂ ਕਿਵੇਂ ਮਤਲਬ ਲੜਾਈਆਂ ਲੜਦੇ ਹੁੰਦੇ ਸੀ, ਇੰਨੇ ਜੋਸ਼ ਨਾਲ ਹਰ ਲੜਾਈ ਜਿੱਤੀ ਉਹਨਾਂ ਨੇ ਨਾ। ਉਹ ਕਹਿੰਦੇ ਹੋਏ ਹਰ ਵਕਤ ਸਿੰਘਾਂ ਦੇ ਮਨ 'ਚ ਇਹ ਰਹਿੰਦਾ ਹੁੰਦਾ ਸੀਗਾ ਵੀ ਮੇਰਾ ਗੁਰੂ ਮੈਨੂੰ ਦੇਖ ਰਿਹਾ, ਮੈਂ ਜ਼ੋਹਰ ਦਿਖਾਉਣੇ ਆ, ਹੈ ਨਾ। ਤਾਂ ਉਹ ਜ਼ੋਹਰ ਤਾਂ ਆਟੋਮੈਟਿਕਲੀ, ਇੱਕ ਤਾਂ ਗੁਰੂ ਨੂੰ ਆਪਾਂ ਵਿੱਚ ਲੈ ਲਿਆ ਨਾ ਗੁਰੂ ਨੂੰ, ਆਟੋਮੈਟਿਕ ਫਿਰ ਤਾਂ ਗੁਰੂ ਹੀ ਲੜ ਰਿਹਾ ਸੀ। ਗੁਰੂ ਹਾਜ਼ਰ ਨਾਜ਼ਰ ਹੋ ਗਿਆ, ਜਦੋਂ ਗੁਰੂ ਦੀ ਰਹਿਮਤ, ਜਦੋਂ ਸਾਨੂੰ ਵੇਖੋ ਅਸੀਂ ਕਹਿੰਦੇ ਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ, ਨਾਨਕ ਹੋਸੀ ਪੀ ਸੱਚ ਹੈਪੀ ਸੱਚ ਮਹਿਸੂਸ ਕਰਿਆ ਕਰੀਏ। ਹੈਗਾ ਇਸ ਵੇਲੇ, ਹੈਗਾ ਸਾਡੇ ਨਾਲ ਹੈ ਸਾਜਣ ਹਮ ਨਿਕਟ ਖੜਾ, ਹਾਂ ਬਿਲਕੁਲ, ਉਹ ਇਸ ਵੇਲੇ ਵੀ ਉਹ ਸਾਡੇ ਸਿਰ ਤੇ ਹੱਥ ਰੱਖ ਕੇ ਬੈਠਾ ਹੈ। ਸੋ ਇਸ ਚੀਜ਼ ਨੂੰ ਮਹਿਸੂਸ ਕਰਿਆ ਕਰੀਏ ਸੰਗਤ ਜੀ, ਤਾਂ ਹੀ ਫਿਰ ਚੜ੍ਹਦੀ ਕਲਾ ਹੋਣੀ ਹੈ। ਆਪਣੀ ਕੱਲਿਆਂ ਦੀ ਨਹੀਂ ਹੋਣੀ, ਸਾਰੀ ਕੌਮ ਦੀ, ਮੈਂ ਸਮਝਦਾ ਵਿਸ਼ਵ ਦੀ ਹੋ ਜਾਏਗੀ, ਜਦੋਂ ਦੁਨੀਆ ਦੇ ਵਿੱਚ ਵਾਹਿਗੁਰੂ 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 ਗੂੰਜੇਗਾ। ਸੋ ਇਹ ਗੂੰਜਾਂ ਖਤਮ, ਅਸ਼ਰਜ ਰਹੇਗੀ, ਕੁਛ ਨਹੀਂ ਗਿਆ ਪਿੱਛੇ। ਸੋ ਬਿਲਕੁਲ ਇਹ ਬੜੀਆਂ ਵੱਡੀਆਂ ਦਾਤਾਂ ਸਾਡੀ ਝੋਲੀ ਪਈਆਂ ਨੇ। ਸ਼ਹੀਦਾਂ ਨੂੰ ਯਾਦ ਕਰਦੇ ਹੋ, ਤੇ ਇਸ ਪਿਆਰ ਦੇ ਵਿੱਚ ਇਹਨੂੰ ਇੱਥੇ ਨਾ ਛੱਡ ਜਾਈਏ ਕਿ ਹਫ਼ਤੇ ਬਾਅਦ ਸਾਨੂੰ ਚੇਤਾ ਭੁੱਲ ਜੇ, ਹੈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸੋ ਪਿਆਰ ਦੇ ਵਿੱਚ ਆਇਓ ਤੇ ਪਿਆਰ ਦੇ ਵਿੱਚ ਹੀ ਗੜੂੰਦ ਹੋ ਜਾਈਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਫਤਿਹ ਸਾਂਝੀ ਕਰਦੇ ਆਗਿਆ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਬਾਬਾ ਜੀ ਚਮਕੌਰ ਸਾਹਿਬ ਪਹੁੰਚੇ ਹੋਏ ਨੇ, ਕੁਝ ਬਚਨ ਸਰਵਣ ਕਰਾਉਣੇ ਆਪ ਸੰਗਤਾਂ ਨੂੰ। ਦੇਖੋ ਇਹ ਵੀ ਇੱਕ ਤਰ੍ਹਾਂ ਦੀ ਤਪੱਸਿਆ ਹੈ ਕਿ ਸਾਡੇ ਨੌਜਵਾਨ ਦਸਤਾਰਾਂ ਸਜਾਉਣ, ਕਿਉਂਕਿ ਕਈ ਸਾਰੇ ਬਹਾਨੇ ਮਾਰੇ ਜਾਂਦੇ ਕਿ ਪੱਗ ਭਾਰੀ ਹੁੰਦੀ ਆ, ਕੰਨ ਪੀੜ ਹੋਣ ਲੱਗ ਪੈਂਦੇ, ਆਹ ਹੁੰਦਾ ਉਹ ਹੁੰਦਾ। ਸੋ ਬਾਬਾ ਜੀ ਪਾਸੋਂ ਸਰਵਣ ਕਰਦੇ ਆ ਕਿ ਇਹ ਜਿਹੜਾ ਦੁਮਾਲਾ ਆ ਇਹਦੀ ਖਾਸੀਅਤ ਕੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਮਹਾਰਾਜ, ਤੁਹਾਨੂੰ ਚੜ੍ਹਦੀ ਕਲਾ ਕਰਨ, ਤਰੱਕੀਆਂ ਦੇਣ ਤੁਹਾਨੂੰ। ਜਿਹੜਾ ਤੁਸੀਂ ਦਮਾਲਿਆਂ ਦਾ, ਗੁਰਮਤਿ ਦਾ ਇੰਨਾ ਪ੍ਰਚਾਰ ਤੁਸੀਂ ਦੇਸਾਂ ਪ੍ਰਦੇਸਾਂ ਵਿੱਚ ਸਾਰੇ ਪ੍ਰਚਾਰ ਰਹੇ ਆ। ਅਸੀਂ ਤਾਂ ਬਹੁਤ ਘੱਟ ਪ੍ਰਚਾਰ ਹੁੰਦਾ ਸਾਡੇ ਕੋਲੇ, ਤੇ ਤੁਸੀਂ ਤਾਂ ਸਾਰੇ ਥੋੜ੍ਹੇ ਸਮੇਂ ਦੇ ਵਿੱਚ ਸਾਰੇ ਮੁਲਕਾਂ 'ਚ ਪਹੁੰਚਾ ਦਿੰਦੇ ਆ। ਮਹਾਰਾਜ ਦਸਤਾਰ ਦਾ ਸਾਰਾ ਖੂਬੀ ਹੈ, ਦਸਤਾਰ ਦਾ ਰੋਹਬ ਹੈ, ਦਸਤਾਰ ਪਿੱਛੇ ਮਾਰਨੇ ਘੋਲ ਘੁਲੇ ਹੈ। ਦਸਤਾਰ ਦਾ ਹੀ ਪ੍ਰਚਾਰ ਅਸੀਂ ਜਿਉਂ ਬਚਪਨ 'ਚ ਡੰਗਰ ਚਾਰਦੇ ਨਿੱਕੇ ਜਿਹੇ ਭੱਜੇ ਹੋਏ ਆ ਘਰੋਂ। ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਬਚਪਨ 'ਚੋਂ ਬਾਹਰ ਹੀ ਹਾਂ। ਅਸੀਂ ਹਜੇ ਤੱਕ, ਮੈਂ ਬਹਿੰਗਮ ਹਾਂ, ਮੈਂ ਨਿੱਕਾ ਜਿਹਾ ਬਾਹਰ ਭੱਜਿਆ ਹੋਇਆ, ਮੈਂ ਹੁਣ ਵੀ ਬਹਿੰਗਮ ਹੀ ਹਾਂ। ਮਹਾਰਾਜ ਦੀ ਕਿਰਪਾ ਨਾਲ ਪ੍ਰਚਾਰ ਹੀ ਕਰ ਰਿਹਾ। ਮੈਂ ਦਿਨ ਪਰ ਰਾਤ, ਸਾਰੀ ਰਾਤ, ਸਾਰਾ ਦਿਨ ਮੈਂ ਗੱਡੀ ਚਲਾਉਣਾ, ਸਾਰੀ ਰਾਤ, ਸਾਰਾ ਦਿਨ। ਮੈਂ ਨਹੀਂ ਚਲਾਉਂਦਾ, ਮਹਾਰਾਜ ਆਪ ਹੀ ਕਿਰਪਾ ਕਰਦੇ ਆ, ਮਹਾਰਾਜ ਆਪ ਹੀ ਪਹੁੰਚਾ ਲੈਂਦੇ ਆ। ਗੁਰੂ ਸਾਹਿਬ ਦੀ ਕਿਰਪਾ ਮਹਾਰਾਜ ਦੀ ਦੇਖ ਲਓ। ਅਸੀਂ ਚਲੋ ਆਏ ਸਹੀ, ਬਿਲਕੁਲ ਇੱਥੇ ਗੱਡੀ ਨਹਿਰ 'ਤੇ ਖੜ੍ਹ ਗਈ ਅਤੇ ਉਹਦੇ ਹੁਕਮ ਵਿੱਚ ਆ ਕੇ ਟੋਚਨ ਪਾ ਕੇ ਇੱਥੇ ਅੰਦਰ ਆਈ ਆ। ਅਤੇ ਹੁਣ ਅਸੀਂ ਇੱਥੋਂ ਅਰਦਾਸ ਕਰਕੇ, ਨਮਸਕਾਰ ਕਰਕੇ, ਬੇਨਤੀਆਂ ਕਰਕੇ, ਡੇਗਾਂ ਕਰਾ ਕੇ ਅਸੀਂ ਇੱਥੇ ਆਏ। ਮੈਂ ਇੱਕ ਡਰਾਈਵਰ ਨੂੰ ਬੁਲਾਇਆ, ਮੈਂ ਕਿਹਾ ਦੇਖੀਏ। ਉਹਨੇ ਮਾੜਾ ਚੈੱਕ ਕਰਕੇ ਮਾੜਾ ਦੇਖਿਆ ਤਾਂ ਤੇਲ ਤੂਲ ਪਾ ਕੇ ਚਲੋ ਪੰਪ ਹਵਾ ਕੱਢ, 4 ਫੁੱਜੇ ਹਵਾ ਕੱਢ ਕੇ ਉਹਨੇ ਸੈਟਿੰਗ ਕਰਕੇ, ਪਤਾ ਨਹੀਂ ਕਿੱਦਾਂ ਪਹਿਲਾਂ ਤੇਲ ਵਿੱਚ ਹੈਗਾ ਸੀਗਾ, ਫੁੱਲ ਆਈ ਜਾਂਦਾ ਤੇਲ, ਅਤੇ ਇੱਥੇ ਤੇਲ ਨਹੀਂ ਹੈਗਾ। ਜੋ ਦੁਬਾਰੇ ਸਟਾਰਟ ਕੀਤੀ ਕਿ ਤੇਲ ਵੀ ਬਥੇਰਾ ਵਿੱਚ ਪਿਆ ਵਾ, ਅਤੇ ਗੱਡੀ ਵੀ ਸਟਾਰਟ ਹੋ ਗਈ ਮਹਾਰਾਜ ਦੀ ਕਿਰਪਾ ਨਾਲ। ਅਤੇ ਮੈਂ ਹੁਣ ਫਿਰ ਮੈਂ ਕਿਹਾ ਚਲੋ ਗੱਡੀ ਤਾਂ ਸਟਾਰਟ ਹੋ ਗਈ, ਹੁਣ ਕਮਰਾ ਲੈ ਲਈਏ। ਹੁਣ ਕਮਰਾ ਵੀ ਆਸਣ ਲੈ ਲਈਏ, ਆਸਣ ਲਾ ਕੇ ਫਿਰ ਚਾਬੀ ਜੇਬ 'ਚ ਪਹਿਲਾਂ ਪਾ ਲਈਏ, ਫਿਰ ਇੱਕ ਦਰਬਾਰ 'ਚ ਫਿਰ ਹਾਜ਼ਰੀ ਲੁੱਟ ਲਈਏ। ਫਿਰ ਕੀਰਤਨ, ਰੈਣ ਸਵਾਈ ਕੀਰਤਨ ਚੱਲਣ ਡਿਆ ਵਾ, ਉੱਥੇ ਵੀ ਹਾਜ਼ਰੀ ਭਰੀਏ ਥੋੜ੍ਹੀ ਬਹੁਤੀ ਆਪਣੀ। ਆਪਾਂ ਸੌਣ ਨਹੀਂ ਇੱਥੇ ਆਏ, ਆਪਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ, ਦਸਤਾਰ ਦਾ ਪ੍ਰਚਾਰ ਕਰ ਰਹੇ ਹਾਂ। ਬਈ ਗੁਰਮੁਖੋ, ਬਈ ਸਿੱਖਾਂ ਦੇ ਮੁੰਡੇ ਆ, ਐਵੇਂ ਗੁੱਡੀਆਂ ਬਟੋਲੇ ਨਾਲ ਬੰਨੀ ਫਿਰੋ ਅਤੇ ਦਸਤਾਰਾਂ ਸਿਆਓ, ਭਾਵੇਂ ਛੋਟੀ ਸਿਆਓ, ਕੋਈ ਲੋੜ ਨਹੀਂ ਬਹੁਤੀ ਵੱਡੀ ਸਿਆਉਣ ਦੀ ਦਸਤਾਰ। ਬਹੁਤੇ ਵੱਡੇ ਕੜੇ ਪਾਉਣ ਦੀ ਲੋੜ ਨਹੀਂ ਹੈ। ਕੜਾ ਪਾਓ, ਸਰਬਲੋ ਦਾ ਪਾਓ, ਭਾਵੇਂ ਪਾਈਏ ਦਾ ਪਾ ਲਓ, ਅੱਧਾ ਕਿਲੋ ਦਾ ਪਾ ਲਓ, ਭਾਵੇਂ 100 ਗ੍ਰਾਮ ਦਾ ਪਾ ਲਓ, ਅਤੇ ਭਾਵੇਂ ਘੱਟੋ ਘੱਟ 50 ਗ੍ਰਾਮ ਤੋਂ ਘੱਟ ਕੜਾ ਨਹੀਂ ਹੋਣਾ ਚਾਹੀਦਾ। ਜਿਹੜਾ ਗੁਰਸਿੱਖ ਦਾ ਕੜਾ ਵੀ ਸਰਬਲੋ ਦਾ ਹੋਣਾ ਚਾਹੀਦਾ, ਸਿਲਵਰ ਦਾ, ਪਿੱਤਲ ਦਾ, ਗਿਲਟ ਦਾ, ਇਹ ਚਾਂਦੀ ਦਾ, ਸੋਨੇ ਦਾ, ਇਹ ਕੜੇ ਮਰਿਆਦਾ ਵਿੱਚ ਨਹੀਂ ਆਉਂਦੇ। ਕੜਾ ਮਰਿਆਦਾ 'ਚ ਆਉਂਦਾ ਗੁਰੂ ਸਾਹਿਬ ਦਾ ਸਰਬਲੋ। ਸਰਬਲੋ ਕੀ ਰੱਖਿਆ ਹਮਨੇ। ਜਿਹੜੇ ਗੁਰਸਿੱਖ ਸਰਬਲੋ ਕੜਾ ਧਾਰਨ ਕੀਤਾ ਵਾ, ਉਹਦੀ ਗੁਰੂ ਕਲਗੀਧਰ ਮਹਾਰਾਜ ਦੀ ਸਹਾਇਤਾ ਕਰਦੇ ਆ, ਉਹਦੀ ਮਦਦ ਕਰਦੇ ਆ। ਮੈਂ 645 ਮੀਟਰ ਦਮਾਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਸਿਆ ਲੈਣਾ। ਅੱਜ ਮੈਂ 100 ਮੀਟਰ ਦਮਾਲਾ ਮੇਰਾ ਘੱਟ ਹੀ ਆ ਕਈ ਦਿਨਾਂ ਤੋਂ। ਜਿਉਂ ਮੈਂ ਹਰਿਮੰਦਰ ਸਾਹਿਬ ਤੋਂ ਚੱਲਿਆ, ਦਰਬਾਰ ਸਾਹਿਬ ਤੋਂ, ਉੱਥੇ ਵੀ ਮੇਰੀ 500 ਕੁਛ ਮੀਟਰ ਦਸਤਾਰ ਸੀਗੀ, ਹੁਣ ਵੀ ਮੇਰੀ ਉਨੀ ਹੋਈ ਆ। ਮੈਂ ਜੇ ਵਧਾਈ ਨਹੀਂ ਹੈਗਾ, ਸ਼ਾਇਦ ਫਤਿਹਗੜ੍ਹ ਸਾਹਿਬ ਸ਼ਾਇਦ ਵੱਧ ਜੂਗੀ ਮਹਾਰਾਜ ਦੀ ਕਿਰਪਾ ਜਾ ਕੇ। ਉਹ ਪਤਾ ਨਹੀਂ, ਉਹਦੀ ਕਿਰਪਾ ਹੀ ਆ, ਮਹਾਰਾਜ ਦੀ ਬਖਸ਼ਿਸ਼ ਹੀ ਆ। ਉੱਥੇ ਸ਼ਾਸਤਰ ਵੀ ਹੋਰ ਲੱਗ ਜਾਣਗੇ, ਚੱਕਰ ਵੀ ਹੋਰ ਲੱਗ ਜਾਣਗੇ। ਹਜੇ ਘੱਟ ਨੇ ਮਹਾਰਾਜ ਦੀ ਕਿਰਪਾ ਨਾਲ। ਘੱਟੋ ਘੱਟ 40-45 ਕਿਲੋ ਸਰਬਲੋ ਸ਼ਾਸਤਰ ਹੁੰਦੇ ਵਿੱਚ ਦਸਤਾਰ ਦੇ ਵਿੱਚ, ਅਤੇ ਲੱਖ ਰੁਪਏ ਦੇ ਸ਼ਾਸਤਰ ਹੁੰਦੇ ਆ। ਅਤੇ 32,000 ਦੀ ਦਸਤਾਰ ਪਹਿਲਾਂ 2011 'ਚ ਆਈ ਸੀਗੀ। ਸੋ ਬਚਨ ਮੰਨਿਆ ਕਰੋ, ਗੁਰੂ ਸਾਹਿਬ ਦੀ ਕੁਰਬਾਨੀ ਕੀਤੀ ਯਾਦ ਰੱਖੋ। ਸਮਾਂ ਬੜਾ ਖਤਰਨਾਕ ਆ ਰਿਹਾ, ਬੜਾ ਭਿਆਨਕ ਸਮਾਂ ਆ ਰਿਹਾ। ਤਲਵਾਰਾਂ ਰੱਖੋ ਸਾਰੇ ਘਰਾਂ ਵਿੱਚ। ਐਵੇਂ ਨਾ ਮੁੰਡੇ ਦਾ ਵਿਆਹ ਹੋਵੇ ਅਤੇ ਵਿਆਹੁਣ ਮੌਕੇ ਬੰਦਾ ਹਾਕੀ ਲਾ ਕੇ ਤੁਰ ਪੈਂਦਾ, ਜਿਵੇਂ ਕ੍ਰਿਕਟ ਚੱਲਿਆ ਖੇਡਣ ਵਾਸਤੇ, ਚੱਲਿਆ ਵਿਆਹੁਣ ਵਾਸਤੇ, ਹਾਕੀ ਲਾ ਕੇ ਤੁਰ ਪੈਂਦਾ ਵਿਆਹੁਣ ਵਾਸਤੇ। ਜਾਂ ਕਹੋ ਛਿਟੀ ਜਿਹੀ ਲਾ ਕੇ ਤੁਰ ਪੈਂਦੇ ਆ, DSP ਵਾਲੀ ਜਿਹੜੀ ਹੁੰਦੀ ਆ, PAP ਵਾਲੀ, ਉਹ ਲਾ ਕੇ ਤੁਰ ਪੈਂਦੇ ਆ ਛਿਟੀਆਂ ਲੈ ਕੇ। ਇਸ ਕਰਕੇ ਪਰੇਡ ਕਰਾਉਣੀ ਚੱਲੇ ਆਪਾਂ। ਜਿਹੜਾ ਵਿਆਹੁਲਾ ਹੋਵੇ ਉਹਦੇ ਕੋਲ ਤਲਵਾਰ ਚਾਹੀਦੀ ਆ। ਅਤੇ ਮਹਾਰਾਜ ਕਹਿੰਦੇ ਕਿਰਪਾ ਵੀ ਜਿਹੜਾ ਗੁਰਸਿੱਖ ਹੋਵੇ, ਸਿੰਘ ਨਾਮ ਸ਼ੇਰ ਦਾ ਹੈ, ਜਿਹਨੇ ਅੰਮ੍ਰਿਤ ਛਕਿਆ ਹੋਇਆ ਅਤੇ ਚਾਹੇ ਅੰਮ੍ਰਿਤ ਨਹੀਂ ਛਕਿਆ, ਜਿਹੜਾ ਸਿੰਘ ਨਾਮ ਹੈ ਉਹ ਸ਼ਾਸਤਰ ਆਪਣੇ ਹੁਣ ਤੋਂ ਹੀ ਖਰੀਦਣੇ ਸ਼ੁਰੂ ਕਰ ਦਿਓ। ਅਤੇ ਤਿਆਰ ਹੋ ਕੇ ਪੰਜਾ ਪਰਗ ਪੇਸ਼ ਹੋ ਕੇ ਅਤੇ ਪਾਸਪੋਰਟ ਲੈ ਲਓ, ਫਿਰ ਚੜ੍ਹਦੀ ਕਲਾ ਹੀ ਆ। ਅੰਮ੍ਰਿਤ ਇਹ ਨਹੀਂ ਕਹਿੰਦਾ ਕੰਮ ਛੱਡ ਦਿਓ ਜਾਂ ਮੱਥੇ ਟਿਕਾਉਣ ਲੱਗ ਜਾਓ ਜਾਂ ਪੂਜਾ ਕਰਾਉਣ ਲੱਗ ਜਾਓ। ਅੰਮ੍ਰਿਤ ਛਕ ਕੇ ਕੰਮ ਓਨੇ ਹੀ ਕਰਨੇ ਆ। ਮਾਂ ਬਾਪ ਨੂੰ ਮੱਥਾ ਟੇਕਣਾ ਹੀ ਟੇਕਣਾ, ਅਤੇ ਮਾਰ ਕੇ ਝਾੜੂ ਮਾਰਨਾ ਹੀ ਮਾਰਨਾ। ਝੂਠੇ ਭਾਂਡੇ ਮਾਂਜਣੇ ਆ। ਲੰਗਰ ਦੇ ਭਾਂਡੇ ਮਾਂਜਣੇ ਸਿੱਖ ਲਏ, ਆਪਣਾ ਮਨ ਮਾਂਜਣਾ ਸਿੱਖ ਲਿਆ। ਜਿਹਨੇ ਆਪਣਾ ਭਾਂਡਾ ਨਹੀਂ ਮਾਂਜਣਾ ਸਿੱਖਿਆ ਲੰਗਰ ਦਾ, ਉਹ ਮਨ ਨੂੰ ਕਿੱਦਾਂ ਮਾਂਜੂ। ਇਸ ਮਨ ਕੋ ਮਲ ਲਾਗੀ ਕਾਲਾ ਹੂਆ ਛਾ,
ਖੰਦਲੀ ਧੋਤੀ ਉਜਲੀ ਨਾ ਹੋਵੇ, ਕੋਲੂ ਦੀ ਲੀਰ ਨੂੰ 100 ਵਾਰੀ ਧੋ ਲਓ, ਉੱਤੋਂ ਧੁੰਦਿਆਈ ਨਹੀਂ ਆਉਂਦੀ। ਕੁੱਤੇ ਦੀ ਪੂਛ 12 ਸਾਲ ਪਾ ਦਿਓ, ਉਹ ਬਿੰਗੀ ਦੀ ਬਿੰਗੀ ਰਹਿੰਦੀ ਆ। ਮੱਥੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਆ, ਕਲਗੀਧਰ ਨੂੰ ਟੇਕਦੇ ਆ, ਤੇ ਦਾੜੀਆਂ ਮੁੱਛਾਂ ਜਾ ਕੇ ਨਾਈਆਂ ਕੋ ਮਨਾਉਂਦੇ ਆ। ਠੇਕਾ ਦੇ ਦਿੰਦੇ ਨਾਈਆਂ ਨੂੰ, ਮਹੀਨੇ ਬਾਅਦ ਠੇਕਾ ਦੇ ਦਿੰਦੇ ਇਕੱਠਾ ਹੀ ਉਹਨੂੰ ਜਾ ਕੇ, ਨਾਲ ਚਪੇੜਾ ਖਾਂਦੇ ਆ ਤੇ ਨਾਲੇ ਚਫੇਰ ਗੜੀਆਂ ਬਣਾਉਂਦੇ ਆ, ਨਾਲ ਛਿੱਤਰ ਤੇ ਘਸਾਉਂਦਾ, ਨਾਲੇ ਸਿਰ ਤੇ ਹੱਥ ਰੱਖਦਾ, ਤੇ ਸਿਰ ਤੇ ਹੱਥ ਰਖਾਉਣ ਦਾ ਹੁਕਮ ਨਹੀਂ ਕਿਸੇ ਨੂੰ ਵੀ। ਸੋ ਸਾਰੇ ਵਿਦਵਾਨ ਨੇ, ਪੜ੍ਹੀਆਂ ਲਿਖੀਆਂ ਸੰਗਤਾਂ ਨੇ, ਸਾਰੇ ਗੁਰਸਿੱਖ ਜੀਵਨ ਨੇ, ਪਤਾ ਹੀ ਹੈ ਸੰਗਤ ਅਸੀਂ ਤਾਂ ਚੇਤਾ ਕਰਨ ਦੀ ਡਿਊਟੀ ਆ। ਚੇਤੂ ਤੋਂ ਚੇਤਨ ਹੈ ਤੋ ਚੇਤ ਲੈ, ਨਿਤ ਦਿਨ ਮੇ ਪੁਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਅਜੂ ਕੁਝ ਸਮਝ, ਅਜੇ ਵੀ ਸਮਝ ਲਓ, ਵਿਗੜੇ ਨਹੀਂ, ਕੁਛ ਨਹੀਂ ਵਿਗੜੇ, ਬੇਰ ਡੁੱਲਿਆਂ ਦਾ ਕੁਛ ਨਹੀਂ ਵਿਗੜਿਆ। ਮਹਾਰਾਜ ਕਹਿੰਦੇ ਜੇ ਤੂੰ 50 ਸਾਲ ਦੇ ਹੋ ਗਏ ਸ਼ਰਾਬ ਪੀਣਾ ਛੱਡ ਦੇ, ਜੇ 50 ਸਾਲ ਦਾ ਹੋ ਗਿਆ ਸ਼ਰਾਬ ਛੱਡ ਦੇ, ਤੰਬਾਕੂ ਛੱਡ ਦੇ, ਰੋਮਾਂ ਦੀ ਬੇਅਦਬੀ ਕਰਨੀ ਛੱਡ ਦੇ, ਤਿਆਰ ਪਰ ਤਿਆਰ ਹੋ ਜਾ। ਭਾਵੇਂ 50-60 ਸਾਲ ਦਾ, ਭਾਵੇਂ 80 ਸਾਲ ਦਾ ਵੀ ਹੋ ਗਿਆ, ਤਿਆਰ ਪਰ ਤਿਆਰ ਹੋ ਜਾ, ਫਿਰ ਵੀ ਤੈਨੂੰ ਨਿਊਟਰਲ ਕਰ ਦੇਣਗੇ। ਮੈਂ ਤਾਂ ਇੰਨਾ ਹੀ ਖਿਮਾ ਮੰਗਦਾ। ਮੈਂ ਦਰਬਾਰ 'ਚ ਹਾਜ਼ਰੀ ਭਰਨੀ ਪਈ। ਇਹਨਾਂ ਦੇ ਬਹੁਤ ਧੰਨਵਾਦ ਜਿਹੜੇ ਗੁਰਸਿੱਖਾਂ ਨੇ ਪ੍ਰਚਾਰ ਸੁਣ ਰਹੇ ਹੈ ਤੇ ਆਪਣੇ ਸੁਣਾ ਰਹੇ ਨੇ। ਆਪਣਾ ਦਿਨਪੁਰਾ ਦੇ ਕਰਕੇ ਸਾਰੀ ਸੰਗਤ ਨੂੰ, ਕੋਨੇ ਕੋਨੇ ਦੀ ਸੰਗਤ ਨੂੰ ਦਰਸ਼ਨ ਕਰਾ ਰਹੇ। ਕਿੰਨੇ ਵਾਰਾਗਰਦੀ ਕਰਦੇ ਨੰਗੇ ਸਿਰ ਵਾਲੇ, ਉਹ ਵੀ ਦਿਖਾਈ ਜਾਂਦੇ ਆ। ਕਿੰਨੇ ਛਾਪਾਂ ਛੱਲੇ ਪਾਈ ਫਿਰਦੇ ਆ, ਉਹ ਵੀ ਦਿਖਾਈ ਜਾਂਦੇ ਆ। ਕੋਈ ਝਾਂਜਰਾਂ ਪਾਈ ਫਿਰਦਾ ਮਸਤਾਂ ਵਾਂਗੂ, ਉਹ ਵੀ ਦਿਖਾਈ ਜਾਂਦੇ ਆ। ਇਹ ਸਾਰਾ ਪਖੰਡ ਵੈ, ਮਨਮੱਤ ਵੈ। ਸੋ ਭਾਈ ਗੁਰੂ ਘਰ ਆਏ, ਸਾਹਿਬਜ਼ਾਦੇ ਦੇ ਚਰਨਾਂ 'ਚ ਆਏ ਆ। ਇੱਥੋਂ ਕੁਛ ਛੱਡ ਕੇ ਜਾਓ, ਕੁਛ ਨਾ ਕੁਛ ਲੈ ਕੇ ਜਾਓ। ਛੱਡ ਜੋ ਚੋਰੀ ਜਾਰੀ, ਮਾੜੇ ਖਿਆਲ, ਮਾੜੀਆਂ ਵਿਚਾਰਾਂ। ਲਿਜਾਣਾ ਕੀ ਹੈ? लूटना है तो लूट ले, राम नाम है लूट, फिर पाछे पछताएंगे या प्राण जाएंगे छूट। फतेह बुलाओ, फतेह बुलानी गुर मत, मत्था टेकना मन मत। किसी बंदे नूं मत्था टेकना ये मन मत है, जिहड़ी फतेह बुलानी है ये गुरमत है। थोड़े किन्ने केस चलते हैं, किन्ने मुकदमे चलते हैं, थोड़ी कच्ची बंग मूँह टुट जाणगे। ये वाहिगुरू की फतेह है, वाहिगुरू का खालसा। फतेह बुलाया करो, दोवें हाथ जुड़ के फतेह बुलावांगे तो कहते 7 करोड़ 3.5 करोड़ एक बंदे का, 3.5 ਦੇ 3.5 7, दोए हथ जोड़ 60 कले, 20 का कर जोड़, गुरसिख को गुरसिख मिले, खिड़ जे 7 करोड़। कि जो पहला फतेह बुलाਉਂਦਾ कलगीधर ਦਾ मुख है, ਜਿਹੜਾ दूसरा फतेह बुलाਉਂਦਾ हौली ਦੇ ਨੇ खब्बा मोढा, ਜਿਹੜਾ फतेह 'ਚ ਬੋਲਦਾ ਹੀ ਨਹੀਂ ਗਾ ਉਹਦਾ ਕੰਡ ਵਾ, ਪਿੱਠ ਵਾ। ਹੁਣ ਆਪਾਂ ਕੰਡ ਕੀਤੀ ਹੋਈ ਆ, ਪਿੱਠ ਕੀਤੀ ਹੋਈ ਆ, ਆਪਣੀ ਨਹੀਂ। ਜਿਹੜੇ ਜੁੜੇ ਹੋਏ ਆ ਉਹਨਾਂ ਦੀ ਨਹੀਂ ਹੈ, ਜਿਹੜੇ ਨਗੁਰੇ ਆ ਉਹਨਾਂ ਦੀ ਕੰਡ ਕੀਤੀ ਹੋਈ ਆ। ਉਹ ਕੰਡ ਨਾ ਕਰੋ, ਮਹਾਰਾਜ ਨੇ ਮੁੱਖ ਰੱਖੋ, ਤਿਆਰ ਪ੍ਰਚਾਰ ਹੋਵੋ, ਫਤਿਹ ਬੁਲਾਓ ਗੱਜ ਕੇ। ਜੇ ਕੋਈ ਵਿਦਵਾਨ ਪ੍ਰਚਾਰਕ, ਕੋਈ ਵੀ ਵਿਦਵਾਨ ਪ੍ਰਚਾਰਕ ਫਤਿਹ ਬੁਲਾਉਂਦਾ ਸਟੇਜ ਦੇ ਉੱਤੇ, ਉਹਦਾ ਜਵਾਬ ਦਿਆ ਕਰੋ। ਐਵੇਂ ਨਾ ਮੂੰਹ 'ਚ ਬੋਲਿਆ ਕਰੋ, ਗੱਜ ਕੇ ਬੋਲਿਆ ਕਰੋ। ਆਪਾਂ ਵੀ ਗੱਜ ਕੇ ਫਤਿਹ ਬੁਲਾਈਏ, ਮਹਾਰਾਜ ਸਾਰੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਨੇ ਉਹਨਾਂ ਲੋਕਾਂ ਦਾ ਉਹ ਬਹਾਨਾ ਹੀ ਖਤਮ ਕਰ ਦਿੱਤਾ ਜਿਹੜੇ ਕਹਿੰਦੇ ਸੀ ਵੀ ਪੱਗ ਜਦੋਂ ਬੰਨੀ ਦੀ ਆ ਸਿਰ ਪੀੜ ਹੁੰਦੀ ਆ, ਕੰਨ ਦਰਦ ਹੁੰਦੇ ਨੇ। ਸੋ ਬਾਬਾ ਜੀ ਦਾ ਇਹ ਜਿਹੜਾ ਦਸਤਾਰਾ ਦੁਮਾਲਾ ਇਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਸਵਾਲਾਂ ਦਾ ਸਾਰਿਆਂ ਦਾ ਜਵਾਬ ਹੈ। ਸੋ ਇਸ ਵਾਸਤੇ ਆਪਾਂ ਬਾਬਾ ਜੀ ਦੇ ਬਚਨ ਆਪ ਜੀ ਨਾਲ ਸਾਂਝੇ ਕੀਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਇੱਕ हिंद में तीर्थ है यात्रा के लिए, कटाए बाप ने बच्चे जहाँ खुदा के लिए। सो उस धरती ਦੇ ਉੱਤੇ ਇਸ ਵਕਤ ਆਪ ਜੀ ਦੇਖ ਸਕਦੇ ਹੋ ਕਿ ਠੰਡ ਦਾ ਵੀ ਆ, ਧੁੰਦ ਦਾ ਵੀ ਆ, ਸਾਰੇ ਰੰਗ ਜਿਹੜੇ ਨੇ ਉਹੀ ਸਮਾਂ ਹੈ, ਉਹੀ ਦਿਨ ਨੇ। ਤੇ ਜਿੱਥੇ ਸੰਗਤਾਂ ਦੂਰੋਂ ਨੇੜੇ ਚੱਲ ਕੇ ਆਉਂਦੀਆਂ ਨੇ, ਜਿਵੇਂ ਆਪਾਂ ਕੱਲ ਵੀ ਆਪ ਜੀ ਨੂੰ ਦਰਸ਼ਨ ਕਰਾਇਆ ਸੀ ਕਿ ਦੁੱਧ ਦੇ ਲੰਗਰ। ਸੋ ਇੱਥੇ ਵੀ ਵੀਰ ਜਿਹੜੇ ਨੇ ਹਰ ਸਾਲ ਇੱਥੇ ਸੇਵਾ ਚੱਲਦੀ ਹੈ, ਦੁੱਧ ਦੇ ਲੰਗਰ ਦੀ ਸੇਵਾ। ਸੋ ਇਹ ਭਾਈ ਸਾਹਿਬ ਹੋਰੀ ਤੇ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ, ਕਿਉਂਕਿ ਇਸ ਵੇਲੇ ਸਰਦੀ ਤੋਂ ਬਚਣ ਦੇ ਵਾਸਤੇ ਉਸ ਵੇਲੇ ਕੱਚੀ ਗੜੀ ਦੇ ਵਿੱਚ ਤਾਂ ਪਤਾ ਨਹੀਂ ਕਿਸ ਢੰਗ ਦੇ ਨਾਲ ਰਾਤਾਂ ਗੁਜ਼ਰੀਆਂ ਹੋਣਗੀਆਂ। ਪਰ ਅੱਜ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਸੰਗਤਾਂ ਦੀ ਸੇਵਾ ਬੜੇ ਪਿਆਰ ਦੇ ਨਾਲ ਕਰਦੇ ਨੇ। ਇਹ ਵੀਰ ਹਰ ਸਾਲ ਲੱਗੇ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰ ਸਾਲ ਆਪ ਜੀ ਵੱਲੋਂ ਚੱਲਦੀ ਹੈ ਤੇ ਕੀ ਭਾਵਨਾ ਕੀ ਮਨ ਦੇ ਵਿੱਚ ਆਈ ਵੀ ਜਦੋਂ ਆ ਸੇਵਾ ਨਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਦਰਸ਼ਨ ਹੋ ਜਾਣ ਸਾਹਿਬਜ਼ਾਦੇ ਕਲਗੀਧਰ ਮਹਾਰਾਜ ਦੀ ਦੇਣੀ ਉਹ ਬਹੁਤ ਆ ਸਾਨੂੰ ਜੀ। ਮਤਲਬ ਉੱਥੇ ਭਾਵਨਾ ਹੀ ਖਤਮ ਹੈ ਜੀ। ਇੱਕ ਪਿਆਰ ਹੈ ਜੀ ਮਹਾਰਾਜ, ਇੱਕ ਸਾਡਾ ਫਰਜ਼ ਵੀ ਹੈ, ਇੱਕ ਸੇਵਾ ਵੀ ਹੈ ਜੀ। ਇੱਕ ਅਸੀਂ ਕਰਮ ਵਾਲੇ ਜਿਹੜਾ ਸਾਨੂੰ ਉਹਨਾਂ ਨੇ ਸੇਵਾ ਦਿੱਤੀ ਹੈ ਜੀ। ਤੇ ਇਹ ਜਲ ਸਵੀਲ ਦੀ ਸੇਵਾ ਤਿਆਰ ਕਰਾਈ ਆਪ ਲੱਗ ਕੇ ਸੰਗਤਾਂ ਸਹਿਯੋਗ ਨਾਲ। ਜਲ ਦਾ ਗਰਮੀਆਂ 'ਚ ਜਲਦਾ ਹੁੰਦਾ ਜੀ, ਤੇ ਗਰਮੀਆਂ ਦਾ ਜਲਦਾ ਹੁੰਦਾ ਜੀ। ਤੇ ਬਾਬਾ ਅਜੀਤ ਸਿੰਘ ਦਾ ਮਨਾਈ ਦਾ, ਪ੍ਰਕਾਸ਼ ਜਿਹੜਾ ਬਾਬਾ ਜੁਝਾਰ ਸਿੰਘ ਦਾ ਮਨਾਈ ਦਾ ਜੀ। ਤੇ ਦੁੱਧ ਮੱਠੀਆਂ, ਲੰਗਰ, ਆਈਸਕ੍ਰੀਮ
ਚੌ ਚਲਾਈਦਾ। ਸਿੱਧੀ ਦਿਨਾਂ 'ਚ ਦੁੱਧ ਮੱਠੀਆਂ ਆਉਂਦੀਆਂ ਸੰਗਤਾਂ ਸਹਿਯੋਗ ਨਾਲ ਜੀ, ਪਿੰਡਾਂ ਨਗਰਾਂ 'ਚੋਂ ਕੀਰਤਨ ਵੀ ਕਰੀਦਾ ਔਰ ਇੰਨੀ ਖੁਸ਼ੀ ਮਿਲਦੀ ਹੈ, ਅਸੀਂ ਆਪਣੇ ਬਾਪ ਦੇ ਘਰ ਖੜੇ ਹਾਂ ਜੀ। ਸਭ ਤੋਂ ਵੱਡੀ ਜਿਹੜਾ ਆਪ ਜੀ ਨੇ ਸਵਾਲ ਕੀਤਾ ਹੈ ਵੀ ਕੀ ਮਨੋਰਥ ਹੈ, ਜੋ ਸਾਡੇ ਲਈ ਕਲਗੀਧਰ ਮਹਾਰਾਜ ਕਰ ਗਏ, ਸਾਹਿਬਜ਼ਾਦੇ ਕਰ ਗਏ, ਸ਼ਹੀਦ ਸਿੰਘ ਕਰ ਗਏ, ਪੰਜ ਪਿਆਰੇ ਕਰ ਗਏ, ਗੁਰੂ ਸਾਹਿਬ ਕਰ ਗਏ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਗਤ ਸਾਹਿਬਾਨ ਕਰਕੇ ਅਸੀਂ ਦੇਣੀ ਨਹੀਂ ਦੇ ਸਕਦੇ ਜੀ। ਬਸ ਇੰਨਾ ਕਾ ਵੀ ਸ਼ੁਕਰ ਹੈ, ਉਹਨਾਂ ਨੇ ਆਪਣੀ ਸੇਵਾ ਲਾ ਲਿਆ ਜੀ, ਇਸ ਤੋਂ ਉੱਪਰ ਕੋਈ ਮੰਗੇ ਨਹੀਂ ਹੈ ਜੀ। ਹਾਂਜੀ, ਤੇ ਆਪਣੇ ਦਰਸ਼ਨ ਦੇ ਦੇਣ, ਸਾਨੂੰ ਬਖਸ਼ ਲੈਣ ਜੀ ਬਸ। ਹਾਂਜੀ, ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਜੀ ਨੇ ਰਿਕਵਰ ਕੀਤਾ। ਹਰੇਕ ਸਾਲ ਹੁੰਦਾ ਜੀ, ਸੰਗਤਾਂ ਦਾ ਪੂਰਾ ਸਹਿਯੋਗ ਹੈ ਜੀ। ਗੁਰਦੁਆਰਾ ਸ੍ਰੀ ਕਤਲਗੜ੍ਹ ਚਮਕੌਰ ਸਾਹਿਬ ਜੀ। ਹਾਂਜੀ ਦੇਖੋ ਸੰਗਤਾਂ ਦੇ ਜਿੱਥੇ ਸੇਵਾ ਦੇ ਵਾਸਤੇ ਐਸਾ ਚਾਅ ਗੁਰਮੁਖਾਂ ਦੇ ਮਨ ਦੇ ਵਿੱਚ, ਸੋ ਗੁਰੂ ਸਾਹਿਬ ਦੀਆਂ ਰਹਿਮਤਾਂ ਮਾਨਣ ਦੇ ਵਾਸਤੇ, ਲੈਣ ਦੇ ਵਾਸਤੇ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਸੇਵਾ ਦੇ ਵਿੱਚ, ਸੇਵਾ ਸਿਮਰਨ ਬੰਦਗੀ ਜਿਸ ਵੀ ਢੰਗ ਦੇ ਨਾਲ ਉਹਨੂੰ ਖੁਸ਼ ਕਰ ਲਈਏ, ਉਹਨੂੰ ਰਜਾ ਲਈਏ। ਸੋ ਹਰ ਕੋਈ ਆਪਣੇ ਢੰਗ ਨਾਲ ਲੱਗਾ ਤੇ ਗੁਰਮੁਖ ਪਿਆਰੇ ਹਰ ਸਾਲ ਇੱਥੇ ਲਗਾਤਾਰ ਇਹ ਸੇਵਾ ਚਲਾਉਂਦੇ ਨੇ। ਸੋ ਬੜੇ ਵਡਭਾਗੀ ਨੇ। ਚਮਕ ਹੈ ਮਿਹਰ की चमकौर तेरे ज़र्रों में, यहीं से सरखरू होके सितारे गए आसमां के लिए। इस मिट्टी दे विच ਉਹ ਕਸ਼ਿਸ਼ ਹੈ। ਅੱਲਾ ਯਾਰ ਖਾਂ ਐਵੇਂ ਨਹੀਂ ਬਾਗੀ ਹੋ ਗਿਆ, ਉਹਨਾਂ ਤੋਂ ਬਾਗੀ ਹੋਇਆ ਸੀ ਜਿਨ੍ਹਾਂ ਨੇ ਉਹਨੂੰ ਕਾਫਰ ਐਲਾਨ ਦਿੱਤਾ, ਪਰ ਉਹ ਸੱਚਾ ਹੀ ਹੋਇਆ ਸੀ। ਜਿਹਨੂੰ ਚਮਕ ਦਿਖ ਪੈਂਦੀ ਹੈ, ਜਿਹਨੂੰ ਮਹਿਸੂਸ ਹੋ ਜਾਂਦੀ ਹੈ। ਸੋ ਇਸ ਧਰਤੀ ਦੇ ਉੱਤੇ ਇੱਕ ਨਹੀਂ, ਦੋ ਨਹੀਂ, ਗੁਰੂ ਤੋਂ ਆਪਾ ਵਾਰਨ ਵਾਲੀਆਂ ਐਸੀਆਂ ਜਿੰਦਾਂ ਜਿਨ੍ਹਾਂ ਦੇ ਦਿਲ ਦੇ ਵਿੱਚ ਇੱਕੋ ਹੀ ਸੀ। ਵੇਖੋ ਪੜ੍ਹਨ ਨੂੰ ਤਾਂ ਆਪਾਂ ਸਾਰੇ ਪੜ੍ਹ ਲੈਂਦੇ ਹਾਂ ਕਿ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋਂ ਹਰ ਕੇ ਦੁਆਰ। ਪਰ ਧੰਨ ਸਾਨੂੰ ਹਨਾ, ਧੰਨ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਨਾਲ ਇਸ ਲਈ ਚੱਲੇ ਹੋਏ ਸਨ ਵੀ ਆਪਾਂ ਸ਼ਹੀਦ ਹੋਣਾ, ਪਰ ਸ਼ਹੀਦ ਹੋਣ ਵਾਸਤੇ ਕਾਹਲੀ ਵੀ ਨਹੀਂ ਕਰਨੀ। ਮਸਲਾ ਕੀ ਸੀ ਕਿ ਇਹਨਾਂ ਘੇਰਿਆਂ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅੱਗੇ ਲੈ ਕੇ ਜਾਣਾ ਤਾਂ ਕਿ ਪੰਥ ਦੀ ਚੜ੍ਹਦੀ ਕਲਾ ਹੋ ਸਕੇ। ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ, ਇਹ ਜਜ਼ਬਾ ਸੀ। ਆਓ ਦਰਸ਼ਨ ਕਰ ਰਹੇ ਹੋ ਨਾ ਇਸ ਗੜੀ ਦਾ, ਇਹ ਗੜੀ ਦਾ ਜਜ਼ਬਾ ਕੀ ਸੀ? ਜੂਝਣਾ। ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਢਹਿ ਢੇਰੀ ਨਹੀਂ ਹੋਣਾ, ਜੂਝਣਾ, ਆਖਰੀ ਦਮ ਤੱਕ ਜੂਝਣਾ। ਨਿਰਾਸ਼ਾ 'ਚ ਨਹੀਂ ਜਾਣਾ, ਡਿਪਰੈਸ਼ਨ 'ਚ ਨਹੀਂ ਜਾਣਾ। ਉਹ ਡਿਪਰੈਸ਼ਨ 'ਚ ਨਹੀਂ ਸੀ ਗਏ ਵੀ ਆਲੇ ਦੁਆਲੇ 10 ਲੱਖ ਦਾ ਘੇਰਾ ਪੈ ਗਿਆ। ਉਹ ਜੂਝੇ, ਆਖਰੀ ਦਮ ਤੱਕ ਜੂਝੇ। ਉਹ ਇਤਿਹਾਸ ਰਚ ਦਿੱਤਾ ਇਸ ਗੜੀ ਨੇ, ਚਮਕੌਰ ਦੀ ਇਸ ਗੜੀ ਨੇ ਉਹ ਇਤਿਹਾਸ ਰਚ ਦਿੱਤਾ ਕਿ ਸਰੀਰ ਦੇ ਮਰਨ ਦੇ ਨਾਲ ਮੌਤ ਨਹੀਂ ਹੁੰਦੀ। ਸੋ ਐਸੇ ਅਜਿੱਤ ਉਹ ਯੋਧੇ 5-5 ਕਰਕੇ ਨਿਕਲਦੇ ਸੀ, ਹੈਨਾ। ਇੱਕ ਸੀ ਅਜੀਤ, ਇੱਕ ਸੀ ਜੁਝਾਰ, ਹੈ। ਦੋ ਪੁੱਤਰਾਂ ਦੀਆਂ ਜੰਜਾਂ ਚੜੀਆਂ, 5-5 ਜਾਂਜੀ ਘੋੜ ਸਵਾਰ। ਜਿਵੇਂ ਮੈਂ ਆਪ ਜੀ ਦੇ ਨਾਲ ਸੰਗਤ ਜੀ ਗੱਲ ਕੀਤੀ ਸੀ, ਜਿਹੜੇ ਪ੍ਰੋਗਰਾਮ ਦੇ ਨਾਲ ਲਗਾਤਾਰ ਆਪ ਜੁੜੇ ਹੋਏ ਹੋ, ਸ਼ਾਇਦ ਤੁਹਾਨੂੰ ਯਾਦ ਹੋਏਗਾ ਜਦੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਪਾਤਸ਼ਾਹ ਬਾਹਰ ਆ ਰਹੇ ਨੇ ਤੇ ਮਨ 'ਚ ਇੱਕ ਭਾਵਨਾ ਹੀ ਸੀ ਕਿ ਪਾਤਸ਼ਾਹ ਤੂੰ ਆਪਣੇ ਪੁੱਤਰਾਂ ਦੀ ਜੰਜ ਲੈ ਕੇ ਚੱਲਿਆ, ਵਿਆਹੁਣ ਚੱਲਿਆ, ਪਾਤਸ਼ਾਹ ਲਾੜੀ ਮੌਤ ਵਿਆਹੁਣ ਚੱਲਿਆ। ਬਾਜਾਂ ਵਾਲਿਆ, ਤੇਰੇ ਵਰਗਾ ਪਿਤਾ ਕੌਣ ਹੋ ਸਕਦਾ ਹੈ? ਕੁੱਲ ਲੋਕਾਈ ਦਾ ਤੂੰ ਦਸ਼ਮੇਸ਼ ਪਿਤਾ ਹੈ ਤੇ ਆਪਣੇ ਲਾਲਾ ਨੂੰ ਤੂੰ ਮੌਤ ਵਿਆਹੁਣ ਦੇ ਵਾਸਤੇ ਜੰਜ ਚੜ੍ਹ ਕੇ ਤੁਰਿਆ। ਸੋ ਇਹ ਗੜੀ ਹੈ, ਇਹ ਕੱਚੀ ਗੜੀ ਸੀ। ਹੁਣ ਅੱਜ ਇਸ ਰੂਪ ਦੇ ਵਿੱਚ ਸਾਨੂੰ ਦਰਸ਼ਨ ਹੋ ਰਹੇ ਨੇ। ਧੁੰਦ ਹੈ, ਰਾਤ ਹੈ, ਮੌਸਮ ਇੱਦਾਂ ਦਾ, ਜ਼ਿਆਦਾ ਦੂਰ ਦਾ ਵਿਊ ਤਾਂ ਤੁਹਾਨੂੰ ਮਿਲ ਨਹੀਂ ਪਾ ਰਿਹਾ ਹੋਏਗਾ, ਪਰ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਕਲਗੀਧਰ ਦੀ ਬਖਸ਼ਿਸ਼ ਅੱਜ ਵੀ ਹੋਣੀ ਹੈ। ਅੱਜ ਵੀ ਇਸ ਗੜੀ 'ਚੋਂ ਜੇ ਇਤਿਹਾਸ ਦੇ ਹਿਸਾਬ ਦੇ ਨਾਲ ਦੇਖੀਏ ਤੇ ਪਾਤਸ਼ਾਹ ਤਾੜੀ ਮਾਰ ਕੇ ਨਿਕਲਦੇ ਨੇ। ਕਿਵੇਂ ਨਿਕਲਦੇ ਨੇ, ਕੀ ਕਰਦੇ ਨੇ, ਆਓ ਸਾਰੀਆਂ ਵਿਚਾਰਾਂ ਸਾਂਝੀਆਂ ਕਰਦੇ ਹਾਂ ਜੀ। ਸੋ ਉਸ ਗੜੀ ਦਾ ਇਹ ਰੂਪ ਇਸ ਵੇਲੇ ਜੋ ਸਾਡੇ ਸਾਹਮਣੇ ਹੈ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਉਹਨਾਂ 40 ਸਿੰਘਾਂ ਦੇ ਨਾਲ ਪਹੁੰਚਦੇ ਨੇ। ਉਸ ਜਗ੍ਹਾ ਨੂੰ ਪਛਾਣਦੇ ਨੇ ਕਿ ਹਾਂ ਸਹੀ ਟਿਕਾਣੇ ਤੇ ਆ ਗਏ ਹਾਂ।
ਫਿਰ ਵਿਉਂਤਬੰਦੀ ਕੀਤੀ ਜਾਂਦੀ ਹੈ, ਕਿਉਂਕਿ ਆਪਾਂ ਜਾਣਦੇ ਸਰਦੀਆਂ ਦੇ ਵਿੱਚ ਹਨੇਰਾ ਜਲਦੀ ਆ ਜਾਂਦਾ ਹੈ। ਤੇ ਪਾਤਸ਼ਾਹ ਨੇ ਫਿਰ ਰਾਤ, ਉਹ ਰਾਤ ਬੜੇ ਪਿਆਰ ਦੀ ਸੀ, ਬੜੀ ਅਨੋਖੀ ਰਾਤ ਹੈ। ਕੱਚੀ ਗੜੀ ਦੇ ਵਿੱਚ ਮੋਰਚੇਬੰਦੀ ਜਿੱਥੇ ਕੀਤੀ, ਕੁਝ ਸਿੰਘ ਪਹਿਰਾ ਦੇ ਰਹੇ ਨੇ। ਪਾਤਸ਼ਾਹ ਉਸ ਦਿਨ ਆਪਣੇ ਪਿਆਰੇ ਗੁਰਸਿੱਖਾਂ ਨੂੰ ਕਹਿੰਦੇ ਅੱਜ ਤੁਸੀਂ ਆਰਾਮ ਕਰ ਲਓ। ਆਰਾਮ ਤਾਂ ਕਿੰਨੇ ਕੀਤਾ ਸੀ, ਕਈ ਮਹੀਨੇ ਗੁਜ਼ਰ ਚੁੱਕੇ ਸੀ, ਪਰ ਫਿਰ ਵੀ ਸਰ ਥੱਕੇ ਟੁੱਟੇ ਜਦੋਂ ਪਏ, ਕਈਆਂ ਨੂੰ ਸਰੀਰਕ ਨੀਂਦਰ ਆ ਗਈ, ਰੂਹਾਨੀ ਨੀਂਦਰ ਤਾਂ ਉਹਨਾਂ ਨੂੰ ਕਿੱਥੇ ਸੀ। ਪਾਤਸ਼ਾਹ ਤੱਕਦੇ ਨੇ, ਕਿਸੇ ਦਾ ਦਾੜਾ ਝਾੜਦੇ ਨੇ, ਕਿਸੇ ਦੇ ਦੁਮਾਲੇ ਤੇ ਕੋਈ ਮਿੱਟੀ ਲੱਗ ਗਈ, ਉਹ ਝਾੜੀ। ਤੇ ਜਿਹੜੀ ਗੱਲ ਆਪਾਂ ਪਹਿਲਾਂ ਸਾਂਝੀ ਕੀਤੀ ਸੀ, ਐਸੇ ਪਿਆਰ ਚਾਹੇ ਜੇ ਤਾਂ ਉਹ ਇੱਕ ਪੰਕਤੀ ਬੋਲਦੇ ਹੁੰਦੇ ਨਾ ਕਈ ਵਾਰੀ ਧਾਰਨਾ 'ਚ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਤੇ ਉਹਨਾਂ ਦੇ ਵਿੱਚ ਤਾਂ ਸੱਚੀ ਮੁੱਚੀ ਉਹ ਪਿਆਰੇ ਸੀ, ਜਿਹੜੇ ਸੱਚੀ ਮੁੱਚੀ ਸੀਸ ਦੇ ਚੁੱਕੇ ਸਨ, ਪਹਿਲਾਂ ਹੀ ਦੇ ਚੁੱਕੇ ਸਨ, ਇੱਕ ਇਤਿਹਾਸ ਰਚ ਚੁੱਕੇ ਸਨ। ਉਹ 5 ਵੀ ਉੱਥੇ ਹੀ ਸਨ। ਤੇ ਜਿਹੜੇ ਬਾਕੀ ਸਨ ਉਹ ਵੀ ਤਾਂ ਉਸੇ ਪਿਆਰ ਦੀ ਮੂਰਤ ਬਣ ਚੁੱਕੇ ਸਨ। ਉਹ ਸੀਸ ਵਾਰਨ ਦੇ ਵਾਸਤੇ ਹੀ ਇੱਥੇ ਸਨ। ਜਿਨ੍ਹਾਂ ਦੇ ਕੋਲ ਸੀਸ ਨਹੀਂ ਸੀ ਵਾਰਨ ਵਾਸਤੇ, ਉਹ ਇੱਥੇ ਨਹੀਂ ਸੀ। ਜਿਹੜੇ ਇਸ ਗੜੀ ਦੇ ਵਿੱਚ ਨੇ, ਉਹ ਸਾਰੇ ਸੀਸ ਵਾਰਨ ਦੇ ਵਾਲੇ ਸੀ। ਉਹਨਾਂ ਸਿਰਫ ਗੱਲਾਂ ਬਾਤਾਂ ਸੀਸ ਨਹੀਂ ਸੀ ਭੇਟ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ, ਉਹ ਸੀਸ ਵਾਰਨ ਦੇ ਵਾਸਤੇ ਇੱਥੇ ਬੈਠੇ ਹੋਏ ਸਨ, ਉਡੀਕ 'ਚ ਸਨ ਵੀ ਸਾਡੀ। ਆਪਾਂ ਤਾਂ ਗੁਰਬਾਣੀ ਦੀ ਪੰਕਤੀ ਇਸ ਢੰਗ ਦਾ ਪੜ੍ਹਦੇ ਹਾਂ ਨਾ ਕਿ ਕਦ ਨਾਨਕ ਆਵੇ ਵਾਰੀ, ਹੈ ਨਾ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਧੰਨ ਉਹ ਗੁਰੂ ਕੇ ਪਿਆਰੇ ਸ਼ਹੀਦ ਜਿਹੜੇ ਇਸ ਉਡੀਕ ਦੇ ਵਿੱਚ ਸਨ, ਪਾਤਸ਼ਾਹ ਸਾਨੂੰ ਕਦੋਂ ਆਗਿਆ ਕਰੋ, ਸਾਨੂੰ ਆਗਿਆ ਦੇਵੋ। ਗਿਆ ਹੈ ਅਜੀਤ ਹੁਣ ਜਾਊਗਾ ਜੁਝਾਰ। ਇਹ ਕੋਈ ਛੋਟੀ ਜੀ ਗੱਲ ਨਹੀਂ, ਸਿਰਫ ਕੰਨਾਂ ਨਾਲ ਨਾ ਸੁਣੀਏ, ਕਿਤੇ ਦਿਲ ਦੀ ਗਹਿਰਾਈਆਂ ਦੇ ਵਿੱਚ ਉਹ ਪਿਆਰ ਲੈ ਕੇ ਸੁਣੀਏ ਤੇ ਫਿਰ ਪਤਾ ਲੱਗਦਾ ਹੈ ਕਿ ਕੀ ਸੀ ਉਹਨਾਂ ਦੇ ਮਨਾਂ ਦੇ ਅੰਦਰ। ਗੁਰੂ ਤੋਂ ਆਪਾ ਵਾਰਨਾ, ਨਿਸ਼ਾਵਰ ਕਰ ਦੇਣਾ। ਵਾਰ ਨੇ ਬੁਲਹਾਰ ਨੇ ਲੱਖ ਬਰੀਆ। ਉਹ ਵਾਰਨੇ ਗਏ, ਕਿਵੇਂ ਗਏ? ਫਿਰ ਆਪਣੇ ਨਹੀਂ ਬਚਾਏ। ਅੱਜ ਕੌਮ ਦੀ ਦੁਸ਼ਵਾਰੀ ਕੀ ਹੈ ਕਿ ਜਿਹੜਾ ਲੀਡਰ ਬਣ ਜਾਂਦਾ ਉਹ ਆਪਣੇ ਬਚਾ ਲੈਂਦਾ, ਲੋਕਾਂ ਦੇ ਮਰਵਾ ਦਿੰਦਾ। ਗੁਰੂ ਕਲਗੀਧਰ ਪਾਤਸ਼ਾਹ ਦਾ ਰਸਤਾ ਅਖਤਿਆਰ ਨਹੀਂ ਕਰਦੇ ਪਏ, ਇਸੇ ਲਈ ਕੌਮ ਦੁਸ਼ਵਾਰੀਆਂ 'ਚ ਹੈ, ਇਸੇ ਲਈ ਸਾਡਾ ਭਲਾ ਨਹੀਂ ਹੋ ਪਾ ਰਿਹਾ। ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ, ਇਹ ਗੱਲ ਹੀ ਰਹਿ ਗਈ ਹੈ, ਪ੍ਰੈਕਟੀਕਲ ਨਹੀਂ ਹੋ ਰਿਹਾ। ਪਰ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਪੁੱਤ ਨੂੰ, ਜਵਾਨ ਪੁੱਤ ਨੂੰ ਹੀਰੇ ਵਰਗੇ, ਮੈਂ ਸਮਝਦਾ ਕੋਈ ਲਫ਼ਜ਼ ਹੀ ਨਹੀਂ ਉਹਨੂੰ ਕਿਵੇਂ ਬਾਬਾ ਅਜੀਤ ਸਿੰਘ ਜੀ ਦੇ ਉਹਨਾਂ ਦੇ ਉਸ ਕਿਰਦਾਰ ਨੂੰ ਕਿਵੇਂ ਬਿਆਨ ਕਰਾਂਗੇ, ਉਹਨਾਂ ਦੀ ਉਸ ਜਵਾਨੀ ਨੂੰ, ਉਹਨਾਂ ਦੇ ਉਸ ਜਜ਼ਬੇ ਨੂੰ ਕਿਵੇਂ ਬਿਆਨ ਕਰਾਂਗੇ। ਉਹਨੂੰ ਤਿਆਰ ਕਰਦੇ, ਸ਼ਿੰਗਾਰਦੇ ਨੇ। ਅੱਜ ਵੀ ਮਾਵਾਂ ਸ਼ਿੰਗਾਰਦੀਆਂ ਨੇ ਨਾ, ਹੈ ਭੈਣਾਂ ਸ਼ਿੰਗਾਰਦੀਆਂ ਨੇ। ਹਾਂ ਮੇਰੇ ਵੀਰ ਦਾ ਵਿਆਹ ਵਾ, ਇਹ ਵਿਆਹ ਸੀਗਾ, ਇਹ ਵਿਆਹ ਸੀਗਾ ਸੰਗਤ ਜੀ। ਜਦੋਂ ਆਪਣੇ ਕਿਤੇ ਪੁੱਤ ਵਿਆਹੁੰਦੇ ਹੁੰਦੇ ਹੋ ਨਾ, ਕਿਤੇ ਗਾ ਲਿਆ ਕਰੋ, ਮੈਂ ਚਾਰੇ ਪੁੱਤ ਵਾਰਨੇ ਬਣਾ ਕੇ ਦੋ ਜੋੜੀਆਂ, ਮੈਂ ਚਾਰੇ ਪੁੱਤ ਵਾਰਨੇ ਬਣਾ ਕੇ ਦੋ ਜੋੜੀਆਂ, ਮੈਂ ਦਾਜ ਵਿੱਚ ਲੈਣੀਆਂ ਤੇਗਾਂ ਤੇ ਘੋੜੀਆਂ, ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹੁਣੇ, ਜੀਤਾ ਪੀਲਾ ਪਾਣੀ ਵਾਰ ਕੇ, ਜੀਤਾ ਪੀਲਾ ਪਾਣੀ ਵਾਰ ਕੇ। ਪੰਜ ਸਿੰਘ ਜਾਣਗੇ ਬਰਾਤ ਮੇਰੇ ਪੁੱਤਰਾਂ ਦੀ, ਪੰਜ ਸਿੰਘ ਜਾਣਗੇ ਬਰਾਤ ਮੇਰੇ ਪੁੱਤਰਾਂ ਦੀ, ਤੇਗਾਂ ਉੱਤੇ ਲੰਘਣੀ ਹੈ ਰਾਤ ਮੇਰੇ ਪੁੱਤਰਾਂ ਦੀ।
ਹੋ ਲੋਕਾਂ ਦੇ ਤਾਂ ਪੁੱਤ ਕੱਚੀ ਲੱਸੀ ਨਾਲ ਖੇਡਦੇ ਹੈ, ਮੈਂ ਲਹੂ ਵਿੱਚ ਪੁੱਤ ਨੇ ਨਵਾਉਣੇ, ਜੀਤਾ ਪੀ ਲੈ ਪਾਣੀ ਵਾਰ ਕੇ। ਸੰਗਤ ਜੀ ਮਹਿਸੂਸ ਕਰਿਓ, ਇਹ ਲਫ਼ਜ਼ਾਂ ਨੂੰ ਸਿਰਫ ਲਫ਼ਜ਼ਾਂ ਤੱਕ ਨਾ ਸੀਮਤ ਰਹਿਣ ਦੇਈਏ। ਸਾਡੀ ਇਹੀ ਦੁਸ਼ਵਾਰੀ ਹੈ, ਦਮਦਮਾ ਸਾਹਿਬ ਦੇ ਉਹ ਬੋਲ ਸਿਰਫ ਆਪਾਂ ਸੁਣਦੇ ਹਾਂ ਤੇ ਦੂਜੇ ਕੰਨੀ ਕੱਢ ਦਿੰਦੇ ਹਾਂ। ਇਹਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਕੋਈ ਛੋਟੀ ਗੱਲ ਨਹੀਂ। ਸਰਬੰਸ ਵਾਰਨਾ ਸਰਬੰਸ ਦਾਨੀ। ਸੋ ਉਸ ਗੁਰੂ ਕਲਗੀਧਰ ਪਾਤਸ਼ਾਹ ਦਾ, ਜਿਹਨੇ ਸਾਡੇ ਤੋਂ ਸਾਰਾ ਕੁਝ ਵਾਰ ਕੇ ਸਾਡੇ ਤੋਂ ਮੰਗਿਆ ਕਿ ਆਓ ਪੁੱਤਰੋ ਮੇਰੀ ਗੋਦੀ 'ਚ ਬਹਿ ਜਾਓ, ਤੇ ਸਾਨੂੰ ਗੁਰੂ ਦੀ ਗੋਦੀ ਚੰਗੀ ਨਹੀਂ ਲੱਗ ਰਹੀ, ਐਸੇ ਗੁਰੂ ਦੀ ਗੋਦੀ ਚੰਗੀ ਨਹੀਂ ਲੱਗ ਰਹੀ। ਸਾਡੇ ਕਿੱਡੇ ਮਾੜੇ ਭਾਗ ਹੋਣਗੇ, ਐਸੇ ਮਾੜੇ ਕਰਮ ਨੇ ਜੇ ਸਾਨੂੰ ਅੱਜ ਗੁਰੂ ਦੀ ਗੋਦੀ ਚੰਗੀ ਨਹੀਂ ਲੱਗ ਰਹੀ। ਸਾਨੂੰ ਬਹਾਨੇ ਤੇ ਬਹਾਨਾ ਮਨ ਕੱਢੀ ਜਾ ਰਿਹਾ ਤੇ ਆਪਾਂ ਮੰਨੀ ਜਾ ਰਹੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ, ਇਹ ਮੋਰ ਆ ਗਿਆ ਸੁਣ ਹੈ ਪਿਆਰੇ, ਬਿਨਾ ਤੇਗ ਕੇ ਸੰਗ ਦੇ ਉਹਨਾਂ ਦੇ ਧਾਰੇ। ਉਸ ਗੁਰੂ ਦੇ ਸਾਡੇ ਤੋਂ ਸਰਬੰਸ ਵਾਰ ਕੇ, ਸਾਡਾ ਉਹ ਗੁਰੂ ਜਿਹੜਾ ਸਾਡੇ ਤੋਂ ਸਰਬੰਸ ਵਾਰ ਗਿਆ। ਉਹ ਕਵੀ ਨੇ ਲਿਖਿਆ ਨਾ, ਲੱਖ ਵਾਰੀ ਜੱਗ ਮੈਨੂੰ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਉਹ ਆ ਗੁਰੂ ਜਿਹਨੇ ਸਿੱਖਾਂ ਤੋਂ ਪੁੱਤ ਵਾਰ ਦਿੱਤੇ। ਉਸ ਗੁਰੂ ਨੂੰ ਹੁਣ ਇਹ ਆਪਾਂ ਪੁੱਤ ਬਣ ਕੇ ਨਹੀਂ ਵਿਖਾਵਾਂਗੇ, ਐਡੇ ਨਿਕੰਮੇ ਹੋ ਗਏ। ਜਦੋਂ ਆਪਾਂ ਆਉਨੇ ਆ ਪਾਤਸ਼ਾਹ ਚੋਂ, ਤੇ ਪਾਤਸ਼ਾਹ ਕਿਤੇ ਨਾ ਕਿਤੇ ਤਾਂ ਤੱਕਦੇ ਹੋਣੇ ਕਿ ਮੇਰੇ ਅਜੀਤ ਵਰਗਾ ਕਿਹੜਾ, ਮੇਰੇ ਜੁਝਾਰ ਸਿੰਘ ਵਰਗਾ ਕਿਹੜਾ, ਕਿਹੜਾ ਮੇਰਾ ਜ਼ੋਰਾਵਰ ਸਿੰਘ, ਕਿਹੜਾ ਮੇਰਾ ਫਤਿਹ ਸਿੰਘ। ਜਵਾਬ ਆਪਣੇ ਅੰਦਰੋਂ ਲੱਭੀਏ ਸੰਗਤ ਜੀ, ਜਵਾਬ ਆਪਣੇ ਅੰਦਰੋਂ ਲੱਭੀਏ। ਆਓ ਨਾਲ ਨਾਲ ਚੱਲਦੇ ਹਾਂ, ਅੱਗੇ ਚੱਲਦੇ ਹਾਂ, ਕਿਉਂਕਿ ਸਮਾਂ ਇੱਦਾਂ ਦਾ। ਇਤਿਹਾਸ ਦੇ ਪੱਖ ਤੋਂ ਜੇ ਦੇਖਿਆ ਜਾਏ ਤੇ ਇਸ ਵੇਲੇ ਬੜੀ ਗੰਭੀਰ ਚਰਚਾ ਹੋ ਰਹੀ ਸੀ, ਬੜੀ ਗੰਭੀਰ ਚਰਚਾ। ਪਾਤਸ਼ਾਹ ਕਹਿੰਦੇ ਸਨ ਮੈਨੂੰ ਆਗਿਆ ਦਿਓ ਖਾਲਸਾ ਜੀ, ਜੂਝ ਮਰੋਂ ਤੋਂ ਸਾਚ ਭਤੀਜੈ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਪਰ ਸਿੰਘ ਕਹਿੰਦੇ ਨਹੀਂ ਪਾਤਸ਼ਾਹ, ਇੱਦਾਂ ਨਹੀਂ ਹੋਣਾ। ਅਸੀਂ ਲੱਖਾਂ ਵੀ ਹੋਏ ਤੇ ਸਾਡੇ ਕੋਲ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾਇਆ ਜਾਣਾ, ਤੇ ਤੁਸੀਂ ਜੇ ਇੱਥੋਂ ਨਿਕਲ ਗਏ ਤੇ ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰ ਲੋਗੇ। ਉਹ ਆਖਰ ਉਹ ਗੰਭੀਰ ਚਰਚਾ ਦਾ ਇਹ ਸਮਾਂ, ਇਹ ਜਿਹੜੀ ਘੜੀ ਇਸ ਵੇਲੇ ਆਪ ਜੀ ਇਸ ਵੇਲੇ ਇੱਥੇ ਦੇਖ ਰਹੇ ਹੋ, ਇੱਕ ਸ਼ਾਂਤੀ ਹੈ। ਉਸ ਸ਼ਾਂਤੀ ਦੇ ਵਿੱਚ ਉਹ ਗੁਫ਼ਤਗੂ, ਉਹ ਸਿੰਘਾਂ ਦੀਆਂ ਬੇਨਤੀਆਂ, ਫਿਰ ਆਖਰਕਾਰ ਇੱਕ ਵੀਟੋ ਪਾਵਰ ਜਿਹੜੀ ਪਾਤਸ਼ਾਹ ਨੇ ਦਿੱਤੀ ਹੋਈ ਸੀ ਕਿ ਇਨ ਪੰਚਨ ਮੈਂ ਮੇਰੋ ਵਾਸਾ। ਹੁਣ ਪੰਜਾਂ ਨੇ ਆਪਣੇ ਉਸ ਅਖਤਿਆਰ ਦਾ ਇਸਤੇਮਾਲ ਕਰ ਲਿਆ। ਪੰਜ ਇਕੱਠੇ ਹੋ ਕੇ ਫਿਰ ਬੇਨਤੀ ਰੂਪੀ ਹੁਕਮ ਕਰ ਦਿੱਤਾ ਕਿ ਨਹੀਂ ਪਾਤਸ਼ਾਹ, ਤੁਸੀਂ ਚਲੇ ਜਾਓ, ਤੁਹਾਡਾ ਖਾਲਸਾ ਤੁਹਾਨੂੰ ਹੁਕਮ ਕਰਦਾ ਕਿ ਤੁਸੀਂ ਚਲੇ ਜਾਓ। ਸੋ ਆ ਜਿਹੜੀ ਰਾਤ ਹੈ ਨਾ, ਸੋ ਪਾਤਸ਼ਾਹ ਨੇ ਕਿਹਾ ਠੀਕ ਹੈ, ਤੁਹਾਨੂੰ ਅਖਤਿਆਰ ਦਿੱਤਾ ਹੈ, ਠੀਕ ਹੈ ਮੈਂ ਚਲਾ ਜਾਣਾ, ਪਰ ਇੱਕ ਮੈਨੂੰ ਆਗਿਆ ਦੇ ਦਿਓ ਕਿ ਮੈਂ ਇੱਦਾਂ ਨਹੀਂ ਜਾਣਾ। ਫਿਰ ਮੈਂ ਉਹਨਾਂ ਨੂੰ ਵੰਗਾਰ ਕੇ, ਉਹਨਾਂ ਨੂੰ ਹੁਸ਼ਿਆਰ ਕਰਕੇ ਜਾਵਾਂਗਾ। ਸੋ ਤਾੜੀ ਮਾਰ ਕੇ ਪਾਤਸ਼ਾਹ ਨਿਕਲੇ। ਪੀਰੇ ਹਿੰਦ ਮੀਰ ਫਤ, ਆਲੇ ਦੁਆਲੇ ਘੇਰਾ ਹੈ, ਕਿੰਨੇ ਕਿੰਨੇ ਮੀਲਾਂ ਤੱਕ ਦਾ ਘੇਰਾ ਹੋਏਗਾ। ਕੋਈ 10 ਲੱਖ ਦੀ ਜਿਹੜੀ ਗੱਲ ਬਾਦਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਕੀਤੀ ਹੈ, ਆਪਾਂ ਮਹਿਸੂਸ ਕਰ ਸਕੀਏ ਕਿੱਡਾ ਵੱਡਾ ਘੇਰਾ, ਦੁਸ਼ਮਣ ਕਿੱਥੋਂ ਕਿੱਥੋਂ ਤੱਕ ਤੇ ਕਿਸ ਰੂਪ ਦੇ ਵਿੱਚ। ਤੇ ਪਾਤਸ਼ਾਹ ਫਿਰ ਤਾੜੀ ਮਾਰ ਕੇ ਨਿਕਲੇ ਨੇ। ਇਹ ਅੱਧੀ ਰਾਤ ਨੂੰ ਪਾਤਸ਼ਾਹ ਇਸੇ ਧਰਤੀ ਤੋਂ ਤਾੜੀ ਮਾਰ ਕੇ ਨਿਕਲਦੇ ਨੇ। ਸੋ ਮੇਰੇ ਗੁਰਦੇਵ ਪਿਤਾ ਕੀ ਸ਼ੋਭਾ ਕਰ ਸਕਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀ ਕੀ ਸ਼ੋਭਾ ਕਰ ਸਕਦੇ ਆ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰੂ ਵੀ ਆਪੇ ਹੈ
ਤੇ ਚੇਲਿਆਂ ਦਾ ਚੇਲਾ ਬਣ ਜਾਂਦਾ ਹੈ। ਇਸ ਤੋਂ ਐਸਾ ਗੁਰੂ ਕਿੱਥੋਂ ਲੱਭੇਗਾ ਆਪਾਂ ਨੂੰ ਹੈ? ਐਸਾ ਮਾਲਕ ਹੈ, ਐਸਾ ਸਾਈਂ ਕਿਤੇ ਮਿਲ ਸਕਦਾ ਹੈ ਜਿਹੜਾ ਆਪਣੇ ਬੱਚਿਆਂ ਦਾ ਬੱਚਾ ਬਣ ਜਾਏ, ਆਪਣੇ ਚੇਲਿਆਂ ਦਾ ਚੇਲਾ ਬਣ ਜਾਏ। ਤੇ ਅੱਜ ਫੇਰ ਵੀ ਪਤਾ ਨਹੀਂ ਸਾਡੇ ਦਿਮਾਗ ਦੇ ਵਿੱਚ ਕਿੱਥੋਂ ਇਹ ਕੂੜ ਭਰ ਦਿੱਤਾ, ਕਿੱਥੋਂ ਇਹ ਨਾਸਤਿਕ ਲੋਕ ਜਿਹੜੇ ਐਸੇ ਲੋਗਨ ਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ, ਉਹ ਇਹਨਾਂ ਦੇ ਪੱਲੇ ਭਗਤੀ ਪਾਈ ਨਹੀਂ, ਬਾਂਝ ਨੇ। ਜਿੱਦਾਂ ਕੋਈ ਇਸਤਰੀ ਬੱਚੇ ਤੋਂ ਬਾਂਝ ਰਹਿ ਜਾਂਦੀ ਹੈ, ਕਈ ਰੂਹਾਂ ਐਸੀਆਂ ਉਹਨਾਂ ਦੇ ਪੱਲੇ ਭਗਤੀ ਨਹੀਂ ਪਾਈ। ਤੇ ਮਹਾਰਾਜ ਫਿਰ ਪਤਾ ਕੀ ਕਹਿੰਦੇ ਨੇ, ਇਹਨ ਤੇ ਸਦਾ ਡਰਾਨੇ ਰਹੀ ਹੈ। ਜੇ ਕੋਈ ਟੱਕਰ ਪਏ ਨਾ ਇਹੋ ਜਿਹਾ ਨਾਸਤਿਕ, ਰਾਹ ਛੱਡ ਜਾ ਕਰੋ, ਕੋਈ ਗੱਲ ਨਹੀਂ, ਮਹਾਰਾਜ ਕਹਿੰਦੇ ਨੇ। ਸੋ ਗੁਰੂ ਤੋਂ ਭਰੋਸਾ ਨਹੀਂ ਡੋਲਣ ਦੇਣਾ। ਆ ਭਰੋਸੇ ਵਾਲਿਆਂ ਦੀ ਧਰਤੀ ਹੈ। ਜੇ ਇਸ ਵਕਤ ਤੁਸੀਂ ਸੁਣਦੇ ਪਏ ਹੋ, ਤੁਸੀਂ ਦੇਖਦੇ ਪਏ ਹੋ, ਆ ਜੋ ਬੋਲ ਇਸ ਚਮਕੌਰ ਸਾਹਿਬ ਦੀ ਧਰਤੀ ਤੋਂ ਆਪ ਤੱਕ ਪਹੁੰਚ ਰਹੇ, ਤੇ ਆਪਣਾ ਭਰੋਸਾ ਨਾ ਕਦੇ ਵੀ ਡੋਲਣ ਦਿਓ। ਇਹ ਮਰ ਜੀਵੜਿਆਂ ਦੀ ਧਰਤੀ ਹੈ, ਆਪਾਂ ਵਰਨ ਵਾਲਿਆਂ ਦੀ ਧਰਤੀ ਹੈ। ਤੇ ਗੁਰੂ ਦੇ ਅੱਗੇ ਅਰਜ਼ੋਈਆਂ ਕਰ ਕਰਕੇ ਮਾਰੇ ਨੂੰ ਤੋਰਿਆ। ਤੇ ਭਾਈ ਸੰਗਤ ਸਿੰਘ ਨੂੰ ਜੋ ਬਖਸ਼ਿਸ਼ ਕੀਤੀ ਵੀ ਚੱਲ ਅੱਗੇ, ਭਾਈ ਉਦੇ ਸਿੰਘ ਨੇ ਕਾਰਜ ਕੀਤਾ ਪਿੱਛੇ, ਹੁਣ ਇੱਥੇ ਤੇਰੀ ਵਾਰੀ ਹੈ। ਸੋ ਗੁਰੂ ਦੇ ਖਾਤਰ ਗੁਰੂ ਰੂਪ ਬਣ ਕੇ ਵੀ ਸ਼ਹੀਦੀਆਂ ਹੋਈਆਂ ਨੇ। ਇਹ ਉਹ ਧਰਤੀ ਹੈ ਜਿਹੜੇ ਇੱਥੇ 40 ਸਨ ਨਾ, ਉਹ ਕੋਈ ਇੱਕੋ ਹੀ ਉਡੀਕ ਸੀ ਕਿ ਪਾਤਸ਼ਾਹ ਸਾਨੂੰ ਕਦੋਂ ਸ਼ਹਾਦਤ ਬਖਸ਼ੋਗੇ, ਮੈਂ ਜਾਵਾਂ। ਉੱਥੇ ਕੋ ਖੀਰ ਪੂੜੇ ਨਹੀਂ ਸੀ ਵੰਡ ਰਹੇ, ਸ਼ਹਾਦਤ ਦੀ ਖੇਡ ਸੀ। ਇੱਕ ਗੱਲ ਮੈਨੂੰ ਫਿਰ ਯਾਦ ਆ ਗਈ, ਜਦੋਂ ਯਾਦ ਆਉਂਦੀ ਫਿਰ ਮਨ ਜਜ਼ਬਾਤੀ ਹੋ ਜਾਂਦਾ। ਜਦੋਂ ਭਾਈ ਡੱਲ ਸਿੰਘ ਨੇ ਉੱਥੇ ਜਾ ਕੇ ਗੱਲ ਕੀਤੀ ਨਾ ਕਿ ਪਾਤਸ਼ਾਹ ਜੇ ਕਿਤੇ ਸਾਨੂੰ ਸੱਦਿਆ ਹੁੰਦਾ ਨਾ ਤੇ ਆਹ ਗੱਲ ਨਾ ਹੁੰਦੀ। ਪਾਤਸ਼ਾਹ ਕਹਿੰਦੇ ਨਹੀਂ ਡੱਲ ਸਿੰਘ, ਉਹ ਜਿਹੜੇ ਉਹ ਮੇਰੇ ਨਾਲ ਸੀ ਨਾ, ਉਹ ਮਰ ਜੀਵੜੇ ਸੀ, ਤੂੰ ਉਹਨਾਂ ਨੂੰ ਐਵੇਂ ਨਾ ਸਮਝ। ਉਹ ਜੋ ਉਹਨਾਂ ਨੇ ਕੀਤਾ ਉਹ ਉਹਨਾਂ ਨੇ ਕੀਤਾ, ਆਪਾ ਵਾਰਿਆ, ਇੱਕ ਤੋਂ ਅੱਗੇ ਇੱਕ ਚੜ ਕੇ ਆਪਾ ਵਾਰਿਆ। ਤੇ ਦੂਸਰੀ ਗੱਲ ਫਿਰ ਉੱਥੇ ਭਾਈ ਵੀਰ ਸਿੰਘ, ਭਾਈ ਤੀਰ ਸਿੰਘ ਨੇ ਸਿੱਧ ਕਰ ਦਿੱਤੀ। ਜਦੋਂ ਪਾਤਸ਼ਾਹ ਨੇ ਚੋਜ ਕੀਤਾ ਨਾ, ਪਹਿਲੇ ਆ ਭਾਈ ਫਿਰ ਲਿਆ ਹਾਂ ਆਪਣੇ ਜਿਹੜੇ ਤੇਰੀ ਫੌਜ ਆ ਉਹਦੇ ਚੋਂ ਸੱਦ ਹਾਂ, ਆਵਾਜ਼ ਮਾਰ ਹਾਂ, ਬੰਦੂਕ ਪਰਖਣੀ ਆ। ਸੋ ਮਰ ਜੀਵੜਿਆਂ ਦੀ ਫੌਜ ਆ ਖਾਲਸਾ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹ ਪਰਮਾਤਮਾ ਦੀ ਮੌਜ ਚੋਂ ਪ੍ਰਗਟ ਹੋਇਆ ਖਾਲਸਾ। ਉਹ ਗੁਰੂ ਦੀ ਬੰਦੂਕ ਦੀ ਗੋਲੀ ਦੇ ਅੱਗੇ ਹਿੱਕ ਡਾਉਣ ਵਾਲਾ ਹੈ ਖਾਲਸਾ। ਇਹੋ ਹੀ ਖਾਲਸਾ ਜਿਹੜਾ ਗੁਰੂ ਸ਼ੀਸ ਮੰਗਦਾ ਪਿਆ ਤੇ ਉੱਠ ਕੇ ਆ ਰਿਹਾ, ਪਾਤਸ਼ਾਹ ਕਬੂਲ ਕਰੋ। ਸੋ ਗੁਰੂ ਨੇ ਜਦੋਂ ਵੀ ਸਿਰ ਮੰਗਿਆ, ਸਿਰ ਦੇਣ ਵਾਲੇ ਹਾਜ਼ਰ ਹੋਏ ਨੇ। ਇਹ ਸਿੱਖੀ ਦੀ ਖਾਸੀਅਤ ਹੈ, ਇਹ ਵਡਿਆਈ ਹੈ ਸਿੱਖੀ ਦੀ। ਇਸ ਗੜੀ ਦੀ ਵਡਿਆਈ ਹੈ ਕਿ ਇਸ ਇਤਿਹਾਸ ਨੂੰ ਜਦੋਂ ਕੋਈ ਸਿੱਖ ਚੇਤੇ ਕਰ ਲੈਂਦਾ, ਫਿਰ ਉਹ ਕਿਸੇ ਦੇ ਨਾਲ ਵੀ ਜੂਝਣ ਤੋਂ ਘਬਰਾਉਂਦਾ ਨਹੀਂ। ਉਹਨੂੰ ਗੁਰੂ ਕਲਗੀਧਰ ਦੀ ਕਲਾ ਦਾ ਪਤਾ ਹੈ। ਸੋ ਇਹ ਚਮਕੌਰ ਦੀ ਗੜੀ ਸਾਨੂੰ ਇਹ ਸਾਰਾ ਕੁਝ ਸਿਖਾਉਂਦੀ ਹੈ ਸੰਗਤ ਜੀ। ਤੇ ਉਹਨਾਂ ਮਰਜੀਵੜਿਆਂ ਦਾ ਉਹ ਇਤਿਹਾਸ ਸਾਡਾ ਪ੍ਰੇਰਨਾ ਸਰੋਤ ਹੈ ਕਿ ਪਾਤਸ਼ਾਹ ਕਿਤੇ ਸਾਡੀ ਵੀ ਵਾਰੀ ਆਊ। ਪੁੱਤ ਕਹਿੰਦਾ ਨਹੀਂ, ਮੈਂ ਪਹਿਲਾਂ ਗੱਲ ਸੁਣੀ ਸੀ। ਬਾਪੂ ਕਹਿੰਦਾ ਮੈਂ ਸੁਣੀ ਸੀ, ਗੋਲੀ ਮੇਰੇ ਵੱਜਣੀ ਚਾਹੀਦੀ ਹੈ। ਇਹ ਗੁਰੂ ਦੀਆਂ ਗੋਲੀਆਂ ਖਾਣ ਵਾਸਤੇ ਜਿਹੜੀਆਂ ਛਾਤੀਆਂ ਬਣੀਆਂ ਸੀ ਨਾ, ਉਹ ਐਵੇਂ ਨਹੀਂ ਸੀ ਬਣੀਆਂ। ਬਾਬਾ ਅਜੀਤ ਸਿੰਘ ਦੇ ਪਤਾ ਕਿੰਨੇ ਤੀਰ ਵੱਜੇ, ਕਿੰਨੇ ਜ਼ਖਮ ਸੀ, 380 ਦੇ ਕਰੀਬ ਜ਼ਖਮ ਹੈ। ਇੱਥੇ ਤਾਂ ਪੁੱਤ ਦੀ ਮਰਨ ਦੀ ਖਬਰ ਆ ਜੇ ਤੇ ਧਾਹਾਂ ਨਿਕਲ ਜਾਂਦੀਆਂ ਲੋਕਾਂ ਦੀਆਂ। ਅੱਧੇ ਪਿੰਡ 'ਚ ਪਤਾ ਲੱਗ ਜਾਂਦਾ ਕਿ ਫਲਾਣੇ ਦਾ ਪੁੱਤ ਏਦਾਂ ਹੋ ਗਿਆ। ਤੇ ਇਸੇ ਗੜੀ 'ਚੋਂ ਜਕਾਰੇ ਬੁਲਾਏ ਨੇ ਮੇਰੇ ਪਾਤਸ਼ਾਹ ਨੇ। ਪੁੱਤ ਦੀ ਮੌਤ ਤੇ ਜਕਾਰੇ ਗੁਰੂ ਕਲਗੀਧਰ ਪਾਤਸ਼ਾਹ ਬੁਲਾ ਸਕਦਾ। ਉਸ ਗੁਰੂ ਕਲਗੀਧਰ ਪਾਤਸ਼ਾਹ ਦੇ ਅਸੀਂ ਬੱਚੇ ਆ, ਕੁਝ ਨਾ ਕੁਝ ਲੱਗਦੇ ਆ। ਐਵੇਂ ਨਹੀਂ ਤੁਸੀਂ ਵੀ ਬੈਠੇ ਟੀਵੀ ਦੇ ਅੱਗੇ, ਐਵੇਂ ਨਹੀਂ ਤੁਸੀਂ ਇਹ ਵੀਡੀਓ ਦੇਖਦੇ ਪਏ, ਤੁਹਾਡੇ ਅੰਦਰ ਵੀ ਕੋਈ ਚਿਣਗ ਹੈ, ਕੋਈ ਰਿਸ਼ਤਾ ਹੈ। ਉਹ ਇੱਕ ਗੀਤ ਲਿਖਿਆ ਡਾਕਟਰ ਮਸਰੂਰ ਸਾਹਿਬ ਨੇ, ਕਿਤੇ ਆਪਣੇ ਮਨ ਦੇ ਵਿੱਚ ਕਦੀ ਇਦਾਂ ਦਾ ਵੀ ਬੋਲ ਲੈ ਕੇ ਆਇਆ ਕਰੋ, ਬਾਜਾਂ ਵਾਲਿਆ ਕਿਤੇ ਆ ਜਾਵੀਂ, ਉਹ ਤੇਰਾ ਮੇਰਾ ਕੀ ਰਿਸ਼ਤਾ ਇਸ ਜੱਗ ਨੂੰ ਦਿਖਾ ਜਾਵੀਂ। ਉਹ ਸਾਡਾ ਇੱਕ ਰਿਸ਼ਤਾ ਹੈ, ਉਹਨੇ ਸਾਡੀ ਰਿਸ਼ਤੇਦਾਰੀ ਖੁੱਲੀ ਛੱਡੀ ਹੈ। ਸਾਡੀ ਬੇਵਕੂਫੀ ਹੈ ਜੇ ਅਸੀਂ ਉਹਨੂੰ ਧਾਰਨ ਨਹੀਂ ਕਰਦੇ। ਉਹਨੇ ਸਾਡੇ ਵਾਸਤੇ ਐਂਟਰੈਂਸ ਖੁੱਲੀ ਛੱਡੀ ਹੈ। ਆਓ ਮੇਰੇ ਪੁੱਤਰੋ, ਆਓ ਮੇਰੀ ਧੀਓ, ਆਓ ਗੁਰੂ ਕੀ ਖੰਡੇ ਦੀ ਪੌਲ ਛਕੋ।
ਤੇ ਤੁਸੀਂ ਮੇਰੇ ਬੱਚੇ ਹੋ, ਮੈਂ ਤੁਹਾਡਾ ਬਾਪ ਆ। ਕੋਈ ਦਿੰਦਾ ਕਿਸੇ ਨੂੰ ਨਾ ਆਪਣਾ? ਉਹ ਐਵੇਂ ਨਾ ਘਬਰਾਉਂਦੇ ਰਿਹਾ ਕਰੋ ਕਿ ਅਸੀਂ ਕਮਜ਼ੋਰ ਹਾਂ, ਅਸੀਂ ਉਹ ਸਾਡੀ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤ ਧੀਆਂ, ਅਸੀਂ ਪ੍ਰਿੰਸ ਹਾਂ, ਅਸੀਂ ਪ੍ਰਿੰਸਸ ਹਾਂ, ਸ਼ੇਰ ਹਾਂ, ਬੱਬਰ ਸ਼ੇਰ ਹਾਂ। ਤੇ ਸਾਡੀਆਂ ਬੱਚੀਆਂ ਨੂੰ ਸ਼ਾਇਦ ਅਹਿਸਾਸ ਹੀ ਨਹੀਂ ਕਿ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਕਿੰਨਾ ਕੁ ਪਿਆਰ ਕਰਦਾ, ਕਿੰਨਾ ਕੁ ਪਿਆਰ ਕਰਦਾ। ਉਹ ਤੁਹਾਨੂੰ ਤਾਂ ਉਹਨੇ ਆਪਣੀ ਸ਼ਹਿਜ਼ਾਦੀ ਬਣਾ ਲਿਆ, ਇਹ ਤੋਂ ਵੱਧ ਹੋਰ ਚਾਹੀਦਾ ਕੀ ਹੈ? ਸੋ ਗੁਰੂ ਦੇ ਹੋ ਕੇ ਵੇਖੀਏ, ਗੁਰੂ ਦੇ ਬਣ ਕੇ ਜੀ ਕੇ ਤਾਂ ਵੇਖੀਏ। ਇਹ ਸ਼ਹਾਦਤਾਂ ਤਾਂ ਬੜੇ ਕਿਤੇ ਯੁੱਗਾਂ ਦੀ ਭਗਤੀ ਤੋਂ ਬਾਅਦ ਐਸੀਆਂ ਸ਼ਹਾਦਤਾਂ ਮਿਲਦੀਆਂ। ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਦੇ ਵਿੱਚ ਜੀ ਕੇ ਦੇਖੋ, ਜਿਹੜਾ ਨਜ਼ਾਰਾ ਆਉਂਦਾ ਹੈ ਨਾ, ਉਹ ਦੁਨੀਆ ਦੀਆਂ ਬਾਦਸ਼ਾਹੀਆਂ ਵੀ ਉੱਥੇ ਰੁਲ ਜਾਂਦੀਆਂ। ਇੱਕ ਨਿਹੰਗ ਸਿੰਘ ਨੂੰ ਇਤਿਹਾਸ ਹੈ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ, ਉਹ ਬੜਾ ਉਹਦੇ ਮਨ 'ਚ ਭਾਵਨਾ ਸੀ ਕਿ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਨਹੀਂ ਕੀਤੇ। ਇੱਕ ਵਾਰੀ ਢੰਡੋਰਾ ਪਟਾਤਾ, ਕਿਸੇ ਨੇ ਦਰਸ਼ਨ ਕੀਤੇ, ਮੈਂ ਉਹਦੇ ਦਰਸ਼ਨ ਕਰ ਲਾਂ। ਇੱਕ ਨਿਹੰਗ ਸਿੰਘ ਦਾ ਪਤਾ ਲੱਗਿਆ ਬੜੀ ਕੋਸ਼ਿਸ਼ ਤੋਂ ਬਾਅਦ, ਉਹ ਕਹਿੰਦੇ ਜੀ ਹਾਂ ਫਲਾਣਾ ਇੱਕ ਨਿਹੰਗ ਸਿੰਘ ਆ, ਉਹਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ। ਤੇ ਉਹ ਕਹਿੰਦੇ ਉਹਨੇ ਆਪਣੀਆਂ ਭੇਜਤੀਆਂ ਬੱਕੀਆਂ ਵੀ ਲਿਆਓ ਉਹਨਾਂ ਨੂੰ। ਉਹ ਕਹਿੰਦਾ ਜਾ ਭਾ, ਫੌਜਾਂ ਆਪੇ ਆਉਣਗੀਆਂ। ਜਿੰਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਉਹਦੇ ਵਾਸਤੇ ਰਾਜ ਪਾ ਕੁਛ ਵੀ ਨਹੀਂ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇੱਕ ਥਿਉਰੀ ਨਹੀਂ ਹੈ ਸੰਗਤ ਜੀ, ਥਿਉਰੀ ਨਹੀਂ ਹੈ, ਧਰਤੀ ਕਹਿ ਰਹੀ ਹੈ, ਥਿਉਰੀ ਨਹੀਂ ਹੈ। ਉਹ ਰਾਜਾਂ ਨੂੰ ਠੋਕਰਾਂ ਮਾਰਨ ਵਾਲੇ ਸਾਡੇ 7 ਤੇ 9 ਸਾਲ ਦੇ ਸਾਡੇ ਬਾਬੇ, ਉਹਨਾਂ ਨੇ ਠੋਕਰਾਂ ਮਾਰ ਦਿੱਤੀਆਂ। ਵਜ਼ੀਰ ਖਾਂ ਆਪਣੀ ਧੀ ਦਾ ਰਿਸ਼ਤਾ ਕਰਨ ਨੂੰ ਤਿਆਰ ਬੈਠਾ ਸੀ, ਉਹਨੇ ਠੋਕਰਾਂ ਮਾਰੀਆਂ ਸੀ। ਕੀ ਜਾਣਦੇ ਤੇਰੀਆਂ ਇਹਨਾਂ ਗੱਲਾਂ ਨੂੰ? ਅਸੀਂ ਬਾਜਾਂ ਵਾਲੇ ਦੇ ਬੱਚੇ ਆ। ਆ ਵੀ ਧਰਤੀ ਸਾਨੂੰ ਇਹੀ ਸਿਖਾਉਂਦੀ ਹੈ, ਇਹ ਸ਼ਹੀਦਾਂ ਦੀ ਧਰਤੀ ਹੈ ਸੰਗਤ ਜੀ। ਉਸ ਰੰਗ ਦੇ ਵਿੱਚ ਇੱਥੋਂ ਕੁਝ ਲੈ ਜਾਇਆ ਕਰੀਏ। ਅੱਜ ਵੀ ਮੰਗ ਲਈਏ, ਝੋਲੀ ਅੱਡ ਲਈਏ। ਪਾਤਸ਼ਾਹ ਜਿਹੜੀ ਪ੍ਰੀਤ ਉਹਨਾਂ ਦੇ ਵਿੱਚ ਸੀ, ਠੀਕ ਆ, ਉਹਨਾਂ ਦੀ ਬੜੀ ਬੰਦਗੀ ਸੀ, ਉਹਨਾਂ ਦੀ ਬੜਾ ਜਜ਼ਬਾ ਸੀ, ਉਹਨਾਂ ਨੇ ਤੇਰੇ ਦਰਸ਼ਨ ਕੀਤੇ। ਪਰ ਜਿਹੜੇ ਬਚ ਵੀ ਗਏ, ਉਹਨਾਂ ਦਾ ਜਜ਼ਬਾ ਤੁਹਾਡੇ ਨਾਲ ਸਾਂਝਾ ਕਰ ਦੇਵਾਂ। ਉਹ ਨਿਹੰਗ ਸਿੰਘ ਖੈਰ ਆਇਆ ਆਪਣੀ ਮੌਤ 'ਚ ਤੇ ਕਹਿੰਦੇ ਵੀ ਕੋਈ ਬਚਨ ਸੁਣਾਓ। ਕਹਿੰਦੇ ਸੁਣਿਆ ਵੀ ਜਦੋਂ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਸੀ, ਜਾਂ ਜਦੋਂ ਤੁਸੀਂ ਜੰਗੇ ਚੜ੍ਹਨਾ ਸੀ, ਕਿਵੇਂ ਜਾਂਦੇ ਸੀ? ਬੜੇ ਦੁਸ਼ਮਣ ਵੀ ਬੜੇ ਸੀ। ਆ 10 ਲੱਖ ਦੀ ਗੱਲ ਸੁਣ ਕੇ ਅੱਜ ਕੱਲ੍ਹ ਆਪਾਂ ਬੌਂਦਲ ਜਾਂਦੇ, ਕਿਉਂਕਿ ਅਸੀਂ ਆਪਣੀ ਮੱਤ ਦੇ ਨਾਲ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ। ਉਹ ਗੁਰੂ ਕਲਗੀਧਰ ਪਾਤਸ਼ਾਹ ਦੀ ਉਹ ਜਿਹੜਾ ਜਜ਼ਬਾ ਸੀ ਨਾ, ਉਹ ਸਾਨੂੰ ਨਹੀਂ ਪਤਾ। ਉਹ ਨਿਹੰਗ ਸਿੰਘ ਨੇ ਜਿਹੜਾ ਬਚਨ ਸਾਂਝਾ ਕੀਤਾ, ਗੁਰੂ ਕੀ ਸੰਗਤ, ਬੜਾ ਕੀਮਤੀ ਬਚਨ ਆ। ਉਹ ਕਹਿੰਦਾ ਜਦੋਂ ਅਸੀਂ ਜੰਗੇ ਚੜ੍ਹਨਾ ਹੁੰਦਾ ਸੀ ਨਾ, ਨਗਾਰੇ ਤੇ ਚੋਟ ਪੈਂਦੀ, ਸਾਨੂੰ ਚਾਅ ਚੜ੍ਹਦੇ ਸੀ। ਅਸੀਂ ਅੱਜ ਦੇ ਸਿੱਖ ਤਾਂ ਅਸੀਂ ਲੁਕਦੇ ਫਿਰਦੇ ਆ ਨਾ। ਉਹ ਕਹਿੰਦੇ ਸਾਨੂੰ ਚਾਅ ਚੜ੍ਹਦੇ ਸੀ, ਨਗਾਰੇ ਤੇ ਚੋਟ ਪੈ ਗਈ ਹੈ ਤੇ ਬਾਦਸ਼ਾਹ ਸਾਹਮਣੇ ਥੋੜੀ ਜਿਹੀ ਉੱਚੀ ਟਿੱਬੀ ਤੇ ਖਲੋ ਜਾਂਦੇ ਸੀ ਤੇ ਫੌਜ ਹੈ ਕਤਾਰ ਦੇ ਵਿੱਚ। ਕਹਿੰਦੇ ਜਦੋਂ ਸੰਗਤ ਜੀ ਮਹਿਸੂਸ ਕਰਿਓ, ਲਫ਼ਜ਼ ਬੜੇ ਕੀਮਤੀ ਹੈ, ਸਮਾਂ ਬੜਾ ਕੀਮਤੀ ਹੈ। ਕਹਿੰਦੇ ਜਦੋਂ ਅਸੀਂ ਵੀਰ ਆਸਣ ਹੋ ਕੇ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਛੁਹਾਉਂਦੇ ਸੀ ਨਾ, ਕਹਿੰਦੇ ਉਦੋਂ ਬਾਅਦ ਨਹੀਂ ਸੀ ਕੁਝ ਪਤਾ ਲੱਗਦਾ। ਉਦੋਂ ਬਾਅਦ ਉਹਨਾਂ ਦੀ ਕਲਾ ਸੀ, ਕੀ ਹੁੰਦਾ ਸੀ, ਕਿੱਦਾਂ ਹੁੰਦਾ ਸੀ। ਉਹ 10 ਲੱਖ ਕਿੱਦਾਂ ਅੱਗੇ ਲੱਗ ਕੇ ਭੱਜ ਗਿਆ, ਇਹ ਗੁਰੂ ਕਲਗੀਧਰ ਜਾਣੇ। ਉਸ ਸ਼ਕਤੀ ਨੂੰ ਆਪਾਂ ਨਾਸਤਿਕਤਾ ਦੇ ਵਿੱਚ, ਨਾਸਤਿਕ ਪ੍ਰਚਾਰਕ ਨੇ, ਮੈਂ ਕਹਿੰਦਾ ਜਿਹੜੇ ਸਾਡੇ ਗੁਰੂ ਤੇ ਭਰੋਸਾ ਸਾਡਾ ਡਾਵਾਡੋਲ ਕਰਦੇ ਨੇ, ਇਹਨਾਂ ਨੂੰ ਨਾ ਸੁਣਿਆ ਕਰੋ। ਗੁਰੂ ਕਲਗੀਧਰ ਪਾਤਸ਼ਾਹ ਵੱਲ ਵੇਖੋ, ਇੱਥੇ ਆ ਕੇ ਲਾਓ ਸਮਾਧੀ। ਇਹ ਧਰਤੀ ਸਾਨੂੰ ਦੱਸੇਗੀ ਕਿ ਗੁਰੂ ਕਲਗੀਧਰ ਪਾਤਸ਼ਾਹ ਦੀ ਕੀ ਖੇਡ ਆ। ਸੋ ਗੁਰੂ ਕਲਗੀਧਰ ਪਾਤਸ਼ਾਹ ਦੇ ਕਹਿੰਦੇ ਜਦੋਂ ਫਿਰ ਅਸੀਂ ਮੱਥਾ ਟੇਕ ਕੇ ਚੜ੍ਹਦੇ ਸੀ ਤਰੰਗ, ਤੇ ਕਹਿੰਦੇ ਫਿਰ ਪਤਾ ਨਹੀਂ ਸੀ ਲੱਗਦਾ ਕਿਹੜਾ ਆਇਆ ਤੇ ਕਿਹੜਾ ਗਿਆ। ਉਹ ਬੜੀਆਂ ਫੌਜਾਂ ਅੱਗੇ ਲੱਗ ਜਾਂਦੀਆਂ ਸਨ। ਕਿਉਂ? ਕਿਉਂਕਿ ਉਹਨਾਂ ਨੂੰ ਗੁਰੂ ਤੇ ਭਰੋਸਾ ਸੀ। ਸਤਿਗੁਰ ਮੇਰਾ ਮਾਰ ਜਵਾਲੇ। ਅੱਜ ਤਾਂ ਕਈ ਗੱਲਾਂ ਬਣਾਤੀਆਂ ਆ। ਬਹੁਤ ਸਾਰੇ ਲੋਕ ਖਾਸ ਤੌਰ ਤੇ ਅੰਗਰੇਜ਼ਾਂ ਨੇ ਬੜਾ ਸਾਡਾ ਬੇੜਾ ਭਾਇਆ। ਉਹਨਾਂ ਨੇ ਵਿੱਚ ਐਸੇ ਇਤਿਹਾਸ 'ਚ ਰਲੇ ਪਾਤੇ, ਕਿਤੇ ਬੱਕਰਾ ਵੱਢਿਆ, ਕਿਤੇ ਆਹ ਹੋ ਗਿਆ, ਉਹ ਹੋ ਗਿਆ। ਉਹ ਗੁਰੂਮੁਖ ਪਿਆਰਿਓ, ਉਹ ਅਸੀਂ ਉਸ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚੇ ਆ। ਸਤਿਗੁਰ ਮੇਰਾ ਮਾਰ ਜਵਾਲੇ। ਉਹ ਜੋ ਮਾਰ ਕੇ ਜਵਾਲ ਹੀ ਨਹੀਂ ਸਕਦਾ ਤੇ ਫਿਰ ਅਸੀਂ ਉਹਦੇ ਮਗਰ ਕਿਉਂ ਫਿਰੀਏ? ਅਸੀਂ ਉਸ ਬਾਜਾਂ ਵਾਲੇ ਦੇ ਪੁੱਤਾਂ, ਉਹਦੀਆਂ ਧੀਆਂ ਆ, ਤੇ ਅਸੀਂ ਉਦਾਂ ਜੀਣਾ ਹੈ ਜਿੱਦਾਂ ਉਹ ਚਾਹੁੰਦਾ। ਜਿੱਦਾਂ ਉਹ ਚਾਹੁੰਦਾ ਸੀ ਨਾ ਮੇਰਾ ਬਾਬਾ ਅਜੀਤ ਸਿੰਘ ਜੀਏ। ਕਦੀ ਵੇਖਿਆ ਹੈ 18-19 ਸਾਲਾਂ ਦੇ ਪੁੱਤ ਨੂੰ ਕਾਹਦੇ ਲਈ ਭੇਜਿਆ? ਉਹ ਬਾਹਮਣ ਦੀ ਜਿਹੜੀ ਸੀਗੀ ਨਾ, ਉਹਦੀ ਨਵੀਂ ਵਿਆਹੀ ਵਹੁਟੀ ਨੂੰ ਉਹ ਲੈ ਗਏ ਸੀ ਕੱਢ ਕੇ, ਤੇ ਕਹਿੰਦੇ ਜਾ ਪੁੱਤ ਛਡਾ ਕੇ ਲਿਆ। ਇਹ ਕਰਤਾਰ ਆ ਸਿੱਖੀ ਦਾ। ਸਿੱਖੀ ਐਵੇਂ ਕੋਈ ਉਹ ਨਹੀਂ ਕਿ ਗਾਣੇ ਸੁਣ ਲਏ ਤੇ ਆਹ ਕਰ ਲਿਆ ਤੇ ਉਹ ਕਰ ਲਿਆ। ਗੁਰੂ ਕਲਗੀਧਰ ਪਾਤਸ਼ਾਹ ਆਪਣੇ ਜਵਾਨ ਪੁੱਤ ਨੂੰ ਭੇਜਿਆ, ਜਾ ਉਹਦੀ
ਉਹ ਲੈ ਗਏ ਨੇ, ਚੁੱਕ ਕੇ ਲੈ ਗਏ ਨੇ। ਆ ਮਾਲਪੁਰ ਦਾ ਸਾਰਾ ਏਰੀਆ ਹੁਸ਼ਿਆਰਪੁਰ ਦੇ ਲਾਗੇ ਜਾ ਕੇ ਛੁਡਾ ਕੇ ਲਿਆਂਦੀਆਂ। ਇਹ ਖਾਲਸਾ ਜਵਾਨ ਧੀਆਂ ਛਡਾਉਣ ਵਾਲਾ ਹੈ। ਸਾਨੂੰ ਕਰੈਕਟਰਲੈਸ ਕਰਨ ਦੇ ਵਾਸਤੇ ਕੋਈ ਕਸਰ ਨਹੀਂ ਛੱਡ ਰਹੀ ਦੁਨੀਆ, ਕਿਉਂਕਿ ਉਹਨਾਂ ਨੂੰ ਸਾਡੇ ਕਿਰਦਾਰ ਤੋਂ ਡਰ ਲੱਗਦਾ ਹੈ। ਉਹਨਾਂ ਨੂੰ ਸਾਡੇ ਕਿਰਦਾਰ ਤੋਂ ਡਰ ਲੱਗਦਾ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਕਿਰਦਾਰ ਹੀ ਦਿੱਤਾ। ਸੱਚੇ ਔਰੇ ਸਭ ਕੋ ਉੱਪਰ ਸੱਚ ਆਚਾਰ। ਅਸੀਂ ਉਸ ਗੁਰੂ ਦੇ ਬੱਚੇ ਹਾਂ ਤੇ ਉਸ ਗੁਰੂ ਦੇ ਜਿੱਦਾਂ ਉਹ ਚਾਹੁੰਦਾ ਉੱਦਾਂ ਦੇ ਬਣ ਕੇ ਜੀਏ। ਤੇ ਮੈਂ ਸਮਝਦਾ ਫਿਰ ਸਾਡੇ ਇਹ ਗੁਰਪੁਰਬ, ਇਹ ਸ਼ਹੀਦੀ ਪੁਰਬ ਮਨਾਏ ਸਫਲੇ ਹੋ ਜਾਣਗੇ। ਸਾਡੇ ਅੰਦਰ ਗੁਰ ਸ਼ਬਦੀ ਗੋਬਿੰਦ ਗੱਜਿਆ, ਸਾਡੇ ਅੰਦਰ ਫਿਰ ਸ਼ਬਦ ਦੇ ਰਾਹੀਂ ਉਹ ਗਾਜੇ ਤੇ ਫੇਰ ਹੀ ਗੱਲ ਬਣਦੀ ਹੈ ਨਾ। ਜੇ ਗੁਰੂ ਨਾਨਕ ਦੇ ਘਰ ਜੰਮ ਕੇ ਵੀ ਆਪਾਂ ਗੁਰੂ ਨਾਨਕ ਦੇ ਨਾਦੀ ਪੁੱਤ ਬਣ ਸਕਦੇ ਹਾਂ ਤੇ ਫਿਰ ਕਿਉਂ ਨਾ ਬਣੀਏ, ਕਿਉਂ ਮਾਨੇ ਲੱਭਦੇ ਹਾਂ ਕਿ ਅਜੇ ਧੀ ਵਿਆਹੁਣ ਵਾਲੀ ਹੈ, ਅਜੇ ਹਾਂ ਆ ਪੋਤੇ ਦਾ ਵਿਆਹ ਵੇਖ ਕੇ ਨਾ ਫੇਰ ਮੈਂ ਤਿਆਰ ਹੋ ਜੂੰ। ਅੱਜ ਵੇਖੋ ਗੁਰੂ ਕਲਗੀਧਰ ਪਾਤਸ਼ਾਹ ਖੇਡਾਂ ਰਚਾ ਰਹੇ ਨੇ। ਆ ਨਵੇਂ ਨੌਜਵਾਨ ਜਿਹੜੇ ਕਲੀਨ ਸ਼ੇਵ ਜਿਹੜੇ ਸੀ ਉਹ ਜਹਾਜ਼ੇ ਚੜ ਰਹੇ ਨੇ ਤੇ ਸਾਡੇ ਵਰਗੇ 40 ਸਾਲ ਹੋ ਗਏ ਡੀਕਦੇ। ਕੋਈ ਨਹੀਂ, ਗੁਰੂ ਸਾਹਿਬ ਹੁਕਮ ਕਰਨਗੇ ਤੇ ਫਿਰ ਅੰਮ੍ਰਿਤ ਛਕ ਲਵਾਂਗੇ। ਕੋਈ ਅੰਮ੍ਰਿਤ ਛਕਣ ਦੀ ਗੱਲ ਨਹੀਂ, ਇਹ ਨਾਤਾ ਜੋੜਨ ਦੀ ਗੱਲ ਹੈ। ਆਓ ਦਿਹਾੜੇ ਬੜੇ ਕੀਮਤੀ ਜੇ, ਆਓ ਨਾਤਾ ਜੋੜਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਨਾਲ। ਮੱਥਾ ਟੇਕ ਲਈ ਪਾਤਸ਼ਾਹ, ਸਾਨੂੰ ਆਪਣੇ ਪੁੱਤ ਬਣਾ ਲੈ, ਸਾਨੂੰ ਆਪਣੀਆਂ ਧੀਆਂ ਬਣਾ ਲੈ। ਅਸੀਂ ਤੇਰੇ ਹੋ ਕੇ ਜੀਣਾ ਚਾਹੁੰਦੇ ਹਾਂ ਪਾਤਸ਼ਾਹ, ਮਿਹਰ ਕਰਦੇ ਮਹਾਰਾਜ। ਜੇ ਸਿੱਖਾਂ ਦੇ ਘਰਾਣਿਆਂ 'ਚ ਜਨਮ ਦੇ ਦਿੱਤਾ ਈ ਤੇ ਕਿਰਪਾ ਕਰਦੇ। ਸੋ ਗੁਰੂ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਸੰਗਤ ਜੀ। ਆਪਣੇ ਬਾਜਾਂ ਵਾਲੇ ਪ੍ਰੀਤਮ ਤੋਂ, ਆਪਣੇ ਬਾਜਾਂ ਵਾਲੇ ਮਾਹੇ ਤੋਂ ਆਓ ਝੋਲੀ ਅੱਡ ਕੇ ਅੱਜ ਸਿੱਖੀ ਮੰਗ ਲਈਏ। ਜੇ ਸਿੱਖ ਉਹਨੇ ਬਣਾ ਲਿਆ ਹੋਇਆ, ਜੇ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ ਹੈ ਤੇ ਫਿਰ ਕਿਰਪਾ ਕਰਦੇ। ਅੰਦਰ ਗੱਜ, ਅੰਦਰ ਬੋਲ, ਵਸ ਮੇਰੇ ਗੋਬਿੰਦਾ, ਵਸ ਮੇਰੇ ਪਿਆਰੇ, ਹਰ ਕਰ ਕਿਰਪਾ ਮਨ ਵਸ ਜੀਓ। ਆਓ ਝੋਲੀ ਅੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਦਾਤਾਂ ਪ੍ਰਾਪਤ ਕਰੀਏ। ਸੋ ਹਰ ਰੋਮ ਰੋਮ ਦੇ, ਹਰ ਰੋਮ 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 ਦੇ ਵਿੱਚ ਵਸ ਜਾ ਸੱਚੇ ਪਾਤਸ਼ਾਹ, ਵਸ ਜਾ ਸੱਚੇ ਪਾਤਸ਼ਾਹ। ਇਹ ਜਿਹੜੀਆਂ ਅਵਸਥਾਵਾਂ ਤੁਸੀਂ ਬਖਸ਼ੀਆਂ ਨੇ, ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਸੱਚੇ ਪਾਤਸ਼ਾਹ ਤੂੰ ਆਪਣੇ ਗੁਰਸਿੱਖਾਂ ਦੇ ਵਾਸਤੇ ਲਿਖੀਆਂ ਨੇ ਨਾ। ਫਿਰ ਕਰਦੇ ਕਿਰਪਾ। ਆਓ ਸ਼ਹੀਦਾਂ ਤੋਂ ਮੰਗ ਲਈਏ, ਉਹਨਾਂ ਯੋਧਿਆਂ ਤੋਂ ਮੰਗ ਲਈਏ, ਦਲੇਰੀ ਮੰਗ ਲਈਏ, ਜਜ਼ਬਾ ਮੰਗ ਲਈਏ, ਸ਼ਰਧਾ ਮੰਗ ਲਈਏ, ਭਰੋਸਾ ਮੰਗ ਲਈਏ, ਧਰਮ ਮੰਗ ਲਈਏ। ਬਾਕੀ ਸਾਰਾ ਕੁਝ ਨਾਲੇ ਹੀ ਆ ਜਾਣਾ ਜੇ। ਇਹ ਮੰਗ ਕੇ ਵੇਖੀਏ ਅੱਜ ਇਸ ਕੱਚੀ ਘੜੀ ਦੇ ਵਿੱਚ ਖੜੇ ਹੋ ਨਾ। ਗੁਰੂ ਕਲਗੀਧਰ ਪਾਤਸ਼ਾਹ ਤੋਂ ਅੱਜ ਮੰਗ ਲਈ, ਪਾਤਸ਼ਾਹ ਸਾਡੀ ਝੋਲੀ ਭਰ ਦੇ, ਗਰੀਬ ਨਵਾਜ਼ ਸਾਡੀ ਝੋਲੀ ਭਰ ਦੇ। ਕਿਤੇ ਸਾਡੀਆਂ ਅੱਖੀਆਂ ਦੇ ਵਿੱਚ ਵੀ ਸੱਚੇ ਪਾਤਸ਼ਾਹ ਉਹ ਮਿਹਰ ਕਰਦੇ, ਰਹਿਮਤ ਕਰਦੇ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸਣ ਦੋ ਮਾਂ ਪੇਰੀ, ਐਸੀਆਂ ਅੱਖੀਆਂ, ਆਪਣੇ ਦਿਦਾਰੇ, ਆਪਣਾ ਪਿਆਰ, ਆਪਣੇ ਉਹ ਰੰਗ ਬਖਸ਼ ਦੇ ਪਾਤਸ਼ਾਹ ਜਿਹੜੇ ਤੂੰ ਬਾਣੀ ਦੇ ਵਿੱਚ ਬਖਸ਼ੇ ਹੋਏ। ਮਿਹਰ ਕਰਦੇ, ਦਇਆ ਦੇ ਸਾਗਰ, ਦਇਆ ਦੇ ਸਾਗਰ ਹੈ ਪਾਤਸ਼ਾਹ। ਪਾਤਸ਼ਾਹ ਤੂੰ ਤਾਂ ਰੰਗਜੀਤ ਨੂੰ ਵੀ ਬਖਸ਼ ਦਿੱਤਾ ਸੀ, ਸਾਡੇ ਵੀ ਪਾਪ ਧੋ ਦੇ ਗਰੀਬ ਨਵਾਜ਼। ਤੇਰੇ ਤੋਂ ਵੱਡਾ ਬਖਸ਼ਿੰਦ ਕੌਣ ਹੋ ਸਕਦਾ ਗਰੀਬ ਨਵਾਜ਼। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਹਾਰਾਜ ਸਾਡੇ ਗੁਣ ਅਵਗਣ ਨਾ ਵਿਚਾਰਦੇ, ਸਾਨੂੰ ਜਿੱਦਾਂ ਦੇ ਵੀ ਹਾਂ। ਉਹ ਬੱਚਾ ਲਿਬੜਿਆ ਤੇ ਬੜਿਆ ਵੀ ਹੋਏ, ਮਾਂ ਚੁੱਕ ਕੇ ਗੱਲ ਨਾ ਲਾ ਲੈਂਦੀ ਹੈ। ਚੰਗੀਆਂ ਮਾੜੀਆਂ ਪਾਤਸ਼ਾਹ ਹੈ ਤਾਂ ਤੇਰੀ। ਮਿਹਰ ਕਰਦੇ ਗਰੀਬ ਨਵਾਜ਼, ਆਪਣੀ ਲੋਕਾਈ ਤੇ ਮਿਹਰ ਕਰਦੇ। ਅੱਜ ਤੇਰੀ ਕੌਮ ਨੂੰ ਡੇਗਣ ਵਾਲੇ ਬੜੇ ਫਿਰਦੇ ਨੇ ਪਾਤਸ਼ਾਹ, ਤੂੰ ਕਿਰਪਾ ਕਰਦੇ, ਖੜੀ ਕਰਦੇ ਗਰੀਬ ਨਵਾਜ਼। ਬੱਚਿਆਂ ਵਾਲੇ ਅੱਜ ਮਿਹਰ ਕਰ, ਜਿਹੜੀ ਤੇਰੀ ਥਾਂ ਥਾਂ ਬੇਅਦਬੀ ਕਰਦੇ ਫਿਰਦੇ ਨੇ, ਆਪਣੀ ਕੌਮ ਤੇ ਮਿਹਰ ਕਰਦੇ, ਇਹਨੂੰ ਜਗਾ ਦੇ ਸੁੱਤੀ ਨੂੰ। ਇਹ ਤੇਰੀ ਮਿਹਰ ਲੈਣ, ਤੇਰੇ ਦਰ ਦੀ ਸੇਵਾ ਕਰ ਸਕਣ, ਬਾਣੀ ਪੜ੍ਹ ਸਕਣ, ਨਾਮ ਜਪ। ਦਇਆ ਕਰੀ ਮੇਰੇ ਮਾਲਕਾ, ਦਇਆ ਕਰੀ, ਦਇਆ ਕਰੀ। ਇਹ ਵੱਡੇ ਦਿਨ ਨੇ ਤੇਰੇ ਪਾਤਸ਼ਾਹ, ਜਿਸ ਪੰਥ ਦੇ ਵਾਸਤੇ ਤੂੰ ਸਾਰਾ ਕੁਝ ਤਿਆਗ ਕੇ ਕੰਢਿਆਂ ਦੀ ਸੇਜਾਂ ਤੇ ਸੁੱਤਾ ਹੈ ਨਾ ਪਾਤਸ਼ਾਹ।
ਇਹ ਉਹੀ ਰਾਤ ਹੈ ਪਾਤਸ਼ਾਹ, ਤੂੰ ਵੀ ਆਖਿਆ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਅੱਜ ਅਸੀਂ ਪਾਤਸ਼ਾਹ ਤੈਨੂੰ ਆਖਦੇ ਆ, ਸਾਡੇ ਦਿਲ ਦਾ ਹਾਲ ਸੁਣ ਲੈ ਪਾਤਸ਼ਾਹ। ਤੂੰ ਨਹੀਂ ਸੁਣਨਾ ਤੇ ਹੋਰ ਕਿੰਨੇ ਸੁਣਨਾ ਹੈ ਗਰੀਬ ਨਵਾਜ਼, ਹੋਰ ਕੌਣ ਸੁਣੂਗਾ? ਸੁਣ ਲੈ ਪਾਤਸ਼ਾਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਆਪਣੇ ਮੁਰੀਦਾਂ ਦਾ ਹਾਲ ਸੁਣ ਲੈ। ਦਇਆ ਦੇ ਘਰ ਵਿੱਚ ਆ ਕੇ ਸਾਨੂੰ ਬਖਸ਼ ਲੈ ਬਾਚਾ ਵਾਲਿਆ, ਸਾਨੂੰ ਬਖਸ਼ ਲੈ। ਮਿਹਰ ਕਰ ਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।